स्वागत है तुहाडा सब दा। तुसीं देख रहे हो पंजाबी नैशनल टीवी ते एक बार फिर हाज़र हाँ तुहाडे लई लैके प्रोग्राम विचार चर्चा। इस प्रोग्राम विच अज विचारां दी चर्चा होवेगी कि सुप्रीम कोर्ट अंदोलन दे बारे च केंद्र सरकार नूं की कह रहा ते किसानां पक्खी गल किवें हो रही है। प्रधानमंत्री मोदी ने भी फिर तो उही बयान दिते ने कि कानून जिहड़े ने वो ठीक ने ते लोक पक्खी ने ते किसान पक्खी ने। इन्हां ते भी चर्चा करांगे ते इस दे नाल नाल सरकार दी एक होर बदनीति सामने आई है कि पंजाब दे विच आड़तियां दे उत्ते जिहड़े आमदन कर दे छापे पै रहे हैं। इहो जिहियां गल्लां दे नाल नाल कुछ होर विचारां ते भी चर्चा करांगे ते साडे नाल हाज़र ने सरदार अवतार सिंह जी शेरगिल। सत श्री अकाल जी। सत श्री अकाल जी शर्मा जी। शेरगिल साहब की हाल चाल ने? शर्मा जी बहुत वधिया है जी। दिन ब दिन ठंड कड़ाके कढ़ रही है जी बहुत जोर फड़ रही है जिन्हों कहने जी। आपां नूं इत्थे बैठे महसूस हुंदा, पर जदों अपना ध्यान ਸਿੰਘੂ ਬਾਰਡਰ ਤੇ ਬੈਠੇ ਉਹਨਾਂ ਲੱਖਾਂ ਕਿਸਾਨਾਂ ਵੱਲ ਜਾਂਦਾ जी ਤੇ ਮਨ ਫਿਰ ਅੰਦਰੋਂ ਝੰਜੋੜਿਆ ਜਾਂਦਾ। ਟੈਂਪਰੇਚਰ ਬਹੁਤ ਘਟ ਗਿਆ, 1-2 ਡਿਗਰੀ ਤੱਕ ਆ ਗਿਆ ਜੀ। ਡਿਗਰੀ ਜਿਹੜਾ 0 ਤੱਕ ਪਹੁੰਚਣ ਵਾਲਾ ਹੋ ਗਿਆ। 0.24 ਚੱਲ ਰਿਹਾ ਇਸ ਵੇਲੇ। ਇਹ ਬਹੁਤ ਜ਼ਿਆਦਾ ਹੁੰਦਾ, ਹੋ ਸਕਦਾ ਇੱਕ ਦੋ ਦਿਨਾਂ 'ਚ ਇਹ ਤੋਂ ਵੀ ਘਟ ਜਾਏ ਜੀ। ਪਰ ਜੇ ਆਪਾਂ ਦੂਜੇ ਪੱਖੋਂ ਦੇਖੀਏ ਤੇ ਉੱਥੇ ਜਿਹੜਾ ਪਾਰਾ ਆ ਉਹ ਇਸ ਵੇਲੇ ਸਾਡੇ ਜਿਹੜੇ ਜ਼ਿਮੀਂਦਾਰ ਭਰਾਵਾਂ ਨੇ ਕਿਸਾਨਾਂ ਨੇ ਉਹ ਬਹੁਤ ਮਗਾਇਆ ਹੋਇਆ ਜੀ। ਉੱਥੇ ਉਹ ਕਹਿੰਦੇ ਸਾਡਾ ਤਾਂ ਜਿਹੜਾ ਪਾਲਾ ਆ ਨਾ ਇਹ ਸਾਡਾ ਹੀ ਪਾਲਿਆ ਆ ਜੀ, ਸਾਨੂੰ ਨਹੀਂ ਕੁਛ ਕਹਿੰਦਾ। ਉਹ ਮੈਂ ਸੁਣਿਆ ਕਈਆਂ ਜਿਹੜੇ ਬਜ਼ੁਰਗ ਉੱਥੇ 70 80 ਸਾਲ ਦੇ ਬਜ਼ੁਰਗ ਆ ਸਾਡੇ ਗਏ, ਉਹ ਆਮ ਹੀ ਜਦੋਂ ਟੀਵੀ ਚੈਨਲ ਵਾਲੇ ਜਾਂ ਹੋਰ ਚੈਨਲ ਵਾਲੇ ਜਦੋਂ ਗੱਲਬਾਤ ਕਰਦੇ ਨਾ ਉਹਨਾਂ ਨਾਲ ਵੀ ਬਾਬਾ ਜੀ ਵੀ ਮੂਹਰੇ ਠੰਡ ਹੋਰ ਵੱਧ ਰਹੀ ਆ, ਕਿੱਦਾਂ ਬਣੂ, ਕੀ ਬਣੂਗਾ ਜੀ। ਉਹ ਸਾਫ਼ ਕਹਿੰਦੇ ਬੱਚਾ ਜੀ ਇਹ ਸਾਡਾ ਹੀ ਪਾਲਿਆ ਹੋਇਆ ਪਾਲਾ ਆ ਜੀ, ਸਾਨੂੰ ਨਹੀਂ ਕੁਛ ਕਹਿੰਦਾ। ਅਸੀਂ ਤਾਂ ਇਸ ਪਾਲੇ ਨੂੰ ਟੱਕਰ ਦੇ ਕੇ ਸਰਕਾਰ ਤੋਂ ਜਿੱਤ ਪ੍ਰਾਪਤ ਕਰਕੇ ਜਾਵਾਂਗੇ, ਇੱਦਾਂ ਨਹੀਂ ਮੁੜਦੇ ਹੁਣ। ਸੋ ਇਹ ਜਿਹੜਾ ਜਜ਼ਬਾ ਆ ਉਹ ਇੰਨੇ ਠੰਡ ਦੇ ਵਿੱਚ ਜਿਹੜਾ ਉਹ ਉਹਨਾਂ ਦਾ ਭਾਰੂ ਹੋ ਰਿਹਾ। ਔਰ ਇਹ ਪਹਿਲੀ ਵਾਰ ਆ ਪੇ ਪੰਜਾਬ ਦੀ ਜਿਹੜੀ ਗੱਲ ਆ, ਪੰਜਾਬ ਦਾ ਪੂਰਾ ਜਿਹੜਾ ਰੁਤਬਾ ਹੈ ਇੱਕ ਫਿਰ ਉਸ ਪੱਧਰ ਤੇ ਪਹੁੰਚ ਗਿਆ ਜੋ ਅੱਜ ਤੋਂ 40-50 ਸਾਲ ਪਹਿਲਾਂ ਹੁੰਦਾ ਸੀ ਜੀ। ਇਸ ਤੋਂ ਪਹਿਲਾਂ ਮੈਂ ਇੱਕ ਥੋੜੀ ਜਿਹੀ ਗੱਲ ਜੋੜ ਦਿਆਂ ਵੀ ਅੱਜ ਇੱਕ ਬਹੁਤ ਵੱਡਾ ਦਿਨ ਆ। ਬਿਲਕੁਲ ਜੀ। ਸਾਡੇ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਲਾਸਾਨੀ ਸ਼ਹੀਦੀ ਪੁਰਬ ਆ। ਬਿਲਕੁਲ ਜੀ। ਜਿਹਦੇ ਲਈ ਆਪਾਂ ਜਿੰਨੇ ਵੀ ਸ਼ਬਦ ਕਹਿ ਲਈਏ ਉਹ ਥੋੜ੍ਹੇ ਆ। ਜਿਹੜੀ ਉਹਨਾਂ ਦੀ ਕੁਰਬਾਨੀ ਦਿੱਤੀ ਹੋਈ ਆ ਉਹ ਸਿਰਫ ਇੱਕ ਫਿਰਕੇ ਇੱਕ ਕੌਮ ਲਈ ਨਹੀਂ, ਉਹ ਪੂਰੇ ਮਨੁੱਖਤਾ ਲਈ ਦਿੱਤੀ ਸੀ ਕੁਰਬਾਨੀ ਜੀ। ਬਿਲਕੁਲ। ਜਿਹਦੇ ਬਾਰੇ ਆਮ ਹੀ ਆਪਾਂ ਕਹਿੰਦੇ ਆ ਵੀ ਤਿਲਕ ਜੰਜੂ ਰਾਖਾ ਪ੍ਰਭ ਤਾਕਾ ਕੀਨੋ ਵੱਡੋ ਕੱਲੂ ਮੈਂ ਸਾਕਾ ਜੀ। ਵੀ ਐਡਾ ਵੱਡਾ ਸਾਕਾ ਨਾ ਅੱਜ ਤੱਕ ਕਿਸੇ ਨੇ ਕੀਤਾ, ਨਾ ਕਰਨਾ, ਤੇ ਨਾ ਹੀ ਆਉਣ ਵਾਲੇ ਸਮੇਂ 'ਚ ਇੱਦਾਂ ਦਾ ਸਾਕਾ ਕੋਈ ਹੋਣਾ ਆ। ਮੈਂ ਇਹਦੇ ਨਾਲ ਤਾਂ ਇਹ ਜੋੜ ਰਿਹਾ ਅੱਜ ਦੇ ਸ਼ਹੀਦੀ ਪੁਰਬ ਨੂੰ ਬਈ ਜਿਸ ਰਾਸ਼ਟਰ ਦੀ ਗੱਲ ਅੱਜ ਕੱਲ੍ਹ ਮੀਡੀਆ ਦੇ ਵਿੱਚ ਹਰ ਪਲੇਟਫਾਰਮ 'ਤੇ ਹੋ ਰਹੀ ਆ ਵੀ ਅਸੀਂ ਆਹ ਰਾਸ਼ਟਰ ਬਣਾ ਦੇਣਾ, ਅਸੀਂ ਆਹ ਰਾਸ਼ਟਰ ਬਣਾ ਦੇਣਾ, ਪਰ ਥੋੜ੍ਹਾ ਜਿਹਾ ਪਿੱਛੇ ਜਾ ਕੇ ਜੇ ਉਹ ਦਿਮਾਗ ਨਾਲ ਸੋਚਣ ਤੇ ਇਸ ਰਾਸ਼ਟਰ ਦੀ ਬੁਨਿਆਦ ਜਿਹੜੀ ਉਹ ਇਸੇ ਗੁਰੂ ਸਾਹਿਬ ਨੇ ਰੱਖੀ ਸੀ ਜੀ। ਜੇ ਉਸ ਵੇਲੇ ਨਾ ਇਹ ਸ਼ਹਾਦਤ ਦਿੰਦੇ ਤਾਂ ਉਦੋਂ ਜਦੋਂ ਔਰੰਗਜ਼ੇਬ ਨੇ ਜੋ ਕਿ ਹਰ ਰੋਜ਼ 1.25 ਮਣ ਜਨੇਊ ਲਾਹ ਕੇ ਸ਼ਾਮ ਨੂੰ ਖਾਣਾ ਖਾਂਦਾ ਹੁੰਦਾ ਸੀ, ਜੇ ਉਹ ਵਰਤਾਰਾ ਇੱਦਾਂ ਹੀ ਚੱਲਦਾ, ਗੁਰੂ ਸਾਹਿਬ ਮੂਹਰੇ ਨਹੀਂ ਆਉਂਦੇ ਔਰ ਉਹਨਾਂ ਤੇ ਇੱਕ ਸੰਦੇਸ਼ ਨਹੀਂ ਪਹੁੰਚਾਉਂਦੇ ਵੀ ਸਾਡੇ ਗੁਰੂ ਤੋਂ ਈਨ ਮਨਾ ਲਓ ਅਸੀਂ ਸਾਰੇ ਮੰਨ ਲਾਂਗੇ ਜੀ, ਤਾਂ ਫਿਰ ਇਹ ਜਿਸ ਰਾਸ਼ਟਰ ਦੀ ਗੱਲ ਕਰਦੇ ਇਹ ਰਾਸ਼ਟਰ ਇੱਥੋਂ ਤੱਕ ਪਹੁੰਚਣਾ ਨਹੀਂ ਸੀ। ਬਿਲਕੁਲ। ਜਦੋਂ ਮੁਸਲਮਾਨ ਸ਼ਾਇਰ ਜਿਹੜੇ ਲਿਖਦੇ ਆ ਬਹੁਤ ਵਧੀਆ ਬਈ ਨਾ ਕਹੂੰ ਅਬ ਕੀ ਨਾ ਕਹੂੰ ਤਬ ਕੀ ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤਾਂ ਸੁਨਤ ਹੋਤੀ ਸਭ ਕੀ। ਬਿਲਕੁਲ। ਇਹਨਾਂ ਗੱਲਾਂ ਨੂੰ ਇਹ ਪਤਾ ਨਹੀਂ ਕਿਉਂ ਨਹੀਂ ਰੱਖਦੇ, ਹੈ ਸਾਰੇ ਪੜ੍ਹਨ ਵਾਲੇ ਹੀ ਆ, ਇਤਿਹਾਸ ਵੀ ਪੜ੍ਹਦੇ ਆ, ਵਾਚਦੇ ਆ, ਤਵਾਰੀਖ ਵੀ ਦੇਖਦੇ ਆ, ਪਰ ਉਹ ਫਿਰ ਮੁੜ ਕੇ ਉਸ ਆਪਣੇ ਹਉਮੇ 'ਚ ਈਗੋ 'ਚ ਐਸਾ ਗਵਾ ਜਾਂਦੇ ਆ ਵੀ ਭੁੱਲ ਜਾਂਦੇ ਆ ਵੀ ਇਸ ਰਾਸ਼ਟਰ ਦੀ ਜਿਹੜੇ ਬੁਨਿਆਦ ਰੱਖਣ ਵਾਲਾ ਉਹ ਹੋਰ ਕੋਈ ਨਹੀਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੀਗੇ ਜੀ। ਜੇ ਅੱਜ ਦੀ ਉਹਨਾਂ ਦੀ ਕੁਰਬਾਨੀ ਦੇਖੀਏ ਅੱਜ ਦੇ ਟਾਈਮ ਦੇ ਵਿੱਚ, ਤੇ ਜਿੰਨੇ ਵੀ ਸਾਡੇ ਭਰਾ ਹਿੰਦੂ ਭਾਈਚਾਰੇ ਦੇ ਲੋਕ ਆ, ਪੰਡਤ ਭਾਈਚਾਰੇ ਦੇ ਲੋਕ ਆ, ਉਹ ਹਜੇ ਵੀ ਉਹਨਾਂ ਦਾ ਸ਼ੁਕਰਾਨਾ ਕਰਨੋਂ ਨਹੀਂ ਥੱਕਦੇ ਜੀ। ਦਮੜੀ ਯਾਤਰਾ ਕੱਢਦੇ ਹਰ ਸਾਲ, ਉਹ ਜੰਮੂ ਤੋਂ ਆਉਂਦੇ ਆ, ਦਿੱਲੀ ਤੋਂ ਆਉਂਦੇ ਆ, ਤੇ ਉਹ ਅਨੰਦਪੁਰ ਸਾਹਿਬ ਜਾ ਕੇ ਉਸ ਧਰਤੀ ਨੂੰ ਪ੍ਰਣਾਮ ਕਰਦੇ ਆ ਵੀ ਜੇ ਸਾਡੀ ਅੱਜ ਹੋਂਦ ਆ, ਜੇ ਸਾਡੇ ਗਲਾਂ 'ਚ ਜਨੇਊ ਆ, ਤਾਂ ਸਿਰਫ
ਗੁਰੂ ਤੇਗ ਬਹਾਦਰ ਸਾਹਿਬ ਕਰਕੇ ਆ ਜੀ। ਉਹ ਇਸ ਸੰਦਰਭ 'ਚ ਮੈਂ ਤਾਂ ਇਹਦਾ ਜ਼ਿਕਰ ਕੀਤਾ ਵੀ ਅੱਜ ਦਾ ਦਿਨ ਆਪਾਂ ਵਿਚਾਰ ਕਰ ਰਹੇ ਹਾਂ ਤੇ ਅੱਜ ਦਾ ਦਿਨ ਜਿਹੜਾ ਐਡਾ ਵੱਡਾ ਆ, ਜੋ ਅੱਜ ਕੱਲ੍ਹ ਦੇ ਮਾਹੌਲ ਮੁਤਾਬਕ ਜੇ ਇਹਨੂੰ ਇਸ ਇਤਿਹਾਸ ਨੂੰ ਪੜ੍ਹਿਆ ਜਾਵੇ ਤਾਂ ਬੰਦਾ ਕਦੀ ਇਹਦੇ ਬਾਰੇ ਸੋਚੇ ਹੀ ਨਾ ਵੀ ਉਸ ਦੀ ਜਿਹੜੀ ਲਾਸਾਨੀ ਕੁਰਬਾਨੀ ਆ ਸ਼ੁਰੂ ਤੋਂ ਹੋਈ ਸੀ ਪੰਜਵੇਂ ਪਾਤਸ਼ਾਹ ਤੋਂ, ਤੱਤੀ ਤਵੀ ਤੋਂ ਲੈ ਕੇ ਸੀਸ ਕਟਾਉਣ ਤੱਕ ਤਾਂ ਫਿਰ ਸਰਬੰਸ ਵਾਰਨ ਤੱਕ, ਉਹ ਸਾਰਾ ਜਿਹੜਾ ਇਤਿਹਾਸ ਜਿਹੜਾ ਸ਼ੁਰੂ ਹੋ ਗਿਆ ਅੱਜ ਦਾ, ਇਹ ਸਾਰਾ ਮਹੀਨਾ ਸ਼ਹੀਦੀਆਂ ਵਾਲਾ ਆ ਜੀ। ਜੇ ਆਪਾਂ ਦੇਖੀਏ ਇਹਦੇ ਵਿੱਚ ਹੋਰ ਵੀ ਤਿਉਹਾਰ ਆਉਂਦੇ ਆ, ਪਰ ਜਿਹੜਾ ਕੱਲੀ ਇੱਕ ਕੌਮ ਲਈ ਨਹੀਂ, ਜੇ ਆਪਾਂ ਕਹੀਏ ਵੀ ਇੱਕ ਕੌਮ ਹੀ ਇਹਨੂੰ ਪ੍ਰਣਾਮ ਕਰਦੀ ਆ, ਉਹ ਵੱਖਰੀ ਗੱਲ ਆ। ਜਦੋਂ ਇਹੋ ਜਿਹਾ ਦਿਨ ਆਉਂਦਾ, ਚਾਹੇ ਉਹ ਵੱਡੇ ਸਾਹਿਬਜ਼ਾਦਿਆਂ ਦਾ ਹੋਵੇ ਚਾਹੇ ਛੋਟੇ ਸਾਹਿਬਜ਼ਾਦਿਆਂ ਦਾ ਹੋਵੇ, ਤਾਂ ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਅੱਖ ਨਮ ਹੋਣੋਂ ਰਹਿੰਦੀ ਹੋਊਗੀ ਬਿਲਕੁਲ ਉਹਨਾਂ ਦਿਨਾਂ ਦੇ ਵਿੱਚ, ਇਹਨਾਂ ਦਿਨਾਂ ਦੇ ਵਿੱਚ। ਔਰ ਇਹ ਸੋਚਦੇ ਹੋਏ ਵੀ ਸਾਡੀ ਮਾਤਾ ਜਿਹੜੀ ਇੰਨੀ ਬਜ਼ੁਰਗ ਅਵਸਥਾ ਦੇ ਵਿੱਚ, ਉਹ ਪੋਹ ਦੇ ਠੱਕੇ ਦੇ ਵਿੱਚ ਬੈਠੀ ਸੀ ਠੰਡੇ ਬੁਰਜ 'ਚ, ਤੇ ਉਹਦੇ ਨਾਲ ਫਿਰ ਜਦੋਂ ਆਪਾਂ ਦੇਖਦੇ ਪਏ ਆਪਾਂ ਉਹਨਾਂ ਦੇ ਵਾਰਸ ਹੀ ਆ ਵੀ ਇਹੋ ਜਿਹੇ ਪਾਲੇ ਦੇ ਨਾਲ ਲੜਦੇ ਹੋਏ ਅਸੀਂ ਖੁੱਲ੍ਹੇ ਅਸਮਾਨ ਹੇਠ ਬੈਠੇ ਆ। ਸੋ ਉਹਦਾ ਟਾਕਰਾ ਵੀ ਉਹੀ ਤਾਕਤ ਦਿੰਦਾ ਕਰਨ ਲਈ। ਮੈਂ ਪਹਿਲਾਂ ਵੀ ਕਿਹਾ ਸੀ ਵੀ ਇਹ ਕੌਮ ਜਿਹੜੀ ਆ ਪੰਜਾਬੀ, ਇਹ ਜੂਝਣ ਵਾਲੀ ਕੌਮ ਆ, ਇਹ ਜੂਝ ਕੇ ਅੱਗੇ ਆਈ ਆ ਤਾਂ ਹੁਣ ਵੀ ਗਾਹਾਂ ਜੂਝਣ ਦੇ ਵਿੱਚ ਹੀ ਲੱਗੀ ਹੋਈ ਆ ਜੀ। ਸੋ ਕਿਤੇ ਨਾ ਕਿਤੇ ਇਹ ਜਿਹੜੀ ਆ ਜੂਝਣ ਵਾਲਾ ਜਿਹੜਾ ਜਜ਼ਬਾ ਆ, ਉਹ ਦੁਬਾਰਾ ਜਿਹੜਾ ਪੈਦਾ ਹੋਇਆ ਪੰਜਾਬੀਆਂ ਦੇ ਵਿੱਚ, ਇਹ ਕੇਂਦਰ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਨਾ ਬਣਦਾ ਆ ਜੀ। ਜਿਹੜਾ ਉਹ ਟਕਰਾਅ ਜਿਹੜਾ ਆ ਖੇਤੀ ਕਾਨੂੰਨ ਆ, ਕਿਸਾਨਾਂ ਦਾ ਰੌਲਾ ਰੱਪਾ, ਉਹ ਠੀਕ ਆ ਇੱਕ ਪਾਸੇ ਆ, ਪਰ ਉਹਨਾਂ ਨੇ ਜਿਹੜਾ ਇਹ ਮੌਕਾ ਦਿੱਤਾ ਨਾ ਇੱਕ ਮੁੱਠ ਹੋਣ ਦਾ, ਇੱਕ ਜੁੱਟ ਹੋਣ ਦਾ, ਭਾਈਚਾਰਕ ਏਕਤਾ ਦਾ, ਇਹ ਆਪਣੇ ਆਪ 'ਚ ਇੱਕ ਮਿਸਾਲ ਬਣ ਗਿਆ ਜੀ। ਜਬੇ ਬਾਣ ਲਾਗਿਓ ਤਬੇ ਰੋਸ ਜਾਗਿਓ। ਲੱਗਦਾ ਸੀਗਾ ਕਿ ਅਸੀਂ ਬਹੁਤ ਸ਼ਾਂਤਮਈ ਆ ਤੇ ਚੁੱਪਚਾਪ ਰਹੀ ਜਾਂਦੇ ਆ ਤੇ ਅਸੀਂ ਨਸ਼ੇ ਵੀ ਖਾਈ ਜਾਂਦੇ ਆ ਤੇ ਪੈਸੇ ਵੀ ਕਮਾਈ ਜਾਂਦੇ ਆ, ਬਹੁਤ ਤਰ੍ਹਾਂ ਨਾਲ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਆ, ਬਦਨਾਮ ਵੀ ਕਰਨ ਦੀ ਕੋਸ਼ਿਸ਼ ਕੀਤੀ। ਕਿਤੇ ਨਾ ਕਿਤੇ ਥੋੜੀ ਬਹੁਤ ਸੱਚਾਈ ਵੀ ਉਹਦੇ 'ਚ ਹੋਵੇਗੀ, ਪਰ ਜਦੋਂ ਸੱਟ ਲੱਗੀ ਆ, ਜਦੋਂ ਪੀੜ ਹੋਈ ਆ ਤੇ ਫਿਰ ਸਾਰਾ ਪੰਜਾਬ ਇਕੱਠਾ ਹੋਇਆ ਤੇ ਸੱਚਾਈ ਦੀ ਤੁਸੀਂ ਗੱਲ ਕਰਦੇ, ਸੱਚਾਈ ਹੁਣ 70% ਨਹੀਂ ਨਾ ਸੱਚਾਈ ਹੁੰਦੀ, ਜਿਹੜੀ 70% ਆ ਕੇ ਸਾਡੀ ਧਰਤੀ ਤੇ ਬੰਦਾ ਕਹਿ ਗਿਆ ਸੀ ਵੀ ਇੱਥੋਂ ਦੇ 70% ਨੌਜਵਾਨ ਨਸ਼ਈ ਆ। ਹੁਣ ਉਹੀ ਬੰਦਾ ਕਹਿੰਦਾ ਅੱਗੇ ਹੋ ਜਾਓ ਕਿਸਾਨ ਭਰਾਵੋ, ਮੈਂ ਤੁਹਾਡੇ ਨਾਲ ਆ ਜੀ। ਤੇ ਇਹੋ ਜਿਹੇ ਉਹਨਾਂ ਕਿਸਾਨ ਭਰਾਵਾਂ ਦੇ ਭਰਾ ਆ, ਉਹਨਾਂ ਦੇ ਪਿਓ ਆ, ਉਹਨਾਂ ਦੇ ਤਾਏ ਚਾਚੇ ਆ, ਉਹਨਾਂ ਦੇ ਬਜ਼ੁਰਗ ਆ, ਜਿਨ੍ਹਾਂ ਤੋਂ ਤੂੰ 4 ਸਾਲ ਪਹਿਲਾਂ ਕਹਿੰਦਾ ਗਿਆ ਇੱਥੇ ਵੀ ਇੱਥੇ ਤਾਂ 70% ਨਸ਼ਈ ਆ, ਤੇ ਹੁਣ ਕਿਉਂ ਐਡੀ ਛੇਤੀ ਟ੍ਰੈਂਡ ਬਦਲ ਗਿਆ 4 ਸਾਲਾਂ ਦੇ ਵਿੱਚ। ਬਿਲਕੁਲ ਤੁਹਾਡੀ ਗੱਲ। ਸੋ ਇਹ ਬਦਨਾਮ ਕਰਨ ਦੀ ਜਿਹੜੀ ਆ ਸਾਜ਼ਿਸ਼ ਹਮੇਸ਼ਾ ਹੀ ਰਹੀ ਆ, ਉਹ ਇਹਨਾਂ ਸਾਰਿਆਂ 'ਚੋਂ ਉੱਭਰ ਕੇ ਜਿਹੜਾ ਨਿਕਲ ਕੇ ਆਇਆ, ਉਹ ਪੰਜਾਬੀ ਏਕਤਾ ਨਿਕਲ ਆਇਆ ਜੀ। ਬਿਲਕੁਲ। ਕਿਸਾਨ ਜਿੰਦਾਬਾਦ ਕਹਿ ਲਓ, ਚਾਹੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਹਿ ਲਓ, ਜਿਹੜੀ ਪੰਜਾਬੀਅਤ ਪੂਰੀ ਤਰ੍ਹਾਂ ਨਿਕਲੀ ਆ ਨਾ, ਉਹ ਬਹੁਤ ਵੱਡੀ ਗੱਲ ਹੈ। ਬਿਲਕੁਲ ਸਹੀ ਗੱਲ ਹੈ। ਤੁਸੀਂ ਗੱਲ ਕੀਤੀ ਕੁਰਬਾਨੀ ਦੀ, ਗੁਰੂ ਸਾਹਿਬ ਜੀ ਦੀ, ਤੇ ਉਹਦੇ ਲਈ ਅਸੀਂ ਸਾਰੇ ਹਮੇਸ਼ਾ ਉਹਨਾਂ ਦੇ ਰਿਣੀ ਆ ਤੇ ਸਜਦਾ ਵੀ ਕਰਦੇ ਆ, ਨਮਸਕਾਰ ਕਰਦੇ ਆ ਤੇ ਹਮੇਸ਼ਾ ਸਿਰ ਝੁਕਾਉਂਦੇ ਆ। ਤੇ ਸਾਡੀ ਜਿਹੜੀ ਹਕੂਮਤ ਆ ਮੌਜੂਦਾ, ਉਹ ਕਿਤੇ ਨਾ ਕਿਤੇ ਵੋਟਾਂ ਦੀ ਰਾਜਨੀਤੀ ਦੇ ਵਿੱਚ ਮੁਲਕ ਨੂੰ ਵੰਡਣ ਦੀ ਜ਼ਰੂਰ ਕੋਸ਼ਿਸ਼ ਕਰਦੇ ਨੇ, ਪਰ ਜਦੋਂ ਅਸੀਂ ਭਾਰਤ ਦਾ ਇਤਿਹਾਸ ਦੇਖਦੇ ਹਾਂ ਤੇ ਭਾਰਤ ਕਿਸੇ ਇੱਕ ਫਿਰਕੇ, ਇੱਕ ਕਿਸੇ ਕੌਮ, ਇੱਕ ਜਾਤ ਜਾਂ ਇੱਕ ਮਜ਼ਹਬ ਦਾ ਨਹੀਂ ਜੀ। ਬਿਲਕੁਲ। ਅਸੀਂ ਤੇ ਇਹਦੀ ਹਮੇਸ਼ਾ ਇਹ ਗੱਲ ਕਰਦੇ ਸੀ ਕਿ ਸਾਡੀ ਜਿਹੜੀ ਬਿਊਟੀ ਆ ਉਹ ਯੂਨਿਟੀ ਐਂਡ ਡਾਈਵਰਸਿਟੀ ਆ ਜੀ। ਵਿਭਿੰਨਤਾ ਦੇ ਹੋਣ ਦੇ, ਵੱਖ-ਵੱਖ ਚੀਜ਼ਾਂ ਹੋਣ ਦੇ ਬਾਵਜੂਦ ਵੀ ਅਸੀਂ ਇੱਕ ਆ। ਬਿਲਕੁਲ। ਚਾਹੇ ਉਹ ਪੰਜਾਬ ਦੀ ਗੱਲ ਕਰੀਏ ਤੇ ਚਾਹੇ ਭਾਰਤ ਦੀ। ਕੱਲ ਅਸੀਂ ਆਪਣੇ ਚੈਨਲ ਤੋਂ ਵੀ ਦਿਖਾਇਆ ਕਿ ਕੁਝ ਲੋਕ ਆਂਧਰਾ ਤੋਂ ਤੇ ਕਰਨਾਟਕ ਤੋਂ ਆਏ ਸੀ, ਉਹ ਵੀ ਸਰਕਾਰ ਨੂੰ ਉਹੀ ਕਹਿ ਰਹੇ ਸੀ, ਭਾਵੇਂ ਉਹਨਾਂ ਦੀ ਭਾਸ਼ਾ ਸਮਝ ਨਹੀਂ ਆਉਂਦੀ ਸੀ, ਪਰ ਉਹਨਾਂ ਦੇ ਜਿਹੜੇ ਭਾਵ ਸੀ ਉਹ ਇਹੀ ਸੀਗੇ ਕਿ ਇਹ ਜਿਹੜੇ ਕਾਨੂੰਨ ਨੇ ਇਹ ਗਲਤ ਨੇ ਤੇ ਇਹਨਾਂ ਨੂੰ ਨਾ ਪੇਸ਼ ਕੀਤਾ ਜਾਵੇ, ਨਾ ਪਾਸ ਕੀਤਾ ਜਾਵੇ, ਨਾ ਲਾਗੂ ਕੀਤਾ ਜਾਵੇ। ਜੇ ਤੁਸੀਂ ਕੁਝ ਗਲਤੀਆਂ ਕੀਤੀਆਂ ਵੀ ਤਾਂ ਤੁਹਾਨੂੰ ਤੋਂ ਵਾਪਸ ਆਈਏ। ਬਿਲਕੁਲ ਜੀ। ਸ਼ੇਰਗਿੱਲ ਸਾਹਿਬ ਜੀ, ਅਸੀਂ ਪ੍ਰੋਗਰਾਮ ਵੱਲ ਆਈਏ, ਆਪਣੀ ਵਿਚਾਰ ਚਰਚਾ ਦੀ ਗੱਲ ਕਰੀਏ ਤੇ ਸੁਪਰੀਮ ਕੋਰਟ ਨੇ ਵੀ ਕੱਲ ਕੁਝ ਇਹੋ ਜਿਹੀਆਂ ਹੀ ਗੱਲਾਂ ਕੀਤੀਆਂ। ਜੀ ਬਿਲਕੁਲ ਜੀ। ਸੁਪਰੀਮ ਕੋਰਟ ਦੀ ਸੁਣਵਾਈ ਦਾ ਦੂਸਰਾ ਦਿਨ ਸੀਗਾ ਜੀ। ਉਹਦੇ ਵਿੱਚ ਬਹੁਤ ਹੀ ਵਧੀਆ ਟਿੱਪਣੀਆਂ ਜਿਹੜੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਬੋਬੜੇ ਸਾਹਿਬ ਨੇ ਕੀਤੀਆਂ ਜੀ। ਦੇਖੋ, ਮੈਂ ਅੱਗੇ ਵੀ ਕਹਿੰਦਾ ਹੁੰਦਾ ਵੀ ਜਦੋਂ ਤਾਂ ਇਹਨਾਂ ਲਈ ਕੋਈ ਕੰਮ ਕਰਨਾ ਫਿਰ ਤਾਂ ਕਰੋਨਾ ਵੀ ਹੈ ਨਹੀਂ ਜੀ। ਜਦੋਂ ਕਿਸੇ ਹੋਰ ਲਈ ਕਰਾਉਣਾ ਤਾਂ ਫਿਰ ਕਰੋਨਾ ਵੀ ਮੂਹਰੇ ਆ ਜਾਂਦਾ। ਜਦੋਂ ਸੋਲੀਸਿਟਰ ਜਨਰਲ ਜਿਹੜੇ ਤੁਸ਼ਾਰ ਮਹਿਤਾ ਹੋਣੀ ਆ, ਉਹਨਾਂ ਨੇ ਜਦੋਂ ਸਰਕਾਰ ਦਾ ਪੱਖ ਪੇਸ਼ ਕੀਤਾ ਨਾ ਚੀਫ ਜਸਟਿਸ ਹੋਣਾ ਕੋਲ ਜੀ, ਉਹ ਕਹਿੰਦੇ ਜੀ ਦੇਖੋ ਜੀ ਉੱਥੇ ਲੱਖਾਂ ਦੀ ਗਿਣਤੀ 'ਚ ਕਿਸਾਨ ਬੈਠੇ ਆ। ਪਹਿਲੀ ਗੱਲ ਤਾਂ ਉਹਨਾਂ ਨੇ ਕਹਿੰਦੇ ਪਬਲਿਕ ਪ੍ਰਾਪਰਟੀ ਨੂੰ ਮੱਲ ਕੇ ਬੈਠੇ ਆ ਜੀ, ਉਹਨੂੰ ਆਪਣੇ ਕਬਜ਼ੇ 'ਚ ਲਿਆ ਹੋਇਆ, ਰੋਕਿਆ ਹੋਇਆ, ਲੋਕਾਂ ਦਾ ਆਵਾਜਾਈ ਜਿਹੜੀ ਬੰਦ ਕੀਤੀ ਹੋਈ ਆ। ਇਹ ਉਠਾਉਣਾ ਚਾਹੀਦਾ, ਧਰਨਾ ਇੱਥੇ ਨਹੀਂ ਲੱਗਣਾ ਚਾਹੀਦਾ, ਸ਼ਹਿਰ ਨੂੰ ਬੰਦ ਨਹੀਂ ਕੀਤਾ ਜਾ ਸਕਦਾ। ਬਿਲਕੁਲ। ਚੀਫ ਜਸਟਿਸ ਸਾਹਿਬ ਨੇ ਫਿਰ ਸਾਫ਼ ਕਿਹਾ ਵੀ ਹਾਂ ਗੱਲ ਠੀਕ ਆ ਤੁਹਾਡੀ, ਪਰ ਕਿਸਾਨਾਂ ਨੂੰ ਵੀ ਪ੍ਰਦਰਸ਼ਨ ਕਰਨ ਦਾ ਪੂਰਾ ਅਧਿਕਾਰ ਆ। ਨਾਲੇ ਵੀ ਕਿਹਾ ਵੀ ਸ਼ਾਂਤਮਈ ਹੋਵੇ, ਕਿਸੇ ਦੀ ਜਾਨ ਨੂੰ ਖਤਰਾ ਨਾ ਹੋਵੇ। ਠੀਕ ਆ, ਸ਼ਹਿਰ ਵੀ ਬੰਦ ਨਹੀਂ ਹੋਣਾ ਚਾਹੀਦਾ ਤੇ ਆਮ ਜਿਹੜੇ ਨਾਗਰਿਕ ਆ ਉਹਨਾਂ ਦੇ ਬੁਨਿਆਦੀ ਹੱਕਾਂ ਨੂੰ ਆਪਾਂ ਰੋਕ ਨਹੀਂ ਸਕਦੇ। ਉਹਨਾਂ ਨੂੰ ਫ੍ਰੀਲੀ ਮੂਵਮੈਂਟ ਚਾਹੀਦੀ ਉਹਨਾਂ ਦੀ। ਉਹਨਾਂ ਸਾਰੀਆਂ ਗੱਲਾਂ ਸਹੀ ਆ, ਕਹਿੰਦੇ ਗੱਲ ਠੀਕ ਆ, ਪਰ ਜੇ ਤੁਸੀਂ ਕਹਿੰਦੇ ਪਏ ਇਹਨੂੰ ਉਠਾ ਦਿਓ
ਤੇ ਫਿਰ ਨਾਲ ਉਹਨਾਂ ਨੇ ਸਮਝਣ ਦੀ ਗੱਲ ਇਹ ਚਾਹੀਦੀ ਸਰਕਾਰ ਨੂੰ ਵੀ ਇਹਨਾਂ ਨੂੰ ਇੱਥੇ ਬੈਠਣ ਲਈ ਮਜਬੂਰ ਕਿਹਨੇ ਕੀਤਾ। ਬਿਲਕੁਲ। ਅਗਲੀ ਗੱਲ ਮੈਂ ਜਿਹੜੀ ਕਹਿੰਦਾ ਪਬਲਿਕ ਪ੍ਰਾਪਰਟੀ ਦੀ, ਜਦੋਂ ਦਾ ਇਹੋ ਜਿਹਾ ਕੰਮ ਆਉਂਦਾ ਤੁਸੀਂ ਕਹਿੰਦੇ ਜੀ ਰੋਕਾਂ ਤੋੜਤੀਆਂ, ਜੇ ਕਰਤਾ, ਉਹਨਾਂ ਲਈ ਕਿਸਾਨਾਂ ਤੇ 307 ਦਾ ਹੋਰ ਕਈ ਧਾਰਾਵਾਂ ਤਹਿਤ ਕੇਸ ਦਰਜ ਕੀਤੇ ਆ। ਤੇ ਜਦੋਂ ਆਪਾਂ ਥੋੜਾ ਜਿਹਾ ਪਿੱਛੇ ਜਾਈਏ 26-27 ਨਵੰਬਰ ਨੂੰ ਕਿਸਾਨ ਜਦੋਂ ਪੰਜਾਬੋਂ ਤੁਰੇ ਸੀ ਤੇ ਜਿਹੜੀ ਪਬਲਿਕ ਪ੍ਰਾਪਰਟੀ ਆ ਇੱਕ ਸੜਕ, ਉਹਨੂੰ ਕਿਹਨੇ ਪਟਿਆ ਸੀ? ਜੀ ਸਰਕਾਰ ਉਧਰ ਵੀ ਧਿਆਨ ਦੇਵੇ ਨਾ। ਬਿਲਕੁਲ। ਉਹਨੂੰ ਪੱਟਿਆ ਕਿਹਨੇ ਸੀਗਾ? ਉਹਦੇ ਮੂਹਰੇ ਰੋਕਾਂ ਐਡੀਆਂ ਡਾਈਆਂ ਸੀ, ਉੱਥੇ ਟਿੱਪਰ ਲੈ ਕੇ ਖੜੇ ਕਰਤੇ ਸੀ, ਨੈਸ਼ਨਲ ਹਾਈਵੇ ਬੰਦ ਕਰਤਾ ਇਹ ਜਿਹੜਾ ਕਿ ਕਿਸੇ ਦੀ ਮਨਜ਼ੂਰੀ ਤੋਂ ਬਿਨਾਂ ਬੰਦ ਹੋ ਹੀ ਨਹੀਂ ਸਕਦਾ। ਬਿਲਕੁਲ। ਤੇ ਉਦੋਂ ਪਬਲਿਕ ਪ੍ਰਾਪਰਟੀ ਕਿੱਥੇ ਗਈ ਸੀਗੀ? ਤੇ ਇਸੇ ਸੁਪਰੀਮ ਕੋਰਟ ਦਾ ਵਰਡਿਕਟ ਹੈ ਕਿ ਪਬਲਿਕ ਪ੍ਰਾਪਰਟੀ ਜਿਹੜੀ ਆ ਉਹਦੇ ਤੇ ਰੋਕ ਨਹੀਂ ਲਾਈ ਜਾ ਸਕਦੀ, ਸੜਕਾਂ ਨੂੰ ਬੰਦ ਨਹੀਂ ਕੀਤਾ ਜਾ ਸਕਦਾ। ਪਰ ਸ਼ੇਰਗਿੱਲ ਸਾਹਿਬ ਫਿਰ ਗੱਲ ਆਪਾਂ ਉਸ ਖਾਣ ਤੇ ਵੀ ਲਿਆਉਂਦੇ ਨਾ, ਫਿਰ ਰਾਣੀ ਨੂੰ ਕੌਣ ਕਹੇ ਅੱਗਾ ਢੱਕ। ਬਿਲਕੁਲ ਜੀ, ਬਿਲਕੁਲ ਜੀ। ਤੇ ਵਿਚਾਰ ਚਰਚਾ ਜਾਰੀ ਰੱਖਦੇ ਹਾਂ ਜੀ ਇੱਕ ਬ੍ਰੇਕ ਤੋਂ ਬਾਅਦ। ਗੱਲਬਾਤ ਦਾ ਸਿਲਸਿਲਾ ਜਾਰੀ ਕਰਦੇ ਹਾਂ। ਸ਼ੇਰਗਿੱਲ ਸਾਹਿਬ, ਸੁਪਰੀਮ ਕੋਰਟ ਨੇ ਕੀ ਕਿਹਾ ਕੱਲ? ਇਹਦੇ ਵਿੱਚ ਇੱਕ ਟਿੱਪਣੀ ਹੋਰ ਮੈਂ ਪਹਿਲਾਂ ਕਹਿ ਦਵਾਂ, ਤੁਸ਼ਾਰ ਮਹਿਤਾ ਹੋਰਾਂ ਨੇ ਹੋਰ ਕਹੀ ਜੀ ਵੀ ਕਿਸਾਨਾਂ ਦਾ ਐਡੀ ਵੱਡੀ ਗਿਣਤੀ ਜੇ ਬਹਿਣਾ ਐਸ ਕਰੋਨਾ ਕਾਲ ਦੇ ਵਿੱਚ ਬਹੁਤ ਖਤਰਨਾਕ ਹੈ। ਬਿਲਕੁਲ ਜੀ। ਉਹਨਾਂ ਨੇ ਕਿਹਾ ਚੀਫ ਜਸਟਿਸ ਸਾਹਿਬ ਨੂੰ ਬਈ ਉਹਨਾਂ ਨੇ ਕਿਸੇ ਨੇ ਮਾਸਕ ਪਾਇਆ ਨਜ਼ਰ ਨਹੀਂ ਆਉਂਦਾ, ਕਿਸੇ ਦੇ ਵਿੱਚ ਸਮਾਜਿਕ ਦੂਰੀ ਨਜ਼ਰ ਨਹੀਂ ਆਉਂਦੀ। ਤੇ ਇਹਨਾਂ ਨੂੰ ਜੇ ਆਪਾਂ ਪੁੱਛਿਆ ਕਰੀਏ ਬਈ ਬੀਤੇ ਦਿਨ ਦੀ ਗੱਲ ਆ, ਇਹਨਾਂ ਦਾ ਜਿਹੜਾ ਖੇਤੀ ਮੰਤਰੀ ਨਰਿੰਦਰ ਤੋਮਰ ਮੱਧ ਪ੍ਰਦੇਸ਼ ਦੌਰੇ ਤੇ ਗਿਆ ਸੀਗਾ, ਉਹ ਸਟੇਜ ਦੀਆਂ ਜੇ ਫੁਟੇਜ ਦਿਖਾਲਤੀਆਂ ਜਾਣ ਸਰਕਾਰ ਨੂੰ ਜਾਂ ਸੋਲੀਸਿਟਰ ਜਨਰਲ ਨੂੰ, ਵੀ ਉਹਨਾਂ ਨੂੰ ਪੁੱਛਿਆ ਜਾਵੇ ਵੀ ਇੱਥੇ ਤੁਹਾਡੀ ਸਮਾਜਿਕ ਦੂਰੀ ਕਿੱਥੇ ਗਈ ਜੀ, ਇੱਥੇ ਤੁਹਾਡਾ ਕਰੋਨਾ ਕਿੱਥੇ ਗਿਆ। ਸੋ ਉਹ ਤਰੀਕੇ ਨਾਲ ਜਦੋਂ ਕਹਿੰਦੇ ਆ ਵੀ ਇਹਨਾਂ ਦਾ ਖਤਰਾ ਬਣ ਗਿਆ ਤਾਂ ਕਰੋਨਾ ਦਾ ਬਹੁਤ ਵੱਡਾ ਬਲਾਸਟ ਹੋ ਸਕਦਾ ਜੀ। ਜਦ ਕਿ ਉਹਨਾਂ ਨੂੰ 26 ਤਰੀਕ ਤੋਂ ਬੈਠੇ ਆ, 24-25 ਦਿਨ ਹੋ ਚੱਲੇ ਆ। ਮੈਨੂੰ ਨਹੀਂ ਲੱਗਦਾ ਉਹਦੇ ਵਿੱਚ ਕੋਈ ਇਹੋ ਜਿਹੀ ਗੱਲ ਦਿਸੀ ਅੱਜ ਤੱਕ। ਆਪਾਂ ਵੀ ਜਾ ਕੇ ਆਏ ਉੱਥੇ, ਫਿਰ ਕੇ ਆਏ ਆ, ਦੁਨੀਆ ਬਹੁਤ ਫਿਰ ਕੇ ਆਉਂਦੀ ਆ, ਜਾਂਦੀ ਆ, ਆਉਂਦੀ ਆ, ਘਰਾਂ 'ਚ ਆਉਂਦੀ ਸਾਰਾ ਕੁਛ। ਪਰ ਉਹਨਾਂ ਦਾ ਜਿਹੜਾ ਤਰਕ ਸੀਗਾ ਬਈ ਇੱਥੋਂ ਜੇ ਕਿਸਾਨ ਕੋਈ ਲਾਗ ਲੈ ਕੇ ਚਲੇ ਗਿਆ ਤਾਂ ਪਿੰਡ ਜਾਊਗਾ, ਪਿੰਡਾਂ 'ਚ ਬੱਚਿਆਂ 'ਚ ਜਾਊਗਾ, ਪਰਿਵਾਰ 'ਚ ਜਾਊਗਾ, ਤਾਂ ਇਹ ਲਾਗ ਬਹੁਤ ਵੱਡੀ ਗਿਣਤੀ 'ਚ ਫੈਲ ਜਾਣਾ ਜੀ। ਪਰ ਇਹੋ ਜਿਹੀ ਕੋਲ ਕੋਈ ਸਥਿਤੀ ਨਜ਼ਰ ਨਹੀਂ ਆਈ। ਇਹ ਵੀ ਗੱਲ ਹੋ ਗਈ ਉਹਨਾਂ ਦੀ। ਫਿਰ ਜਦੋਂ ਅਗਲੀ ਗੱਲ ਉਹ ਕਰਦੇ ਆ ਬਈ ਅਸੀਂ ਇਹਨਾਂ ਨੂੰ ਗੱਲਬਾਤ ਲਈ ਬੁਲਾਉਂਦੇ ਆ, ਇਹਨਾਂ ਦੇ ਹਰ ਸ਼ੰਕੇ ਦੂਰ ਕਰਨ ਲਈ ਤਿਆਰ ਆ। ਪਰ ਚੀਫ ਜਸਟਿਸ ਨੇ ਸਾਫ਼ ਕਹਿ ਦਿੱਤਾ, ਪਹਿਲਾਂ ਵੀ ਕਿਹਾ ਸੀ, ਬਾਅਦ 'ਚ ਵੀ ਕਿਹਾ ਵੀ ਤੁਹਾਡੀ ਗੱਲਬਾਤ ਦਾ ਹੁਣ ਤੱਕ ਤਾਂ ਕੋਈ ਨਤੀਜਾ ਨਿਕਲਿਆ ਨਹੀਂ ਜੀ। ਤੇ ਤੁਸੀਂ ਹੁਣ ਉਹਨੂੰ ਦੁਬਾਰਾ ਬੁਲਾਉਣ ਦੀ ਗੱਲ ਕਰਦੇ ਆ। ਮੈਨੂੰ ਨਹੀਂ ਮੈਦ ਵੀ ਤੁਹਾਡੀ ਅਗਲੀ ਜੇ ਕੋਈ ਗੱਲਬਾਤ ਹੁੰਦੀ ਵੀ ਆ ਤਾਂ ਉਹਦਾ ਕੋਈ ਨਤੀਜਾ ਨਿਕਲੇਗਾ ਜੀ। ਫਿਰ ਉਹਨਾਂ ਨੇ ਕਿਹਾ ਸੀ ਵੀ ਕਮੇਟੀ ਗਠਨ ਕਰਨ ਦਾ ਸੁਝਾਅ ਦਿੱਤਾ ਸੀਗਾ। ਤੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਚੀਫ ਜਸਟਿਸ ਹੋਰਾਂ ਨੇ ਵੀ ਕਿਸਾਨ ਪੱਖੋਂ ਕੋਈ ਆਇਆ, ਤਾਂ ਉਸ ਵੇਲੇ ਕੋਈ ਮੌਜੂਦ ਨਹੀਂ ਸੀ। ਫਿਰ ਉਹਨਾਂ ਨੇ ਸਾਫ਼ ਕਿਹਾ ਵੀ ਅਸੀਂ ਜਿੰਨਾ ਚਿਰ ਦੋਹਾਂ ਧਿਰਾਂ ਨੂੰ ਨਹੀਂ ਸੁਣਦੇ ਉਹਨਾਂ ਚਿਰ ਕੋਈ ਨਿਸ਼ਕਰਸ਼ ਤੇ, ਕੋਈ ਸਿੱਟੇ ਤੇ, ਕੋਈ ਜਿਹੜਾ ਨਤੀਜੇ ਤੇ ਨਹੀਂ ਪਹੁੰਚ ਸਕਦੇ, ਨਾ ਹੀ ਕੋਈ ਆਦੇਸ਼ ਦੇ ਸਕਦੇ ਆ। ਸ਼ਾਹੀਨ ਬਾਗ ਨਾਲ ਜਿਹੜਾ ਤੁਲਨਾ ਕਰਕੇ ਕੀਤੀ ਸੀ ਉਹ ਤਾਂ ਪਹਿਲਾਂ ਸਪਸ਼ਟ ਕਰ ਗਏ ਸੀ ਚੀਫ ਜਸਟਿਸ ਹੋਣੀ ਵੀ ਸ਼ਾਹੀਨ ਬਾਗ ਵਾਲਾ ਮਾਮਲਾ ਹੋਰ ਸੀ, ਇਹ ਮਾਮਲਾ ਕੌਮੀ ਅੰਦੋਲਨ ਬਣਦਾ ਜਾ ਰਿਹਾ ਜੀ, ਕੌਮੀ ਮੁੱਦਾ ਬਣਦਾ ਜਾ ਰਿਹਾ। ਇਹਨੂੰ ਜਿਹੜਾ ਹੱਲ ਕਰਾਉਣਾ ਜਲਦ ਤੋਂ ਜਲਦ ਜ਼ਰੂਰੀ ਬਣ ਗਿਆ ਆ। ਦੂਸਰੀ ਗੱਲ ਇਹ ਆ ਵੀ ਉਹਨਾਂ ਨੂੰ ਇਹ ਵੀ ਦਿਸਿਆ ਵੀ ਇੰਨੀ ਠੰਡ ਦੇ ਵਿੱਚ ਜੇ ਕੋਈ ਆ ਕੇ ਬੈਠਾ ਆ ਤਾਂ ਉਹਨੂੰ ਮਜਬੂਰ ਹੋਇਆ ਜਾਂ ਮਜਬੂਰ ਕੀਤਾ ਗਿਆ ਜਾਂ ਮਜਬੂਰੀ ਬਸ ਆਪਣੇ ਹੱਕਾਂ ਲਈ ਉੱਥੇ ਬੈਠੇ ਆ ਜੀ। ਚੀਫ ਜਸਟਿਸ ਦੀ ਜਿਹੜੀ ਆ 2 ਦਿਨਾਂ ਦੀ ਸੁਣਵਾਈ ਆ, ਉਸ ਤੋਂ ਬਾਅਦ ਵੈਕੇਸ਼ਨ, ਵਿੰਟਰ ਵੈਕੇਸ਼ਨ ਸੀਗੀ ਸਰਦੀਆਂ ਦੀ, ਉਹਦੇ ਵਿੱਚ ਵੀ ਉਹਨਾਂ ਨੇ ਕਿਹਾ ਵੀ ਜਿਹੜੀ ਸੁਣਵਾਈ ਆ ਜਾਂ ਕਿਸਾਨ ਆਪਣੇ ਪੱਖ ਜਿਹੜੇ ਲਿਆ ਕੇ ਆ ਉਹ ਵੈਕੇਸ਼ਨ ਵਾਲਾ ਬੈਂਚ ਬਣਾਤਾ ਗਿਆ, ਉਹਦੇ ਵਿੱਚ ਪੇਸ਼ ਕਰ ਸਕਦੇ ਆ। ਕਮੇਟੀ ਦਾ ਗਠਨ ਆਉਣ ਵਾਲੇ ਸਮੇਂ ਦੇ ਵਿੱਚ ਉਹ ਕਹਿੰਦੇ ਸੀ ਕਰਾਂਗੇ, ਜਿਹਦੇ ਵਿੱਚ ਮਾਹਰ ਲਊਗਾ, ਜੋ ਵੀ ਵਿਚਾਰ ਹੋਊਗਾ ਜੀ। ਇਹਦੇ ਵਿੱਚ ਗੱਲ ਇਹ ਆਉਂਦੀ ਹੈ ਜੇ ਕਿਸਾਨ ਪੁੱਛਦੇ ਆ ਵੀ ਜਦੋਂ ਕਮੇਟੀ ਬਣਾਉਣ ਦਾ ਸਮਾਂ ਸੀ ਉਦੋਂ ਸਰਕਾਰ ਨੇ ਕਿਉਂ ਨਹੀਂ ਬਣਾਇਆ ਜੀ। ਇਸ ਕਾਨੂੰਨ ਨੂੰ ਵਿਚਾਰਨ ਲਈ, ਕੋਖ ਕਰਨ ਲਈ, ਇਹਦੇ ਬਾਰੇ ਚਰਚਾ ਕਰਨ ਲਈ ਉਦੋਂ ਕਮੇਟੀ ਚਾਹੀਦੀ ਸੀ ਸ਼ੁਰੂਆਤ ਵਿੱਚ ਵੀ ਅਸੀਂ ਆਹ ਲਿਆਉਣਾ ਚਾਹੁੰਦੇ ਆ ਵੀ ਤੁਸੀਂ ਦੱਸੋ ਤੁਹਾਡੀ ਕੀ ਵਿਚਾਰ ਹੈ, ਤੁਹਾਡਾ ਕੀ ਰਾਏ ਆ। ਉਦੋਂ ਤਾਂ ਇਹਨਾਂ ਨੇ ਕੋਈ ਬਣਾਈ ਨਹੀਂ। ਹੁਣ ਜਦੋਂ ਇਹ ਗੱਲ ਸੁਪਰੀਮ ਕੋਰਟ ਤੱਕ ਚੱਲ ਗਈ ਆ, ਸੁਪਰੀਮ ਕੋਰਟ ਦਾ ਸੁਝਾਅ ਵੀ ਉਸ ਕਮੇਟੀ ਵੱਲ ਨੂੰ ਆ ਗਿਆ ਤੇ ਫਿਰ ਸਰਕਾਰ ਵੀ ਤਿਆਰ ਹੋ ਗਈ ਜੀ, ਹਾਂ ਜੀ, ਕਿਤੇ ਨਾ ਕਿਤੇ ਉਹਨਾਂ ਨੇ ਵੀ ਹਾਂ ਪੱਖੀ ਹੰਗਾਰਾ ਦਿੱਤਾ ਵੀ ਹਾਂ ਕਮੇਟੀ ਬਣਾ ਦਿੱਤੀ ਜਾਵੇ ਜੀ। ਇੰਨੇ ਲੰਮੇ ਸਮੇਂ ਚੱਲ ਕੇ ਆ ਕੇ ਐਡਾ ਅੰਦੋਲਨ ਐਡੀ ਦੂਰ ਤੱਕ ਭੱਖ ਗਿਆ, ਸਿਖਰ ਤੇ ਪਹੁੰਚ ਗਿਆ। ਹੁਣ ਇੰਨੀਆਂ ਜਾਨਾਂ ਚੱਲ ਗਈਆਂ ਇਸ ਅੰਦੋਲਨ ਦੇ ਵਿੱਚ ਤੇ ਹੁਣ ਜਦੋਂ ਉਸ ਗੱਲ ਦੇ ਵਿੱਚ ਸ਼ੁਰੂਆਤ ਇੱਕ ਕਿਸਮ ਦਾ ਕਹਿੰਦੇ ਨੇ ਸਿਖਰ ਤੇ ਪਹੁੰਚ ਕੇ ਫਿਰ ਥੱਲੇ ਆ ਗਏ ਜੀ। ਤੇ ਹੁਣ ਸਰਕਾਰ ਉਹ ਥੱਲੇ ਆਉਣ ਵਾਲੀ ਗੱਲ ਕਰ ਰਹੀ ਆ ਵੀ ਠੀਕ ਆ, ਜੇ ਸੁਪਰੀਮ ਕੋਰਟ ਚਾਹੁੰਦੀ ਤਾਂ ਕਮੇਟੀ ਬਣਾਉਣ ਨੂੰ ਤਿਆਰ ਆ। ਪਰ ਉਹਦੇ ਜਿਹੜਾ ਪੱਖ ਆ ਉਹ ਕਿਸਾਨ ਰੱਖਣਗੇ ਤਾਂ ਹੀ ਆ। ਕਿਸਾਨਾਂ ਦਾ ਕਹਿਣਾ ਸੀਗਾ ਵੀ ਅਸੀਂ ਇਹਦੇ ਬਾਰੇ ਹਜੇ ਕੋਈ ਟਿੱਪਣੀ ਨਹੀਂ ਕਰਨੀ, ਅਸੀਂ ਕਾਨੂੰਨੀ ਮਾਹਰਾਂ ਨਾਲ, ਸਾਡੇ ਜਿਹੜੇ ਵਕੀਲ ਆ ਉਹਨਾਂ ਨਾਲ ਸਲਾਹ ਮਸ਼ਵਰਾ ਕਰਕੇ ਫਿਰ ਹੀ ਅਸੀਂ ਆਪਣੀ ਕੋਈ ਰਾਏ ਦੇਵਾਂਗੇ। ਤੇ ਉਹ ਕਾਨੂੰਨੀ ਉਹਨਾਂ ਦਾ ਜਿਹੜਾ ਸਲਾਹ ਮਸ਼ਵਰਾ ਚੱਲ ਰਿਹਾ ਆ
ਹੋ ਸਕਦਾ ਉਹ ਜਦੋਂ ਵੇਕੇਸ਼ਨ ਦਾ ਬੈਂਚ ਜੁੜੂਗਾ ਸੋਮਵਾਰ ਤੋਂ, ਉਸ ਦੇ ਵਿੱਚ ਕੋਈ ਨਾ ਕੋਈ ਆਪਣਾ ਪੱਖ ਰੱਖਣਗੇ। ਉਹਨਾਂ ਦੇ ਕੋਲ ਵੀ ਵਕੀਲ ਬੜੇ ਤਗੜੇ ਤਗੜੇ ਲਏ ਆ ਉਹਨਾਂ ਨੇ, ਜਿਹੜੇ ਇਸ ਪੱਖੀ ਵੀ ਆ। ਪਰ ਜਿਹੜੀ ਮਾਹਰਾਂ ਦੀ ਗੱਲ ਕੀਤੀ ਆ ਸੁਪਰੀਮ ਕੋਰਟ ਨੇ, ਜੇ ਇਸ ਤਰੀਕੇ ਨਾਲ ਸੁਪਰੀਮ ਕੋਰਟ ਦਾ ਦਖਲ ਕਾਮਯਾਬ ਹੋ ਗਿਆ ਤੇ ਇਹਦੇ ਨਾਲ ਦੀ ਰੀਸ ਕੋਈ ਨਹੀਂ ਜੀ, ਕਿਉਂਕਿ ਸਰਕਾਰ ਦੇ ਵਿੱਚ ਜਿਹੜਾ ਵਿਸ਼ਵਾਸ ਉਹ ਕਿਸਾਨਾਂ ਨੂੰ, ਆਮ ਲੋਕਾਂ ਦੇ ਵਿੱਚ ਬਹੁਤ ਘਟਦਾ ਜਾ ਰਿਹਾ। ਤੇ ਜੇ ਹੁਣ ਕਿਸੇ ਅਦਾਲਤ ਰਾਹੀਂ ਵਿਸ਼ਵਾਸ ਬਣਦਾ ਆ ਤਾਂ ਫਿਰ ਚੰਗੀ ਗੱਲ ਆ, ਇਹਦਾ ਸੁਖਾਵਾਂ ਹੱਲ ਨਿਕਲਣ ਦੀ ਉਮੀਦ ਆਪਾਂ ਕਹਿ ਸਕਦੇ ਹਾਂ। ਸ਼ੇਰਗਿੱਲ ਸਾਹਿਬ, ਇਸ ਤੋਂ ਇਲਾਵਾ ਸੁਪਰੀਮ ਕੋਰਟ ਨੇ ਸਰਕਾਰ ਨੂੰ ਇਹਨਾਂ ਕਾਨੂੰਨਾਂ ਨੂੰ ਟਾਲਣ ਲਈ ਵੀ ਕੁਝ ਕਿਹਾ, ਮੇਰਾ ਖਿਆਲ ਹੈ। ਜੀ ਬਿਲਕੁਲ, ਜਦੋਂ ਉਹਨਾਂ ਨੂੰ ਇਹ ਪੁੱਛਿਆ ਗਿਆ ਵੀ ਤੁਸ਼ਾਰ ਮਹਿਤਾ ਹੋਣੀ ਤੇ ਨਾਲ ਸੋਲੀਸਿਟਰ ਜਨਰਲ ਵੈਨੂਗੋਪਾਲ ਹੋਣੀ ਵੀ ਸੀਗੇ, ਜਦੋਂ ਉਹਨਾਂ ਨੂੰ ਕਿਹਾ ਵੀ ਗੱਲਬਾਤ ਦਾ ਦੌਰ ਜਾਰੀ ਰੱਖਣਾ ਚਾਹੀਦਾ, ਤਾਂ ਸੁਪਰੀਮ ਕੋਰਟ ਨੇ ਵੀ ਇਸ ਗੱਲ ਨੂੰ ਮੰਨਿਆ ਔਰ ਕਿਸਾਨਾਂ ਨੂੰ ਇਹ ਕਿਹਾ ਵੀ ਪਏ ਧਰਨੇ ਤੇ ਬੈਠੇ ਰਹਿਣ ਦਾ ਕੋਈ ਹੱਲ ਨਹੀਂ ਹੈਗਾ ਜੀ। ਕਿੰਨੇ ਦੇਰ ਤੱਕ ਬੈਠੇ ਰਹੋਗੇ? ਸਾਲ 2 ਸਾਲ, ਫਿਰ ਅਕਸਰ ਨੂੰ ਗੱਲਬਾਤ ਰਾਹੀਂ ਹੱਲ ਹੁੰਦਾ। ਉਹਨਾਂ ਦਾ ਵੀ ਇਹ ਸੀ ਵੀ ਸੰਵਾਦ ਚੱਲਣਾ ਚਾਹੀਦਾ, ਗੱਲਬਾਤ ਰਾਹੀਂ ਹੀ ਕੋਈ ਹੱਲ ਹੋ ਸਕਦਾ। ਬਿਲਕੁਲ। ਫਿਰ ਨਾਲ ਉਹਨਾਂ ਨੇ ਸਰਕਾਰ ਨੂੰ, ਸੋਲੀਸਿਟਰ ਜਨਰਲ ਨੂੰ ਪੁੱਛਿਆ ਵੀ ਜਦ ਤੱਕ ਗੱਲਬਾਤ ਹੁੰਦੀ ਆ ਤੁਸੀਂ ਇਹਨਾਂ ਕਾਨੂੰਨਾਂ ਦੇ ਅਮਲ ਨੂੰ ਰੋਕ ਸਕਦੇ ਆ ਜੀ। ਇਹ ਬਹੁਤ ਵੱਡੀ ਗੱਲ ਹੈ ਆਪਣੇ ਆਪ 'ਚ, ਕਿਉਂਕਿ ਹੁਣ ਤੱਕ ਦੇ ਜਿਹੜੇ ਆਪਾਂ ਘਟਨਾਕ੍ਰਮ 'ਚ ਦੇਖੀਏ ਨਾ, ਇਹ ਰੋਕ ਲਾਉਣ ਵਾਲੀ ਗੱਲ ਪਹਿਲੀ ਵਾਰੀ ਆਈ ਹੈ। ਮੇਰੇ ਖਿਆਲ 'ਚ ਸਭ ਤੋਂ ਵਧੀਆ ਗੱਲ ਇਹ ਆ ਕਿ ਕੋਈ ਕਿਸਾਨ ਵੀ ਇਹ ਕਹਿੰਦੇ ਸੀ ਕਿ ਪਹਿਲਾਂ ਕਮੇਟੀ ਬਣਾਓ ਜੀ, ਲਾਗੂ ਬਾਅਦ 'ਚ ਕਰਿਓ। ਬਿਲਕੁਲ ਬਿਲਕੁਲ, ਪਹਿਲਾਂ ਗੱਲਬਾਤ ਕਰੋ, ਜੇ ਸਹੀ ਹੋਊਗੇ ਤਾਂ ਫਿਰ ਲਾਗੂ ਕਰਿਓ। ਨਹੀਂ, ਇਹਨਾਂ ਨੇ ਹੁਣ ਕਾਹਲ ਕਰਤੀ ਨਾ, ਕਰੋਨਾ ਦੇ ਵਿੱਚ ਹੀ ਸਾਰਾ ਕੁਝ ਕਰਕੇ ਬਣੂ ਕੇ ਕਾਨੂੰਨ ਪਾਸ ਕਰਾ ਕੇ ਰਾਸ਼ਟਰਪਤੀ ਦੀ ਮੋਹਰ ਲਵਾ ਕੇ ਨੋਟੀਫਿਕੇਸ਼ਨ ਜਾਰੀ ਕਰਕੇ ਲਾਗੂ ਵੀ ਕਰਤਾ ਜੀ। ਉਸੇ ਤਾਂ ਸੰਦਰਭ ਨੂੰ ਦੇਖੀਏ ਤਾਂ ਇਹ ਬਹੁਤ ਵੱਡਾ ਇੱਕ ਟਿੱਪਣੀ ਆ ਚੀਫ ਜਸਟਿਸ ਦੀ, ਵੀ ਤੁਸੀਂ ਇਹਨੂੰ ਉਦੋਂ ਤੱਕ ਰੋਕ ਸਕਦੇ ਇਹਦੇ ਅਮਲ ਤੇ। ਫਿਰ ਸੋਲਿਸਿਟਰ ਜਨਰਲ ਸਾਹਿਬ ਨੇ ਕੀ ਜਵਾਬ ਦਿੱਤਾ? ਉਹ ਕਹਿੰਦੇ ਜੀ ਵੀ ਉਹ ਦੇਖੋ, ਸਰਕਾਰ ਦੇ ਨੁਮਾਇੰਦੇ ਆ ਨਾ ਜੀ, ਜੋ ਸਰਕਾਰ ਕਹੂਗੀ ਉਹੀ ਆ। ਉਹ ਕਹਿੰਦੇ ਜੀ ਸਰਕਾਰ ਤੋਂ ਅਸੀਂ ਆਦੇਸ਼ ਲਵਾਂਗੇ ਜੀ, ਉਹ ਕੀ ਚਾਹੁੰਦੀ ਆ, ਕੀ ਇਹਦੇ ਤੇ ਹੋ ਸਕਦਾ, ਕੀ ਨਹੀਂ ਹੋ ਸਕਦਾ, ਇਹ ਸਾਨੂੰ ਅਗਲੇ ਵਾਰ 'ਚ ਦੱਸਾਂਗੇ ਜਦੋਂ ਸੁਣਵਾਈ ਹੋਊਗੀ ਜੀ। ਇਹ ਟਿੱਪਣੀ ਜਿਹੜੀ ਆ ਨਾ ਬਹੁਤ ਮਾਇਨੇ ਰੱਖਦੀ ਆ, ਵੀ ਜਦੋਂ ਤੁਹਾਡੇ ਨਾਲ ਗੱਲ ਕਰਕੇ ਰਾਜੀ ਨਹੀਂ ਕਿਸਾਨ, ਉਹ ਕਹਿੰਦੇ ਪਹਿਲਾਂ ਕਾਨੂੰਨ ਵਾਪਸ ਲਓ ਫੇਰ ਹੀ ਗੱਲ ਕਰਾਂਗੇ, ਤੇ ਤੁਸੀਂ ਕਹਿ ਰਹੇ ਸੀ ਗੱਲਬਾਤ ਨੂੰ ਜ਼ੋਰ ਦੇ ਰਹੇ ਆ, ਤਾਂ ਗੱਲਬਾਤ ਟੇਬਲ ਤੇ ਆਉਣਾ ਹੀ ਨਹੀਂ ਉਹਨਾਂ ਨੇ ਜੀ। ਤਾਂ ਇਹ ਚੰਗਾ ਨਹੀਂ ਹੋਊਗਾ ਵੀ ਤੁਸੀਂ ਉਹਦੇ ਅਮਲ ਤੇ ਰੋਕ ਲਾ ਦਿਓ ਪਹਿਲਾਂ ਜੀ, ਫਿਰ ਆਪੇ ਗੱਲਬਾਤ ਤੁਰੂਗੀ, ਟੇਬਲ ਟਾਕ ਹੋਊਗੀ। ਜਿਹੜੀ ਗੱਲ ਹੋਊਗੀ ਤੁਸੀਂ ਉਹਦੇ ਤੇ ਜੇ ਸੋਧ ਕਰਨੀ ਹੋਈ ਜਾਂ ਕੁਝ ਹੋਰ ਵੀ ਕੋਈ ਵੀ ਚੀਜ਼ ਕਰਨੀ ਹੋਈ, ਉਸ ਤੋਂ ਬਾਅਦ ਹੀ ਗੱਲ ਚੱਲੂਗੀ ਨਾ। ਤੇ ਇਹ ਟਿੱਪਣੀ ਬਹੁਤ ਵੱਡੀ ਮਾਇਨੇ ਰੱਖਦੀ ਆ। ਥੋੜੀ ਜਿਹੀ ਮੈਂ ਸਿੰਘੂ ਬਾਰਡਰ ਬਾਰੇ, ਕਿਸਾਨਾਂ ਦੇ ਅੰਦੋਲਨ ਬਾਰੇ ਵੀ ਗੱਲ ਕਰ ਦਵਾਂ ਜੀ। ਤੇ ਅੱਜ ਦੇ ਹਾਲਾਤ ਮੁਤਾਬਕ ਜੋ ਮੈਂ ਪੜ੍ਹਿਆ ਮੀਡੀਆ ਦੇ ਵਿੱਚ, ਉੱਥੇ ਇਹ ਆਪੇ ਹਰੇਕ ਬੰਦਾ ਇਸ ਵੇਲੇ ਸਿੰਘੂ ਬਾਰਡਰ ਤੇ ਜਾਣ ਨੂੰ ਕਾਹਲਾ ਆ। ਬਿਲਕੁਲ ਜੀ, ਠੀਕ ਹੈ, ਸਰਕਾਰ ਦਾ ਜ਼ੋਰ ਲੱਗਾ ਹੋਇਆ ਸੀ, ਪਟੀਸ਼ਨ ਪਾਈ ਸੁਪਰੀਮ ਕੋਰਟ 'ਚ ਬਈ ਇਸ ਧਰਨੇ ਨੂੰ ਚੁੱਕ ਦਿੱਤਾ ਜਾਵੇ, ਬਈ ਇਹਦੇ ਨਾਲ ਸ਼ਹਿਰੀਆਂ ਨੂੰ ਬਹੁਤ ਮੁਸ਼ਕਲਾਂ ਪੇਸ਼ ਆ ਰਹੀਆਂ। ਆਪਾਂ ਪਿਛਲੀ ਵਾਰੀ ਵੀ ਕਿਹਾ ਵੀ ਸ਼ਹਿਰੀਆਂ ਨੇ ਤਾਂ ਕਦੇ ਕੋਈ ਇਤਰਾਜ਼ ਹੀ ਨਹੀਂ ਜਤਾਇਆ, ਉਹ ਤਾਂ ਵਿਚਾਰੇ ਆ ਕੇ ਆਪ ਦੇਖਦੇ ਆ ਵੀ ਸਾਡੇ ਤੋਂ ਘਰ ਬੈਠਿਆਂ ਬਿਨਾਂ ਹੀਟਰ ਤੋਂ, ਬਿਨਾਂ ਬਲੋਅਰ ਤੋਂ ਰਹਿ ਨਹੀਂ ਹੁੰਦਾ। ਇਹ ਸੜਕਾਂ ਦੇ ਉੱਤੇ ਹੀ ਖੁੱਲ੍ਹੇ ਅਸਮਾਨ ਹੇਠ ਕਿਵੇਂ ਰਹਿ ਰਹੇ ਆ, ਉਹ ਵੀ ਬਜ਼ੁਰਗ ਅਵਸਥਾ 'ਚ। ਮੈਂ ਤਾਂ ਕਈ ਇਹੋ ਜਿਹੀਆਂ ਤਸਵੀਰਾਂ ਦੇਖੀਆਂ ਜਿੱਥੇ ਬਹੁਤ ਹੀ ਛੋਟੇ ਬੱਚੇ, ਦੁੱਧ ਪੀਂਦੇ ਬੱਚੇ ਜਿਹੜੇ ਆ, ਉਹ ਮਾਵਾਂ ਆਪਣੀਆਂ ਗੋਦੀਆਂ 'ਚ ਲੈ ਕੇ ਉੱਥੇ ਬੈਠੀਆਂ ਆ। ਧੰਨ ਜਿਗਰਾ ਉਹਨਾਂ ਦਾ ਜੀ, ਸਲੂਟ ਬਣਦਾ ਉਹਨਾਂ ਨੂੰ। ਸਿੰਘੂ ਬਾਰਡਰ ਦੀ ਗੱਲ ਕਰਦਾ ਸੀ ਮੈਂ, ਤੇ ਉੱਥੇ ਹੁਣ ਪੰਜਾਬ ਦੇ ਹਰ ਪਿੰਡ 'ਚੋਂ, ਹਰ ਸ਼ਹਿਰ 'ਚੋਂ, ਹਰ ਜ਼ਿਲ੍ਹੇ 'ਚੋਂ ਹਰੇਕ ਬੰਦਾ ਪਰਿਵਾਰ ਦੇ ਵਿੱਚੋਂ ਕਾਹਲਾ ਆ। ਬਿਲਕੁਲ ਜੀ, ਵੀ ਮੈਂ ਕਿਸੇ ਨਾ ਕਿਸੇ ਤਰੀਕਾ ਜਾਵਾਂ। ਇਹਦੇ ਨਾਲ ਆਪਾਂ ਥੋੜ੍ਹੀ ਜਿਹੀ ਮੈਂ ਐਡਵਾਈਸ ਵੀ ਦੇਣਾ ਚਾਹੁੰਦਾ ਕਿ ਆਹ ਦਿਨਾਂ ਦੇ ਵਿੱਚ ਬਹੁਤ ਐਸੀਆਂ ਘਟਨਾਵਾਂ ਹੋਈਆਂ ਜਿਹਦੇ ਵਿੱਚ, ਠੀਕ ਹੈ, ਜਿਹੜੀ ਕੁਦਰਤੀ ਮੌਤ, ਕਿਸੇ ਦੇ ਦਿਲ ਦਾ ਦੌਰਾ ਪੈ ਗਿਆ ਜਾਂ ਕਿਸੇ ਠੰਡ ਕਰਕੇ ਡੈਥ ਹੋਈ ਆ, ਉਹ ਵੀ ਆਪਣੇ ਆਪ 'ਚ ਇੱਕ ਬਹੁਤ ਵੱਡੀ ਤਰਾਸਦੀ ਆ। ਤੇ ਜਿਹੜੇ ਸੜਕ ਹਾਦਸਿਆਂ 'ਚ ਮਰਦੇ ਆ ਨਾ ਜਾਂ ਡੈਥ ਹੁੰਦੀ ਆ, ਉਹਦਾ ਬੜਾ ਦੁੱਖ ਲੱਗਦਾ। ਸੋ ਇਹਦੇ ਲਈ ਧੁੰਦਾਂ ਦਾ ਸਮਾਂ ਆ ਬਹੁਤ ਹੁਣ ਜੀ, ਠੰਡ ਦੇ ਨਾਲ ਧੁੰਦ ਬਹੁਤ ਪੈ ਰਹੀ ਆ। ਜਾਣਾ ਠੀਕ ਹੈ, ਹਰੇਕ ਦਾ ਜਜ਼ਬਾ ਬਣਦਾ, ਹਰੇਕ ਦਾ ਜਨੂਨ ਹੈ ਉੱਥੇ ਪਹੁੰਚਣ ਦਾ, ਪਰ ਥੋੜ੍ਹਾ ਜਿਹਾ ਆਪਣੇ ਆਪ ਨੂੰ ਸੰਭਲ ਕੇ ਵਧੀਆ ਤਰੀਕੇ ਨਾਲ ਡਰਾਈਵਿੰਗ ਕਰਕੇ, ਕਾਹਲਬਾਜ਼ੀ ਨਾ ਕਰਕੇ ਚਲਾਇਆ ਜਾਵੇ ਤਾਂ ਆਪਾਂ ਉਸ ਮਕਸਦ ਲਈ ਜਿਹਦੇ ਲਈ ਜਾਣਾ ਉਹ 'ਚ ਵੀ ਪਹੁੰਚ ਹੋ ਜਾਊਗਾ, ਨੁਕਸਾਨ ਵੀ ਕੋਈ ਨਹੀਂ ਹੋਊਗਾ। ਤੇ ਸਾਡੇ ਜਿਹੜੇ ਉੱਥੇ ਜਿਹਦੇ 'ਚ ਆਪਾਂ ਮੁੜ ਕੇ ਜਿੱਤ ਦਾ ਜਸ਼ਨ ਵੀ ਮਨਾਉਣਾ, ਤੇ ਉਹਦੇ ਲਈ ਵੀ ਆਪਾਂ ਕਾਮਯਾਬ ਹੋ ਸਕਾਂਗੇ। ਸੋ ਇਹ ਮੈਂ ਥੋੜ੍ਹੀ ਜਿਹੀ ਐਡਵਾਈਸ ਦੇਣੀ ਚਾਹੁੰਦਾ ਸੀ ਕਿ ਭਾਈ ਇਸ ਮਾਹੌਲ ਦੇ ਵਿੱਚ, ਇਸ ਮੌਸਮ ਦੇ ਵਿੱਚ ਬਹੁਤ ਹੀ ਸੰਭਲ ਕੇ ਚੱਲਣਾ ਚਾਹੀਦਾ। ਗੱਲ ਕਰ ਰਿਹਾ ਸੀਗਾ ਵੀ ਹਰੇਕ ਪਰਿਵਾਰ 'ਚੋਂ ਹਰੇਕ ਬੰਦਾ ਜਾਣ ਨੂੰ ਕਾਹਲਾ ਆ। ਜੇ ਪਿਓ ਚਲੇ ਗਿਆ ਤਾਂ ਪੁੱਤ ਪਿੱਛੋਂ ਫੋਨ ਕਰ ਰਿਹਾ ਵੀ ਪਾਪਾ ਆ ਜਾ, ਹੁਣ ਤੁਹਾਡੀ ਵਾਰੀ ਨਹੀਂ ਮੇਰੀ ਵਾਰੀ ਹੈ ਨਾ। ਜੇ ਪਿਓ ਗਿਆ ਹੋਇਆ, ਪੁੱਤ ਗਿਆ ਹੋਇਆ, ਮਾਂ ਇਕੱਲੀ ਆ ਘਰ, ਉਹਨੂੰ ਨੀਂਦ ਨਹੀਂ ਆ ਰਹੀ, ਤੇ ਉਹ ਫਿਰ ਮੁੜ ਕੇ ਉਹਨਾਂ ਨੂੰ ਉਡੀਕਦੀ ਆ ਵੀ ਉਹ ਕਦੋਂ ਆਉਣ ਤੇ ਮੈਂ ਵੀ ਧਰਨੇ 'ਚ ਪਹੁੰਚਾਂ ਜੀ। ਇੱਕ ਤਾਂ ਮੈਂ ਹੋਰ ਵੀ ਪੜ੍ਹਿਆ ਵੀ 26 ਨਵੰਬਰ ਨੂੰ ਪਹਿਲੇ ਦਿਨ ਹੀ ਪੁੱਤ ਚਲੇ ਗਿਆ ਸੀਗਾ, ਰਾਤ ਸਾਰੀ ਮਾਂ ਸੁੱਤੀ ਨਹੀਂ, ਸਵੇਰੇ ਉਹਨੇ ਵੀ ਡੱਗੀ ਦੋਰਾ ਚੁੱਕਿਆ,
ਪਹੁੰਚ ਗਈ ਜੀ ਸਿੰਘੂ ਬਾਰਡਰ ਤੇ। ਇਹੋ ਜਿਹਾ ਜਜ਼ਬਾ ਜਿਹੜਾ ਨਾ ਪੰਜਾਬੀਅਤ ਦਾ, ਇਹ ਮੈਨੂੰ ਲੱਗਦਾ ਨਹੀਂ ਵੀ ਆਪਾਂ ਕਦੇ ਵੀ ਦੇਖਣ ਨੂੰ ਮਿਲਿਆ ਹੋਵੇ। ਬਿਲਕੁਲ ਸ਼ੇਰਗਿੱਲ ਸਾਹਿਬ, ਪਹਿਲਾਂ ਆਪਾਂ ਸੁਪਰੀਮ ਕੋਰਟ ਦੀ ਗੱਲ ਕੀਤੀ, ਫਿਰ ਤੁਸੀਂ ਦੱਸਿਆ ਕਿ ਲੋਕਾਂ ਦਾ ਜਿਹੜਾ ਜਜ਼ਬਾ ਆ, ਉਹ ਜਿਹੜਾ ਜਨੂਨ ਆ ਉੱਥੇ ਪਹੁੰਚਣ ਦਾ ਤੇ ਆਪਣੇ ਲੋਕਾਂ ਦੇ ਨਾਲ ਸਾਥ ਦੇਣ ਦਾ, ਉਹ ਬਹੁਤ ਬਾਕਮਾਲ ਆ ਤੇ ਲੋਕ ਠੰਡ ਦੀ ਪਰਵਾਹ ਨਹੀਂ ਕਰਦੇ। ਜਦ ਦੱਸਿਆ ਕਿ ਬਜ਼ੁਰਗ ਕਹਿੰਦੇ ਆ ਵੀ ਪਾਲਾ ਤੇ ਅਸੀਂ ਪਾਲਿਆ ਹੋਇਆ, ਇਹ ਸਾਨੂੰ ਕੁਝ ਨਹੀਂ ਕਹਿੰਦਾ। ਬਿਲਕੁਲ ਜੀ। ਉਹਦੇ ਨਾਲ ਨਾਲ ਕੱਲ ਇਹ ਵੀ ਦੇਖਣ ਨੂੰ ਮਿਲਿਆ ਕਿ ਕਿਸਾਨ ਜਥੇਬੰਦੀਆਂ ਨੇ ਆਪਣੀ ਇੱਕ ਡਿਜੀਟਲ ਐਪ ਵੀ ਲਾਂਚ ਕੀਤੀ ਉਹਦੇ ਲਈ। ਬਿਲਕੁਲ ਜੀ ਬਿਲਕੁਲ, ਉਹ ਇਹਨਾਂ ਨੂੰ ਕਾਊਂਟਰ ਕਰਨ ਲਈ ਜੀ, ਕਿਉਂਕਿ ਬਦਨਾਮੀ ਬਹੁਤ ਫੈਲਾ ਰਹੇ ਆ ਜੀ। ਦੇਖੋ ਜਿੱਦਾਂ ਦਾ ਕੋਈ ਬੰਦਾ ਹੋਵੇ ਨਾ, ਉਹਨੂੰ ਉਦਾਂ ਦਾ ਕਾਊਂਟਰ ਕੀਤਾ ਜਾਣਾ ਚਾਹੀਦਾ ਆ। ਬਿਲਕੁਲ, ਇਹਨਾਂ ਨੇ ਐਪ ਵੀ ਤਾਂ ਹੀ ਲਾਂਚ ਕੀਤੀ ਆ ਵੀ ਜਿਹੜਾ ਵੀ ਕੋਈ ਉੱਥੇ ਭੰਡੀ ਪ੍ਰਚਾਰ ਕਰੂਗਾ ਨਾ, ਜੀ, ਉਹਦੀ ਹੀ ਜ਼ੁਬਾਨ ਦੇ ਵਿੱਚ, ਉਹਦੀ ਹੀ ਭਾਸ਼ਾ 'ਚ ਉਹਨੂੰ ਜਵਾਬ ਦੇਣ ਲਈ ਇਹ ਬਹੁਤ ਵਧੀਆ ਉਪਰਾਲਾ ਕੀਤਾ ਆ। ਪਹਿਲਾਂ ਹੀ ਚਲਾਇਆ ਹੋਇਆ ਸੀ, ਇੱਕ IT ਸਟੂਡੈਂਟ ਆ ਭਵਜੀਤ ਸਿੰਘ ਲੁਧਿਆਣੇ ਦਾ, ਆਸਟ੍ਰੇਲੀਆ ਤੋਂ ਆਇਆ। ਉਹਨਾਂ ਨੇ ਟਵਿੱਟਰ ਤੇ ਪਹਿਲਾਂ ਤਾਂ ਉਹਨੇ ਟਵਿੱਟਰ ਤੋਂ ਟਰਾਲੀ ਤੋਂ ਟਵਿੱਟਰ ਕੀਤਾ ਸੀਗਾ ਜੀ। ਹੁਣ ਜਿਹੜਾ ਨਵਾਂ ਐਪ ਸ਼ੁਰੂ ਕੀਤਾ ਕਿਸਾਨ ਮੋਰਚਾ ਏਕਤਾ ਕਰਕੇ @ ਕਰਕੇ, ਉਹ ਵੀ ਬਲਜੀਤ ਸਿੰਘ ਆ ਮੁੰਡਾ ਜਿਹੜਾ ਪੰਜਾਬ ਦਾ ਪੜ੍ਹਿਆ ਲਿਖਿਆ ਇੰਜੀਨੀਅਰ ਆ, ਉਹਨਾਂ ਨੇ ਰਲ ਕੇ ਸਾਰਿਆਂ ਨੇ ਬਣਾਇਆ ਵੀ ਸਾਡੇ ਦੇ ਖਿਲਾਫ ਜੋ ਵੀ ਇਹ ਪ੍ਰਚਾਰ ਹੋ ਰਿਹਾ, ਇਹਨੂੰ ਕਿਉਂ ਨਾ ਆਪਾਂ ਸੋਸ਼ਲ ਮੀਡੀਆ ਰਾਹੀਂ ਹੀ ਟਾਕਰਾ ਕੀਤਾ ਜਾਵੇ। ਕਿੰਨਾ ਕੁ ਬੋਲਾਂਗੇ, ਜਿਹੜਾ ਬੋਲਣ ਵਾਲਾ ਟ੍ਰੈਂਡ ਤਾਂ ਅੱਜ ਕੱਲ੍ਹ ਹੈ ਨਹੀਂ। ਜੇ ਆਪਾਂ ਦੇਖੀਏ ਵੀ ਜੇ ਟਵਿੱਟੀ ਹੋ ਰਿਹਾ ਹਰੇਕ ਥਾਂ ਤੇ, ਹਨਾ, ਜੇ ਕੋਈ ਟਵਿੱਟਰ ਕਰ ਰਿਹਾ ਉਹਦਾ ਜਵਾਬ ਦੇ ਰਿਹਾ, ਚਾਹੇ ਕੰਗਣਾ ਆ ਜਾਂਦੀ ਵਿੱਚ ਤੇ ਜੋ ਉਹਨੂੰ ਮੋੜਵਾ ਜਵਾਬ ਸਾਡੇ ਭਾਈ ਸਾਹਿਬ ਦਲਜੀਤ ਹੋਣੀ ਦੇ ਦਿੰਦੇ, ਹੋਰ ਪੰਜਾਬੀ ਭਾਈਚਾਰਾ ਚੰਗਾ ਉਹਨੂੰ ਦੇ ਰਿਹਾ ਜਵਾਬ। ਸੋ ਇਹ ਜਿਹੜੀ ਲੜਾਈ ਹੁਣ ਸੋਸ਼ਲ ਮੀਡੀਆ ਵਾਲੀ ਲੜਾਈ ਆ, ਉਹਦੇ ਲਈ ਜਿਹੜਾ ਕਿਸਾਨਾਂ ਨੇ, ਸਾਡੇ ਨੌਜਵਾਨਾਂ ਨੇ ਆਪਣੇ ਆਪ ਨੂੰ ਤਿਆਰ ਕੀਤਾ, ਇਹ ਬਹੁਤ ਵਧੀਆ ਉਪਰਾਲਾ ਜੀ। ਮਤਲਬ ਸਾਰਾ ਹੀ ਪੰਜਾਬ ਇੱਕਮੁੱਠ ਹੋ ਕੇ ਹਰ ਤਰੀਕੇ ਨਾਲ ਇਸ ਲੜਾਈ ਨੂੰ, ਇਸ ਸੰਘਰਸ਼ ਨੂੰ ਲੜਨ ਲਈ, ਇਹਦੇ ਨਾਲ ਟੱਕਰਾ ਕਰਨ ਲਈ ਤਿਆਰ ਕਰ ਰਿਹਾ। ਚਾਹੇ ਉੱਥੇ ਅਸੀਂ ਇੱਕ ਐਪ ਲਾਂਚ ਕੀਤੀ ਆ, ਚਾਹੇ ਅਸੀਂ ਬੀਤੇ ਦਿਨ ਯਾਦ ਗੱਲ ਕੀਤੀ ਸੀ ਉਹਦੀ ਕਿ ਉੱਥੇ ਇੱਕ ਅਖਬਾਰ ਲਾਂਚ ਹੋਈ ਆ, ਟਰਾਲੀ ਟਾਈਮਜ਼ ਉਹਦਾ ਨਾਮ ਰੱਖਿਆ। ਸ਼ੇਰਗਿੱਲ ਸਾਹਿਬ, ਇਹੋ ਜਿਹੀਆਂ ਗੱਲਾਂ ਬਾਅਦ ਵਿੱਚ ਇਤਿਹਾਸ ਦੇ ਦਸਤਾਵੇਜ਼ ਬਣਨੇ ਨੇ ਕਿ ਅਸੀਂ ਉੱਥੇ 2 ਮਹੀਨੇ ਰਹੇ ਸੀ ਜਾਂ 3 ਮਹੀਨੇ ਰਹੇ ਸੀ, ਉੱਥੇ ਇਹ ਕੁਝ ਹੋਇਆ ਸੀ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਾਡੇ ਲਿਖੀ ਜਾਊਗੀ ਜੀ, ਬਿਲਕੁਲ ਉਹ ਇਤਿਹਾਸ ਦਾ ਹਿੱਸਾ ਰਹੇਗਾ। ਬਹੁਤ ਸੁਹਰਦ ਲੋਕ ਨੇ ਜਿਨ੍ਹਾਂ ਨੇ ਉੱਥੇ ਅਖਬਾਰ ਲਾਂਚ ਕੀਤੀ ਆ, ਤੇ ਉਹ ਸਿਰਫ ਪੰਜਾਬੀ ਦੀ ਨਹੀਂ ਹੈਗੀ, ਉਹਦੇ 'ਚ ਹਿੰਦੀ ਵੀ ਲਿਖੀ ਹੋਈ ਹੈ ਤੇ ਉਹ ਵੰਡੀ ਜਾ ਰਹੀ ਹੈ ਤਾਂ ਕਿ ਲੋਕ ਉਹਨੂੰ ਪੜ੍ਹ ਕੇ ਤੇ ਸਾਡੀ ਜਿਹੜੀਆਂ ਭਾਵਨਾਵਾਂ ਆ ਉਹਨਾਂ ਨੂੰ ਸਮਝ ਸਕਣ ਤੇ ਸਾਡੇ ਜਿਹੜੇ ਸੰਘਰਸ਼ ਦਾ ਜਿਹੜਾ ਮੁੱਦਾ ਆ ਉਹਨੂੰ ਸਮਝਿਆ ਜਾਵੇ। ਬਿਲਕੁਲ ਜੀ, ਕਿਉਂਕਿ ਸਿਰਫ ਉਹੀ ਨਹੀਂ ਹੈਗਾ ਜੋ ਨੈਸ਼ਨਲ ਮੀਡੀਆ ਦੱਸਦਾ, ਆਪਣਾ ਵੀ ਇੱਕ ਮੀਡੀਆ ਆ। ਬਿਲਕੁਲ ਜੀ, ਬਿਲਕੁਲ। ਇਸ ਵਿਚਾਰ ਦਾ ਸਿਲਸਿਲਾ ਜਾਰੀ ਰਹੇਗਾ ਜੀ ਇੱਕ ਬ੍ਰੇਕ ਤੋਂ ਬਾਅਦ। ਸਵਾਗਤ ਹੈ ਜੀ ਤੁਹਾਡਾ ਫਿਰ ਇੱਕ ਵਾਰ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਵਿਚਾਰ ਚਰਚਾ। ਸ਼ੇਰਗਿੱਲ ਸਾਹਿਬ, ਅਸੀਂ ਗੱਲ ਕਰਦੇ ਸੀ ਪ੍ਰੋਗਰਾਮ ਦੀ ਤੇ ਅਸੀਂ ਉੱਥੇ ਦੇ ਹਾਲਾਤ ਵੀ ਦੇਖੇ, ਸੁਪਰੀਮ ਕੋਰਟ ਦੀ ਗੱਲ ਵੀ ਕੀਤੀ, ਤੇ ਜਿਨ੍ਹਾਂ ਨਾਲ ਸਾਡਾ ਸੰਘਰਸ਼ ਆ, ਜਿਨ੍ਹਾਂ ਦੇ ਖਿਲਾਫ, ਜਿਹੜੇ ਸਾਡੇ ਇਸ ਅੰਦੋਲਨ ਦੀ ਗੱਲ ਨਹੀਂ ਸੁਣ ਰਹੇ, ਉਹ ਆਪਣੀ ਗੱਲ ਸੁਣਾ ਰਹੇ ਆ, ਕਦੀ ਮਨ ਕੀ ਬਾਤ ਰਾਹੀਂ ਤੇ ਕਦੀ ਵਰਚੁਅਲ ਰੈਲੀਆਂ ਰਾਹੀਂ। ਪਿੱਛੇ ਜਿਹੇ ਉਹ ਗੁਜਰਾਤ ਦੇ ਕਿਸਾਨਾਂ ਨੂੰ ਮਿਲਣ ਵੀ ਗਏ ਸੀ। ਕੱਲ ਉਹਨਾਂ ਨੇ ਫਿਰ ਮੱਧ ਪ੍ਰਦੇਸ਼ ਦੇ ਕਿਸਾਨਾਂ ਨਾਲ ਗੱਲ ਕੀਤੀ ਆ। ਮੇਰੀ ਮੁਰਾਦ ਸੀ ਸਾਡੇ ਪ੍ਰਧਾਨ ਮੰਤਰੀ ਸਾਹਿਬ ਤੋਂ। ਕੀ ਕਿਹਾ ਉਹਨਾਂ ਨੇ ਕੱਲ ਜੀ? ਦੇਖੋ ਜੀ, ਚਾਹੀਦਾ ਤਾਂ ਇਹ ਆ ਵੀ ਜਿਹੜੇ ਤੁਹਾਡੇ ਬਰੂਹਾਂ ਤੇ ਆ ਕੇ ਬੈਠੇ ਆ ਜੀ, ਜਿਨ੍ਹਾਂ ਦੇ ਸਿਰ ਤੇ ਤੁਸੀਂ ਭਵਿੱਖ ਦੀ ਤਬਾਹ ਕਰਨ ਦੀ ਤਲਵਾਰ ਲਟਕਾਈ ਹੋਈ ਆ ਜੀ, ਗੱਲ ਤਾਂ ਉਹਨਾਂ ਨਾਲ ਗੱਲ ਬਣਦੀ ਸੀ ਨਾ ਕਰਨੀ। ਸ਼ੇਰਗਿੱਲ ਸਾਹਿਬ, ਮੈਂ ਤੁਹਾਡੀ ਗੱਲ ਵਿੱਚ ਰੋਕਦਾ। ਸੰਸਦ ਜਿਹੜਾ ਸੈਸ਼ਨ ਆ ਉਹ ਇਹ ਨਹੀਂ ਬੁਲਾ ਰਹੇ, ਪੰਜਾਬ ਦੇ ਕਿਸਾਨਾਂ ਨਾਲ ਗੱਲ ਇਹ ਨਹੀਂ ਕਰ ਰਹੇ। ਇਹ ਕਦੀ ਕੱਛ ਜਾ ਕੇ ਗੱਲ ਕਰਦੇ ਨੇ ਤੇ ਕਦੇ ਮੱਧ ਪ੍ਰਦੇਸ਼ ਜਾ ਕੇ ਗੱਲ ਕਰਦੇ ਨੇ। ਇਹ ਕਹਿਣਾ ਕੀ ਚਾਹੁੰਦੇ ਨੇ? ਦੇਖੋ, ਮੈਂ ਉਹੀ ਗੱਲ ਕਹਿ ਰਿਹਾ ਸੀਗਾ ਵੀ ਗੱਲ ਮਸਲਾ ਤਾਂ ਇੱਥੇ ਹੈਗਾ ਪੰਜਾਬ ਔਰ ਹਰਿਆਣਾ ਤੇ ਪੱਛਮੀ ਯੂਪੀ ਦਾ, ਜਿਨ੍ਹਾਂ ਦੇ ਨਾਲ ਇਫੈਕਟ ਹੋ ਰਿਹਾ ਸਾਰਾ। ਹੋਰ ਤਾਂ ਕਿਤੇ ਸੂਬਿਆਂ 'ਚ ਨਾ MSP ਆ, ਨਾ ਮੰਡੀਆਂ ਇਹਨਾਂ ਨੇ ਪਹਿਲਾਂ ਹੀ ਖਤਮ ਕੀਤੀਆਂ ਹੋਈਆਂ। ਮੈਂ ਵਿੱਚ ਜੇ ਸੁਣਿਆ ਨਿਤਿਸ਼ ਕੁਮਾਰ ਵੀ ਕਹਿ ਰਿਹਾ ਸਾਡਾ ਕਿਸਾਨ ਬਹੁਤ ਖੁਸ਼ਹਾਲ ਆ। ਤੇ ਉਹ ਜੇ ਕਿਸਾਨ ਖੁਸ਼ਹਾਲ ਆ ਤੇ ਇੰਨੀਆਂ ਜ਼ਮੀਨਾਂ ਵਾਲੇ ਮਾਲਕ ਜਿਹੜੇ ਆ ਉਹ ਸਾਡੇ ਇੱਥੇ ਸੂਬੇ ਜਾ ਕੇ ਵਿਚਾਰੇ ਦਿਹਾੜੀਆਂ ਕਿਉਂ ਕਰਦੇ ਆ? ਉਹਨਾਂ ਨੂੰ ਕੋਈ ਪੁੱਛੋ ਵੀ ਜਦੋਂ ਕਰੋਨਾ ਸੀ ਤੁਸੀਂ ਆਪਣੇ ਕਿਸਾਨਾਂ ਨੂੰ ਕਿਹਾ ਸੀ ਕਿ ਜਿੱਥੇ ਹੈਗੇ ਉੱਥੇ ਹੀ ਰਹੋ। ਉਦੋਂ ਤਾਂ ਐਕਸੈਪਟ ਨਹੀਂ ਕਰਦੇ ਸੀ ਕਿ ਭਾਈ ਆਇਓ ਨਾ ਇੱਥੇ ਨੂੰ ਸਟੇਟ 'ਚ। ਤੇ ਹੁਣ ਉਹ ਕਹਿ ਰਹੇ ਵੀ ਨਹੀਂ, ਸਾਡਾ ਕਿਸਾਨ ਬਹੁਤ ਖੁਸ਼ਹਾਲ ਆ। ਖੈਰ, ਗੱਲ ਚੱਲਦੀ ਪਈ ਆ ਪ੍ਰਧਾਨ ਮੰਤਰੀ ਹੋਰਾਂ ਦੀ ਜੀ। ਪ੍ਰਧਾਨ ਮੰਤਰੀ ਹੋਰੀ ਜਿਹੜੇ ਕੋਲ ਬੈਠੇ ਆ ਉਹਨਾਂ ਨਾਲ ਤਾਂ ਗੱਲ ਨਹੀਂ ਕਰ ਰਹੇ, ਤੇ ਜਿਹੜੇ ਦੂਰ ਬੈਠੇ ਆ ਜਿਨ੍ਹਾਂ ਨਾਲ ਇਹਦਾ ਕੋਈ ਵਾਹ ਵਾਸਤਾ ਹੈ ਨਹੀਂ, ਗੁਜਰਾਤ 'ਚ ਜਾ ਕੇ ਕਰਕੇ ਆਏ ਆ। ਫਿਰ ਉਹਨਾਂ ਨੇ ਮੱਧ ਪ੍ਰਦੇਸ਼ ਦੇ ਕਿਸਾਨਾਂ ਨਾਲ ਬੀਤੇ ਦਿਨ ਵਰਚੁਅਲ ਮੀਟਿੰਗ ਗੱਲਬਾਤ ਕੀਤੀ ਆ ਜੀ। ਗੱਲ ਉੱਥੇ ਫਿਰ ਆ ਜਾਂਦੀ ਆ ਗੱਲਬਾਤ ਲਈ ਤਿਆਰ। ਤਾਂ ਉਹ ਕਹਿੰਦੇ ਵੀ 24 ਘੰਟੇ ਹੈਗੀ ਸਰਕਾਰ, ਤੇ ਜੇ ਗੱਲਬਾਤ ਲਈ ਤਿਆਰ ਆ ਤਾਂ ਉਹਦੇ ਨਾਲ ਫਿਰ ਐਂ ਕਿ ਉਹ ਕਹੀ ਜਾਂਦੇ ਵੀ ਸਾਡੇ ਕਾਨੂੰਨ ਇੰਨੇ ਵਧੀਆ ਆ ਵੀ ਪੁੱਛੋ ਹੀ ਨਾ ਜੀ। ਕਿਸਾਨਾਂ ਦੇ ਹਿੱਤ 'ਚ ਕਿਸਾਨਾਂ ਨੂੰ ਫਾਇਦਾ ਦੇਣ ਲਈ ਉਹ ਬਾਰ-ਬਾਰ ਇਹਦਾ ਐਡਾ ਜ਼ੋਰ ਨਾਲ ਸਮਰਥਨ ਕਰ ਰਹੇ ਆ, ਤਾਂ ਫਿਰ ਉਹ ਨਾਲ ਦੀ ਨਾਲ ਗੱਲਬਾਤ ਲਈ ਕਰ ਰਹੇ ਆ। ਤੇ ਇਹ ਆਪੋ ਵਿੱਚ ਗੱਲਾਂ ਮਿਲਦੀਆਂ ਕੋਈ ਨਹੀਂ ਜੀ। ਜਿਨ੍ਹਾਂ ਬੰਦਿਆਂ ਨੂੰ ਤੁਸੀਂ ਗੱਲਬਾਤ ਲਈ ਕਹਿ ਰਹੇ ਆ, ਉਹ ਕਹਿ ਰਹੇ ਕਾਨੂੰਨ ਸਾਡੇ ਫਾਇਦੇ 'ਚ ਹੈ ਨਹੀਂ, ਤੇ ਤੁਸੀਂ ਉਹਨਾਂ ਨੂੰ ਗੱਲਬਾਤ ਦੇ ਨਾਲ ਫਿਰ ਕਹਿ ਰਹੇ ਵੀ ਉਹਦੇ ਫਾਇਦੇ ਗਿਣਾ ਰਹੇ ਆ। ਖੈਰ, ਇਹ ਤਾਂ ਇਹਨਾਂ ਦਾ ਇੱਕ ਪਲੈਨਿੰਗ ਕੀਤੀ ਹੋਈ ਆ ਭਾਜਪਾ ਦੀ ਵੀ ਹਰੇਕ ਸਟੇਟ ਦੇ ਵਿੱਚ ਕਿਸਾਨਾਂ ਦੇ ਨਾਲ ਵਰਚੁਅਲ ਮੀਟਿੰਗ ਆਉਂਦੇ ਦਿਨਾਂ 'ਚ ਵੀ ਚੱਲੂਗੀ ਜੀ, ਕਿਉਂਕਿ ਇਹਨਾਂ ਨੇ ਚੌਪਾਲ ਵੀ ਕਰਨੀ ਆ, ਮੀਟਿੰਗਾਂ ਵੀ ਕਰਨੀਆਂ। ਤੁਸੀਂ ਦੇਖਿਆ ਪ੍ਰੈਸ ਕਾਨਫਰੰਸ ਵੀ ਜਿਹੜੇ ਭਾਜਪਾ ਦੇ ਆਗੂ ਆ
ਉਹ ਵੱਖ-ਵੱਖ ਥਾਵਾਂ ਤੇ ਕਰ ਰਹੇ ਆ ਔਰ ਉਹਨਾਂ ਦੇ ਪੱਖੀ ਜਿਹੜੇ ਕਿਸਾਨ ਆ ਉਹਨਾਂ ਨਾਲ ਗੱਲਬਾਤ ਵੀ ਹੋ ਰਹੀ ਆ। ਇੱਥੋਂ ਤੱਕ ਕਿ ਖੇਤੀ ਮੰਤਰੀ ਜਿਹੜੇ ਤੋਮਰ ਹੋਣੀ ਆ ਉਹਨਾਂ ਦੇ ਨਾਲ ਵੀ ਜਿਹੜੇ ਸੰਗਠਨ ਹੋ ਰਿਹਾ, ਜਿਨ੍ਹਾਂ ਦੇ ਨਾ ਮਾਲੂਮ ਸੰਗਠਨ ਕਹਿ ਲਈਏ, ਜਿਨ੍ਹਾਂ ਦੇ ਨਾਂ ਹੀ ਪਹਿਲੀ ਵਾਰੀ ਸੁਣਿਆ, ਭਾਰਤੀ ਕਿਸਾਨ ਯੂਨੀਅਨ ਕਿਸਾਨ ਜੀ, ਭਾਰਤੀ ਕਿਸਾਨ ਯੂਨੀਅਨ ਕਿਸਾਨ, ਇਹ ਪਹਿਲੀ ਵਾਰੀ ਨਾਂ ਸੀ ਵੀ ਸੁਣਿਆ, ਪਤਾ ਨਹੀਂ ਉਹਨਾਂ ਨੇ ਕਿੱਥੋਂ ਬਣਾ ਲਿਆ ਇਹ। ਉਹ ਜੋਗਿੰਦਰ ਯਾਦਵ ਮੈਂ ਬੋਲਦਾ ਸੁਣਿਆ, ਉਹ ਕਹਿੰਦੇ ਜੇ ਰਾਤੋਂ ਰਾਤ ਉਹਨਾਂ ਦੇ ਲੈਟਰ ਪੈਡ ਵੀ ਤਿਆਰ ਹੋ ਗਏ, ਉਹਨਾਂ ਦੀਆਂ ਮੋਹਰਾਂ ਵੀ ਤਿਆਰ ਹੋ ਗਈਆਂ, ਉਹਨਾਂ ਦੇ ਲੈਟਰ ਜਿਹੜੇ ਦੂਜੇ ਤਿਆਰ ਹੋ ਗਏ, ਸਾਰਾ ਕੁਝ ਤਿਆਰ ਕਰਕੇ ਜੀ ਸੰਗਠਨ ਬਣ ਗਿਆ ਉਹ ਜੀ। ਸੋ ਪ੍ਰਧਾਨ ਮੰਤਰੀ ਸਾਹਿਬ ਹੁਣ ਤਾਂ ਇੱਥੋਂ ਤੱਕ ਵੀ ਉਹਨਾਂ ਨੇ ਕਹਿ ਦਿੱਤਾ ਵੀ ਮੈਂ ਹੁਣ ਤੁਹਾਡਾ ਸਿਰ ਝੁਕਾ ਕੇ ਹੱਥ ਜੋੜ ਕੇ ਗੱਲਬਾਤ ਲਈ ਕਹਿ ਰਿਹਾ, ਤੁਹਾਡੇ ਜਿਹੜੇ ਸ਼ੰਕੇ ਆ ਉਹ ਪੂਰੇ ਦੇ ਪੂਰੇ ਦੂਰ ਕੀਤੇ ਜਾਣਗੇ ਜੀ। ਤੇ ਇਸ ਦੇ ਨਾਲ ਸ਼ੰਕੇ ਦੂਰ ਕਰਨ ਵਾਲੀ ਗੱਲ ਤਾਂ ਕਰਦੇ ਨਹੀਂ ਵੀ ਜਿਹੜੀ ਗੱਲ ਉਹ ਕਰ ਰਹੇ ਆ ਉਹ ਸ਼ੰਕਿਆਂ ਨੂੰ ਤੁਹਾਡੇ ਰੂਬਰੂ ਹੋ ਤਾਂ ਗਏ ਹੋ ਇੰਨੀ ਵਾਰੀ, ਉਹਨਾਂ ਸ਼ੰਕਿਆਂ ਨੂੰ ਤੁਹਾਨੂੰ ਪਤਾ ਹੈ, ਹੋਰ ਸ਼ੰਕੇ ਉਹ ਕੋਈ ਜੋੜੇ ਤਾਂ ਹੈ ਨਹੀਂ ਜੀ, ਨਵੇਂ ਸ਼ੰਕੇ ਤਾਂ ਕੋਈ ਨਹੀਂ ਐਡ ਕੀਤੇ ਉਹਨਾਂ ਨੇ। ਤੁਹਾਡੇ ਕੋਲ 5 ਮੀਟਿੰਗਾਂ ਰਾਹੀਂ ਸਾਰੇ ਸ਼ੰਕੇ ਦੱਸ ਗਏ ਵੀ ਸਾਨੂੰ ਜੇ MSP ਚਾਹੀਦੀ ਆ, ਸਾਨੂੰ ਮੰਡੀਕਰਨ ਚਾਹੀਦਾ, ਸਾਨੂੰ ਠੇਕੇ ਪ੍ਰਣਾਲੀ ਜਿਹੜਾ ਤੁਸੀਂ ਸ਼ੁਰੂ ਕੀਤਾ ਉਹ ਮਨਜ਼ੂਰ ਨਹੀਂ। ਤੇ ਇਹਨਾਂ ਸ਼ੰਕਿਆਂ ਦੇ ਵਿੱਚ ਹੋਰ ਹੁਣ ਸ਼ੰਕੇ ਕਿਹੜੇ ਪਾਉਣੇ ਜਿਹੜੇ ਉਹ ਦੂਰ ਕਰਨੇ ਆ, ਇਹ ਵੀ ਸਮਝ ਤੋਂ ਬਾਹਰ ਆ ਜੀ। ਬਾਰ-ਬਾਰ ਉਹਨਾਂ ਦਾ ਕਹਿਣਾ ਵੀ ਤੁਹਾਡੇ ਸ਼ੰਕੇ ਦੂਰ ਕਰਾਂਗੇ, 24 ਘੰਟੇ ਤਿਆਰ ਆ। ਨਾਲ ਦੀ ਨਾਲ ਇਹ ਵੀ ਬਈ ਲੋਕ ਜਿਹੜੇ ਭੁਲੇਖੇ ਪਾ ਰਹੇ ਆ ਉਹਨਾਂ ਤੋਂ ਚੌਕਸ ਰਹੋ। ਮੈਨੂੰ ਨਾ ਜੀ ਇੱਕ ਚੁਟਕਲਾ ਯਾਦ ਆਇਆ, ਬੜੀ ਦੇਰ ਹੋ ਗਈ, ਇੱਕ ਚੁਟਕਲਾ ਕਿਤੇ ਸੁਣਿਆ ਸੀ। ਇੱਕ ਲੀਡਰ ਆਇਆ ਆਪਣੇ ਘਰ ਤੇ ਘਰ ਵਾਲੀ ਨੂੰ ਕਹਿੰਦਾ ਮੈਂ ਸ਼ਰਤ ਲਾਇਆ ਤੇ ਮੈਂ ਸ਼ਰਤ ਜਿੱਤ ਜਾਣੀ ਹੈ। ਉਹ ਕਹਿੰਦੀ ਸ਼ਰਤ ਕੀ ਆ? ਉਹ ਕਹਿੰਦਾ ਮੈਂ ਸ਼ਰਤ ਲਾਈ ਵੀ ਸ਼ਾਇਦ ਦੀਆਂ 3 ਲੱਤਾਂ ਹੁੰਦੀਆਂ ਜੀ, ਖਰਗੋਸ਼ ਦੀਆਂ ਲੱਤਾਂ 3 ਹੁੰਦੀਆਂ। ਉਹ ਕਹਿੰਦੀ ਤੁਸੀਂ ਤੇ ਹਾਰ ਜਾਣਾ, ਲੱਤਾਂ ਤੇ 4 ਹੁੰਦੀਆਂ। ਉਹ ਕਹਿੰਦਾ ਹਾਰੂ ਤੇ ਤਾਂ ਜੇ ਮੈਂ ਮੰਨੂ ਤਾਂ। ਗੱਲ ਤਾਂ ਠੀਕ ਆ, ਮੈਂ ਮੰਨਣਾ ਹੀ ਨਹੀਂ। ਬਿਲਕੁਲ ਠੀਕ ਹੈ, ਜੇ ਮੰਨਣਾ ਹੀ ਨਹੀਂ ਤੇ ਸ਼ਰਤ ਹੁਣ ਤੁਸੀਂ ਰੋਜ਼ ਹੀ ਕਹੀ ਜਾਓ ਅਸੀਂ ਤੁਹਾਡੇ ਸ਼ੰਕੇ ਦੂਰ ਕਰਦੇ ਹਾਂ, ਅਸੀਂ ਤੁਹਾਡੇ ਸ਼ੰਕੇ ਦੂਰ ਕਰਦੇ ਹਾਂ, ਤੁਸੀਂ ਕਿਸੇ ਬਿੰਦੂ ਤੇ ਆਓ, ਤੁਸੀਂ ਸਾਡੇ ਨਾਲ ਟੇਬਲ ਤੇ ਗੱਲ ਕਰੋ। ਜਦੋਂ ਟੇਬਲ ਤੇ ਗੱਲ ਕਰਦੇ ਆ ਕੱਲੇ ਕੱਲੇ ਕਾਨੂੰਨ ਦੀ ਕੱਲੀ ਕੱਲੀ ਮੱਦ ਤੁਹਾਨੂੰ ਸਮਝਾਤੀ, ਉਹਦੇ ਚ ਦੱਸ ਦਿੱਤਾ ਤੁਹਾਨੂੰ, ਫਿਰ ਤੁਸੀਂ ਉਸ ਵੇਲੇ ਕਹਿੰਦੇ ਵੀ ਆ ਕਿ ਹਾਂ ਇਹਦੇ ਚ ਕੁਝ ਗਲਤੀਆਂ ਹੈਗੀਆਂ ਆ। ਉਹ ਕਹਿੰਦੇ ਤੁਸੀਂ ਗਲਤੀਆਂ ਸਿੱਧ ਕਰੋ, ਉਹ ਕਹਿੰਦੇ ਤੁਸੀਂ ਸ਼ੰਕੇ ਦੱਸੋ। ਉਹ ਦੁਬਾਰਾ ਉਹੀ ਸ਼ੰਕੇ ਉੱਥੇ ਦੀ ਉੱਥੇ ਹੀ ਗੱਲ ਘੁਮਾਈ ਜਾਂਦੇ। ਗੱਲ ਇਹ ਆ ਨਾ ਜੀ, ਇੱਕ ਤਾਂ ਇਹ ਸ਼ੰਕੇ ਦੂਰ ਕਰਨ ਦੀ ਗੱਲ ਬਾਰ-ਬਾਰ ਰਿਪੀਟ ਹੋ ਰਹੀ ਆ, ਇੱਕ ਇਹ ਸਿਆਸੀ ਪਾਰਟੀਆਂ ਵੱਲੋਂ ਬਾਰ-ਬਾਰ ਜਾ ਰਹੇ ਆ ਵੀ ਸਿਆਸੀ ਪਾਰਟੀਆਂ ਤੁਹਾਨੂੰ ਭਰਮਾ ਰਹੀਆਂ ਹਨ ਜੀ। ਕੋਈ ਬੰਦਾ ਭੇਜ ਕੇ ਤਾਂ ਦੇਖੋ, ਸਿੰਘੂ ਬਾਰਡਰ ਦੇ ਵਿੱਚ ਉਹਨਾਂ ਕਿਸਾਨਾਂ ਦੇ ਵਿੱਚ ਕੋਈ ਸਿਆਸੀ ਬੰਦਾ ਬੈਠਾ ਵੀ ਹੈਗਾ। ਭਾਜਪਾ ਤੋਂ ਜਿਹੜੀਆਂ ਦੂਜੀਆਂ ਬਾਕੀ ਸਿਆਸੀ ਪਾਰਟੀਆਂ ਉਹਦੇ ਸਿਰ ਫੜ ਕੇ ਬੈਠੀਆਂ। ਮੈਂ ਉਹੀ ਕਹਿੰਦਾ ਨਾ, ਉਹ ਤਾਂ ਤਰਲੋ ਮੱਛੀ ਹੋ ਰਹੀਆਂ ਵੀ ਸਾਨੂੰ ਜਾਣ ਦਾ ਮੌਕਾ ਦੇਣ, ਅਸੀਂ ਜਾਈਏ, ਵਿੱਚ ਵਧੋ ਵਧੀ ਘੁਸਣ ਨੂੰ ਕਰਦੀਆਂ ਤੇ ਕਿਸਾਨ ਨੇੜੇ ਨਹੀਂ ਢੁਕਣ ਦੇ ਰਹੇ, ਉਹਨਾਂ ਨੂੰ ਮੂੰਹ ਨਹੀਂ ਲਾ ਰਹੇ। ਤੇ ਤੁਸੀਂ ਵਾਰ-ਵਾਰ ਕਹਿ ਰਹੇ ਸਿਆਸੀ ਪਾਰਟੀਆਂ ਗੁੰਮਰਾਹ ਕਰ ਰਹੀਆਂ, ਸਿਆਸੀ ਪਾਰਟੀਆਂ ਗੁੰਮਰਾਹ ਕਰ ਰਹੀਆਂ। ਤੇ ਜੇ ਸਿਆਸੀ ਪਾਰਟੀਆਂ ਗੁੰਮਰਾਹ ਕਰ ਰਹੀਆਂ ਸੀਗੀਆਂ ਤਾਂ ਫਿਰ ਦਿੱਲੀ ਵਿਧਾਨ ਸਭਾ ਦੇ ਵਿੱਚ ਕੇਜਰੀਵਾਲ ਨੇ ਕਾਨੂੰਨਾਂ ਦੀ ਕਾਪੀਆਂ ਕਿਉਂ ਪਾੜੀਆਂ ਜੀ? ਉਹਨਾਂ ਤੇ ਵੀ ਦੋਸ਼ ਲੱਗਾ ਸੀਗਾ ਵੀ ਇਹਨਾਂ ਨੇ ਇੱਕ ਕਾਨੂੰਨ ਲਾਗੂ ਕਰ ਦਿੱਤਾ, ਪਰ ਉਹਨਾਂ ਨੇ ਮੁੜ ਕੇ ਹੁਣ ਸਾਬਤ ਕਰ ਦਿੱਤਾ ਵੀ ਅਸੀਂ ਕੋਈ ਲਾਗੂ ਨਹੀਂ ਕੀਤਾ। ਉਹਨਾਂ ਦੇ ਖਿਲਾਫ ਮਤਾ ਪਾਸ ਕਰ ਦਿੱਤਾ ਔਰ ਕਾਨੂੰਨ ਦੀਆਂ ਕਾਪੀਆਂ ਵੀ ਪਾੜ ਦਿੱਤੀਆਂ। ਇਹ ਤਾਂ ਬਿਲਕੁਲ ਸਮੇਂ ਦੀ ਸੱਚਾਈ ਆ ਕਿ ਸਾਰੀਆਂ ਦੂਜੀਆਂ ਸਿਆਸੀ ਪਾਰਟੀਆਂ ਭਾਜਪਾ ਨੂੰ ਛੱਡ ਕੇ ਇਹਨਾਂ ਕਾਨੂੰਨਾਂ ਦੇ ਖਿਲਾਫ ਵੀ ਆ ਤੇ ਕਿਸਾਨਾਂ ਦੀ ਨਜ਼ਰ 'ਚ ਫਿਰ ਵੀ ਉਹ ਦੂਰ ਨੇ। ਉਹ ਦੂਰ ਇਸ ਕਰਕੇ ਕਿਸਾਨ ਲਾਗੇ ਨਹੀਂ ਲੱਗਣ ਦੇ ਰਹੇ, ਕਿਉਂਕਿ ਜੇ ਹਜੇ ਤੱਕ ਕਿਸਾਨਾਂ ਦਾ ਅੰਦੋਲਨ ਸ਼ਾਂਤਮਈ ਔਰ ਸਫਲ ਦੌਰ ਵਿੱਚ ਲੰਘ ਰਿਹਾ ਤਾਂ ਉਹਦਾ ਕਾਰਨ ਇਹੀ ਆ ਕਿ ਉਹਨਾਂ ਨੇ ਕਿਸੇ ਵੀ ਸਿਆਸੀ ਆਗੂ ਨੂੰ ਆਪਣਾ ਮੰਚ ਸਾਂਝਾ ਨਹੀਂ ਕਰਨ ਦਿੱਤਾ ਜੀ। ਇਹ ਵੱਡੀ ਗੱਲ ਆ। ਜੇ ਕਿਤੇ ਸਿਆਸੀ ਆਗੂ ਜਾਂ ਸਿਆਸੀ ਪਾਰਟੀ ਕਿਤੇ ਇਹਦੇ ਵਿੱਚ ਵੜ ਜਾਂਦੀ ਤਾਂ ਫਿਰ ਇਹਦੀ ਜਿਹੜੀ ਰੂਪਰੇਖਾ ਹੋਰ ਹੋ ਜਾਣੀ ਸੀ ਜੀ। ਪਰ ਇਸ ਦੇ ਬਾਵਜੂਦ ਵੀ ਸਾਡੀ ਜਿਹੜੀ ਹੈ ਸੱਤਾਧਾਰੀ ਭਾਜਪਾ ਪਾਰਟੀ ਆ, ਖੁਦ ਪ੍ਰਧਾਨ ਮੰਤਰੀ ਸਾਹਿਬ ਹੀ ਨਹੀਂ ਇਹ ਕਹਿੰਦੇ ਥੱਕਦੇ ਵੀ ਇਹਨਾਂ ਨੂੰ ਭਰਮਾਇਆ ਜਾ ਰਿਹਾ, ਇਹਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ। ਕਿਸਾਨ ਜਿਹੜਾ ਐਡੀ ਵੱਡੀ ਪੱਧਰ ਤੇ ਆ ਕੇ, ਤੁਸੀਂ ਆਪ ਕਹਿ ਰਹੇ ਆ, ਸੋਲੀਸਿਟਰ ਜਨਰਲ ਨੇ ਸੁਪਰੀਮ ਕੋਰਟ 'ਚ ਚੀਫ ਜਸਟਿਸ ਨੂੰ ਕਿਹਾ ਵੀ ਜਿਸ ਤਰੀਕੇ ਨਾਲ ਤਿਆਰੀ ਕਰਕੇ ਆਏ ਆ ਉਹ 6 ਮਹੀਨੇ ਤੋਂ ਵੱਧ ਦਾ ਸਮਾਨ ਲੱਗਦਾ ਉਹਨਾਂ ਕੋਲ ਜੀ। ਤਾਂ ਫਿਰ ਤੁਹਾਨੂੰ ਇਹ ਅੰਦਾਜ਼ਾ ਲਾਉਣਾ ਚਾਹੀਦਾ ਜੇ 6 ਮਹੀਨੇ ਦਾ ਸਮਾਨ ਉਹ ਇਕੱਠਾ ਕਰ ਸਕਦੇ ਆ ਤਾਂ ਤੁਹਾਡੇ ਜਿਹੜੇ ਕਾਨੂੰਨਾਂ ਦੇ ਵਿੱਚ ਉਹ ਕਿਸੇ ਰਾਹੀਂ ਗੁੰਮਰਾਹ ਹੋ ਜਾਊਗੇ। ਨਹੀਂ, ਇੱਕ ਪ੍ਰਧਾਨ ਮੰਤਰੀ ਦਾ ਇਹ ਗੱਲ ਕਹਿਣਾ ਕਿ ਮੈਂ ਹੱਥ ਜੋੜਦਾ, ਮੈਂ ਸਿਰ ਝੁਕਾਉਣਾ, ਇਹ ਹਾਸੋਹੀਣੀਆਂ ਗੱਲਾਂ ਨਹੀਂ ਲੱਗਦੀਆਂ। ਨਹੀਂ, ਉਹ ਕਿਤੇ ਨਾ ਕਿਤੇ ਉਹਨਾਂ ਦਾ ਲੱਗਦਾ ਵੀ ਦਬਾਅ ਥੋੜਾ ਜਿਹਾ ਚੱਲ ਰਹੇ ਆ ਜੀ, ਪੈ ਰਿਹਾ ਨਹੀਂ ਦਬਾਅ, ਥੋੜਾ ਜਿਹਾ ਚੱਲਣ ਲੱਗ ਪਿਆ, ਕਿਉਂਕਿ ਸੁਪਰੀਮ ਕੋਰਟ ਵੀ ਵਿੱਚ ਇਨਵੋਲਵ ਹੋ ਗਿਆ। ਉਹਨਾਂ ਨੇ ਵੀ ਇਹਨਾਂ ਨੂੰ ਕਹਿਤਾ ਸਾਫ਼ ਤਰੀਕੇ ਨਾਲ ਵੀ ਜੇ ਸ਼ਾਂਤਮਈ ਧਰਨਾ ਆ, ਪ੍ਰਦਰਸ਼ਨ ਆ, ਉਹ ਕਿਸਾਨਾਂ ਦਾ ਆਪਣਾ ਅਧਿਕਾਰ ਆ ਜੀ। ਉਹ ਤੋਂ ਲੱਗਦਾ ਜਿਹੜਾ ਇਹਨਾਂ ਦੀ ਜਿਹੜੀ ਬੋਲਣ ਦੀ ਸ਼ੈਲੀ, ਹੋ ਸਕਦਾ ਪਹਿਲਾਂ ਵੀ ਪ੍ਰਧਾਨ ਮੰਤਰੀ ਸਾਹਿਬ ਨੇ ਇੰਨਾ ਕਦੀ ਨਹੀਂ, ਉਹ ਹਮੇਸ਼ਾ ਕਿਹਾ ਵੀ ਕਿਸਾਨਾਂ ਦਾ ਸਤਿਕਾਰ ਆ। ਕਿਉਂਕਿ ਜੇ ਆਪਾਂ 70 ਸਾਲ ਤੋਂ ਗਿਣੀਏ ਨਾ ਆਜ਼ਾਦੀ ਤੋਂ ਲੈ ਕੇ, ਕੋਈ ਇਹੋ ਜਿਹਾ ਨੇਤਾ ਨਹੀਂ ਹੋਊਗਾ ਜਿਹੜਾ ਇਹ ਕਿਹਾ ਨਹੀਂ ਹੋਊਗਾ ਜਿਸ ਨੇ ਬਈ ਜਿਹੜੀ ਖੇਤੀਬਾੜੀ ਆ ਉਹ ਸਾਡੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਆ। ਬਿਲਕੁਲ। ਔਰ ਆਰਥਿਕਤਾ ਨੂੰ ਸ਼ੁਰੂਆਤ ਜਿਹੜੀ ਬੁਨਿਆਦ ਆ ਉਹ ਖੇਤੀਬਾੜੀ ਤੋਂ ਹੀ ਚੱਲਦੀ ਆ ਜੀ। ਇਸ ਦੇ ਬਾਵਜੂਦ ਉਹ ਮੰਚ ਤੇ ਰੈਲੀਆਂ 'ਚ, ਕਾਨਫਰੰਸਾਂ 'ਚ, ਭਾਸ਼ਣਾਂ 'ਚ ਬਹੁਤ ਕਹਿੰਦੇ ਰਹੇ ਆ, ਪਰ ਉਸ ਬੁਨਿਆਦ ਨੂੰ ਕਿਸੇ ਨੇ ਪੱਕੀ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਵੀ ਜੇ ਖੇਤੀਬਾੜੀ ਸਾਡੀ ਆਰਥਿਕਤਾ ਨੂੰ ਹੁਲਾਰਾ ਦਿੰਦੀ ਆ ਤੇ ਇਹਨੂੰ ਮਜ਼ਬੂਤ ਤਾਂ ਕਰੀਏ ਜੀ। ਉਹਨੂੰ ਹਮੇਸ਼ਾ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਆ। ਖੈਰ, ਜਦੋਂ ਇਹਨਾਂ ਦੌਰ ਦੇ ਵਿੱਚ 6-7 ਸਾਲਾਂ 'ਚ ਆਈਏ ਤਾਂ ਇਹਨਾਂ ਨੇ ਵੀ ਉਹਨੂੰ ਇੰਨਾ ਨਹੀਂ ਬਹੁਤਾ ਕੀਤਾ ਕਿਸਾਨੀ ਲਈ,
ਜੀ। 6 ਸਾਲਾਂ 'ਚ ਠੀਕ ਆ, MSP ਵਗੈਰਾ ਦਿੰਦੇ ਰਹੇ, ਜੋ ਵੀ ਕਰਦੇ ਰਹੇ। ਸਵਾਮੀਨਾਥਨ ਰਿਪੋਰਟ ਤਾਂ ਹਜੇ ਤੱਕ ਪੂਰੀ ਤਰ੍ਹਾਂ ਲਾਗੂ ਨਹੀਂ ਹੋਈ। ਉਹ ਵੀ ਰਹਿ ਗਈ ਗੱਲ, ਇਹਨਾਂ ਦੇ ਮੈਨੀਫੈਸਟੋ 'ਚ ਇਹੀ ਸੀਗੀ ਵੀ ਅਸੀਂ ਸਵਾਮੀਨਾਥਨ ਰਿਪੋਰਟਾਂ ਲਾਗੂ ਕਰਾਂਗੇ। ਜੀ। ਉਸ ਤੋਂ ਬਾਅਦ ਇਹ ਨਵਾਂ ਜਿਹੜਾ ਫੰਡਾ ਲਿਆ ਕੇ ਫਸਾਤਾ ਕਾਨੂੰਨਾਂ ਦਾ, ਇਹ ਤਾਂ ਇੱਕ ਕਿਸਮ ਦਾ ਕਿਸਾਨਾਂ ਨੂੰ ਜਿਹੜੀ ਮਾੜੀ ਮੋਟੀ ਜਿਹੜੀ ਆਰਥਿਕਤਾ ਨੂੰ ਹੁਲਾਰਾ ਦੇਣ ਵਾਲੀ ਖੇਤੀਬਾੜੀ ਸੀ। ਖੇਤੀ ਪ੍ਰਧਾਨ ਦੇਸ਼ ਆ ਸਾਡਾ, ਤਾਂ ਪਹਿਲੇ ਦਿਨ ਤੋਂ ਹੀ ਖੇਤੀ ਪ੍ਰਧਾਨ ਦੇਸ਼ ਆ, ਤੇ ਜੇ ਮਾੜਾ ਮੋਟਾ ਹੁਲਾਰਾ ਦੇਣ ਜੋਗੇ ਸੀਗੇ ਕਿਸਾਨ, ਉਹ ਇਹ ਕਾਨੂੰਨਾਂ ਦੇ ਜੰਜਾਲ 'ਚ ਐਸੇ ਫਸਾ ਦੇਣੇ ਆ। ਤਾਂ ਮੈਨੂੰ ਲੱਗਦਾ ਨਹੀਂ ਵੀ ਇਸ ਨੂੰ ਕਿਉਂ ਨਹੀਂ ਸੋਚਦੇ ਵੀ ਸਾਡੀ ਆਰਥਿਕਤਾ ਦਾ ਕੀ ਬਣੂਗਾ ਜੇ ਕਿਸਾਨ ਹੀ ਖੇਤੀ ਛੱਡ ਗਏ ਤਾਂ। ਜੇ ਅਸੀਂ ਆਰਥਿਕਤਾ ਦੀ ਗੱਲ ਕਰੀਏ ਤੇ ਇਕੱਲੇ ਭਾਰਤ ਦੀ ਨਹੀਂ, ਸਾਰੀ ਦੁਨੀਆ ਦੀ ਆਰਥਿਕਤਾ ਸ਼ੁਰੂ ਤੋਂ ਖੇਤੀ ਤੋਂ ਹੀ ਹੋਣੀ ਹੈ। ਬਿਲਕੁਲ ਜੀ, ਪਰ ਜ਼ਿਆਦਾ ਜਿਹੜਾ ਨਿਰਭਰਤਾ ਆਪਣੇ ਦੇਸ਼ ਦੀ ਆ ਉਹ ਬਹੁਤੀ ਕਿਸਾਨਾਂ ਤੇ ਖੇਤੀਬਾੜੀ ਤੇ ਕਰਦੀ ਆ। ਬਾਕੀ ਦੇਸ਼ਾਂ ਦੇ ਵਿੱਚ ਆਪਾਂ ਦੇਖੀਏ ਤਾਂ ਉਹਨਾਂ ਦੇ ਕੋਲ ਹੋਰ ਬਹੁਤ ਸਾਧਨ ਆ, ਉਹਨਾਂ ਦੇ ਆਮਦਨ ਦੇ ਸਾਧਨ ਹੋਰ ਬਹੁਤ ਸੋਰਸ ਆ। ਸਾਡੇ ਕੋਲ ਜੇ ਆਪਾਂ ਸ਼ੁਰੂਆਤ ਦੇਖੀਏ ਤਾਂ ਘੱਟੋ ਘੱਟ 50-54% ਆਪਣਾ ਖੇਤੀ ਪ੍ਰਧਾਨ ਦੇ ਵਿੱਚ ਹੀ ਆਉਂਦਾ ਅੱਜ ਦੇਸ਼ ਇਹ। ਤੇ ਜਦੋਂ ਤੁਸੀਂ ਬਾਕੀਆਂ ਦਲਾਂ ਦੀ ਗੱਲ ਕਰਦੇ ਆ ਪ੍ਰਧਾਨ ਮੰਤਰੀ ਸਾਹਿਬ ਕਿ ਬਾਕੀ ਦਲ ਜਿਹੜੇ ਇਹਨਾਂ ਨੂੰ ਵਰਗਲਾ ਰਹੇ ਆ, ਤੇ ਮੈਂ ਇਹ ਗੱਲ ਅਸੀਂ ਪਹਿਲਾਂ ਵੀ ਆਪਣੇ ਪ੍ਰੋਗਰਾਮ 'ਚ ਕਈ ਵਾਰ ਕੀਤੀ ਆ ਵੀ ਇਹ ਜਿਹੜਾ ਕਾਨੂੰਨਾਂ ਦਾ ਗੁੱਸਾ ਆ, ਇਹ ਆਖਰੀ ਪੁਆਇੰਟ ਆ। ਕਿਸਾਨ ਸਤੇ ਹੋਏ ਪਿਛਲੇ 70 ਸਾਲਾਂ ਤੋਂ ਹੀ ਆ। ਬਿਲਕੁਲ ਜੀ, ਉਹਨਾਂ ਦੇ ਵਿੱਚ ਹਮੇਸ਼ਾ ਹੀ ਇਹ ਰਿਹਾ ਵੀ ਸਾਡੇ ਨਾਲ ਬੇਗਾਨਗੀ ਦਾ ਅਹਿਸਾਸ ਹਮੇਸ਼ਾ ਹਰੇਕ ਸਰਕਾਰ ਨੇ ਕਰਾਇਆ। ਕੇਵਲ ਇਹ ਨਹੀਂ, ਇਸ ਤੋਂ ਪਹਿਲੀਆਂ ਸਰਕਾਰਾਂ ਵੀ ਕਿਸਾਨਾਂ ਦੇ ਪੱਖੀ ਨਹੀਂ ਰਹੀਆਂ। ਕਹਿੰਦੀਆਂ ਜ਼ਰੂਰ ਆ, ਬਜਟ ਜ਼ਰੂਰ ਦੱਸ ਦਿੰਦੀਆਂ ਵੀ ਖੇਤੀਬਾੜੀ ਲਈ ਇੰਨਾ ਰੱਖਿਆ ਆ, ਸੁਹਿਰਦਤਾ ਕਿਤੇ ਵੀ ਕਿਸੇ 'ਚ ਦਿਸੀ ਨਹੀਂ ਸਾਨੂੰ ਅੱਜ ਤੱਕ ਵੀ। ਪ੍ਰਧਾਨ ਮੰਤਰੀ ਦਾ ਇਹ ਵਾਰ-ਵਾਰ ਕਹਿਣਾ ਹੈ ਤੇ ਉਹਦੇ ਵਿੱਚ ਕਿਸਾਨਾਂ ਨੇ ਸਾਫ਼ ਕਿਹਾ ਵੀ ਪ੍ਰਧਾਨ ਮੰਤਰੀ ਗੱਲ ਤਾਂ ਕਰਨ ਸਾਡੇ ਨਾਲ। ਮੈਨੂੰ ਇੱਕ ਹੋਰ ਗੱਲ ਉਹਦੇ 'ਚ ਲੱਗੀ ਸੀ, ਉਹਨਾਂ ਦੇ ਕਿਤੇ ਪੜ੍ਹੀ ਸੀ ਕਿ ਉਹਨਾਂ ਨੇ ਇਹ ਕਿਹਾ ਕਿ ਇਹ ਕਾਨੂੰਨ ਰਾਤੋਂ ਰਾਤ ਨਹੀਂ ਆਏ। ਬਿਲਕੁਲ ਜੀ, ਉਹਨਾਂ ਦਾ ਇਹ ਕਿਹਾ ਹੋਇਆ। ਔਰ ਇਸ ਤੋਂ ਪਹਿਲਾਂ ਰਵੀ ਸ਼ੰਕਰ ਨੇ ਵੀ ਕਿਹਾ ਸੀਗਾ ਵੀ 2007-8-9 ਦੇ ਵਿੱਚ ਜਦੋਂ ਕੇਂਦਰ 'ਚ UPA ਦੀ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਸਰਕਾਰ ਸੀਗੀ, ਉਦੋਂ ਵੀ ਇਹਦੇ ਤੇ ਕੰਮ ਸ਼ੁਰੂ ਹੋ ਗਿਆ ਸੀਗਾ ਜੀ। ਤਾਂ ਫਿਰ ਉਦੋਂ ਇਹਨਾਂ ਨੂੰ ਪੁੱਛੀਏ ਵੀ ਉਦੋਂ ਵਿਰੋਧ ਕਿਹਨੇ ਕੀਤਾ ਸੀ? ਜੀ, ਇਹ ਪਾਰਟੀ ਸੀ ਵਿਰੋਧ ਕਰਨ ਵਾਲੀ, ਬਿਲਕੁਲ, ਹਨਾ। ਤੇ ਹੁਣ ਜਦੋਂ ਵਿਰੋਧ ਉਦੋਂ ਤੁਸੀਂ ਵਿਰੋਧ ਕਰਦੇ ਸੀ, ਹੁਣ ਤੁਸੀਂ ਕਹਿੰਦੇ ਵੀ ਅਸੀਂ ਪੂਰੀ ਤਰ੍ਹਾਂ ਸੱਤਾ ਤੇ ਆ ਗਏ ਆ, ਸਾਡੇ ਕੋਲ ਪੂਰਾ ਪ੍ਰਚੰਡ ਬਹੁਮਤ ਆ, ਤੇ ਲਿਆ ਕੇ ਉਹਨਾਂ ਨੂੰ ਕਾਨੂੰਨ ਬਣਾ ਕੇ ਥੋਪ ਦਈਏ ਵੀ ਤੁਹਾਡੇ ਤੋਂ ਨਹੀਂ ਹੋਇਆ ਜੀ, ਅਸੀਂ ਕਰ ਦਿੱਤਾ। ਤੇ ਵੀ ਇਹ ਤਾਂ ਗੱਲ ਜ਼ਬਰਦਸਤੀ ਵਾਲੀ ਹੋ ਗਈ ਨਾ। ਇੱਕ ਪਾਸੇ ਤੁਸੀਂ ਉਦੋਂ 10 ਸਾਲ ਪਹਿਲਾਂ ਵਿਰੋਧ ਕਰ ਰਹੇ ਸੀਗੇ, ਹੁਣ ਤੁਸੀਂ ਉਹਨੂੰ ਲਿਆ ਕੇ ਜ਼ਬਰਦਸਤੀ ਥੋਪ ਰਹੇ ਆ, ਫਿਰ ਕਹਿ ਰਹੇ ਵੀ ਰਾਤੋਂ ਰਾਤ ਕਾਨੂੰਨ ਨਹੀਂ ਬਣੇ। ਠੀਕ ਹੈ, ਨਹੀਂ ਬਣੇ, 20-22 ਸਾਲ ਤੋਂ ਤੁਹਾਡੀਆਂ ਪਾਰਟੀਆਂ ਕਰ ਰਹੀਆਂ ਸੀ, ਪਰ ਕਿਸੇ ਕਿਸਾਨਾਂ ਨੂੰ ਇਨਵੋਲਵ ਕੀਤਾ ਸੀਗਾ ਜੀ। ਹੁਣ ਤਾਂ ਪਿਊਸ਼ ਗੋਇਲ ਉਹਨਾਂ ਨੇ ਵੀ ਕੱਲ ਬਿਆਨ ਦੇ ਦਿੱਤਾ ਵੀ ਇਹ ਕਿਸਾਨਾਂ ਨਾਲ ਰਾਇ ਕਰਕੇ ਹੀ ਕਾਨੂੰਨ ਬਣਾਏ ਆ। ਹੁਣ ਕਿਹੜੇ ਕਿਸਾਨਾਂ ਨਾਲ ਰਾਇ ਕੀਤੀ ਆ ਦੱਸਣ ਤਾਂ ਸਹੀ। ਉਹ ਦੱਸਦੇ ਤਾਂ ਹੈ ਜੀ, ਉਹ ਭਾਰਤੀ ਕਿਸਾਨ ਯੂਨੀਅਨ, ਕਿਸਾਨ ਜਿਹੜੀ ਵੱਖਰੀ ਇੱਕ ਨਵੀਂ ਯੂਨੀਅਨ ਆਈ ਚੰਦ ਤੋਂ ਆਈ ਨਾ, ਇੱਕ ਨਵੀਂ। ਨਹੀਂ, ਉਹ ਤਾਂ ਹੀ ਨਾ ਉਹਨਾਂ ਨੂੰ ਖੜਾ ਕਰਤਾ, ਦੱਸਣ ਯੋਗ ਤਾਂ ਹੋਵਾਂਗੇ ਨਾ ਵੀ ਆਹ ਦੇਖੋ ਜੀ, ਇਹਨਾਂ ਕਿਸਾਨਾਂ ਨਾਲ ਅਸੀਂ ਗੱਲਬਾਤ ਕੀਤੀ ਹੈ, ਇਹਨਾਂ ਦੀ ਰਾਇ ਲਈ ਆ ਜੀ। ਮੈਂ ਇਹਦੇ ਨਾਲ ਇੱਕ ਹੋਰ ਗੱਲ ਜੋੜਦਾ ਸੀਗਾ, ਜਦੋਂ ਸੋਲੀਸਿਟਰ ਜਨਰਲ ਨੇ ਕਿਹਾ ਨਾ ਵੀ ਸਾਡਾ ਜਿਹੜਾ ਵਪਾਰ ਆ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਗਿਆ, ਉਹਦੇ ਬਾਰੇ ਵੀ ਚੀਫ ਜਸਟਿਸ ਦੀ ਕੀ ਟਿੱਪਣੀ ਸੀ, ਉਹਦੇ ਬਾਰੇ ਵੀ ਜ਼ਿਕਰ ਕਰਨਾ ਬਣਦਾ ਜੀ। ਤੁਹਾਡੀ ਗੱਲ ਜਿਹੜੀ ਰਹਿ ਗਈ ਉਹ ਵੀ ਲੈਨੇ ਆ, ਪਰ ਸਮਾਂ ਫਿਰ ਇੱਕ ਬ੍ਰੇਕ ਦਾ ਹੋ ਗਿਆ ਜੀ। ਜੀ ਜੀ, ਮਿਲਦੇ ਆ ਜੀ ਇਸੇ ਪ੍ਰੋਗਰਾਮ ਵਿੱਚ ਬ੍ਰੇਕ ਤੋਂ ਬਾਅਦ। ਸਵਾਗਤ ਹੈ ਜੀ ਪ੍ਰੋਗਰਾਮ ਵਿਚਾਰ ਚਰਚਾ ਦੇ ਆਖਰੀ ਹਿੱਸੇ ਵਿੱਚ। ਤੇ ਸ਼ੇਰਗਿੱਲ ਸਾਹਿਬ, ਤੁਸੀਂ ਗੱਲ ਕਰਦੇ ਸੀ, ਕੋਈ ਟਿੱਪਣੀ ਸੀ, ਤੁਸੀਂ ਕੁਝ ਦੱਸਣੀ ਸਾਨੂੰ? ਮੈਂ ਇਸ ਨੂੰ ਇਸ ਕਰਕੇ ਇੱਧਰ ਜੋੜ ਰਿਹਾ ਕਿਉਂਕਿ ਹੁਣ ਜਦੋਂ ਗੱਲ ਚੱਲ ਰਹੀ ਆ ਖੇਤੀਬਾੜੀ ਦਾ ਜਿਹੜਾ ਪ੍ਰਧਾਨ ਦੇਸ਼ ਆ ਸਾਡਾ ਜੀ, ਉਹਦੇ ਨਾਲ ਹੀ ਸਾਰੀ ਆਰਥਿਕਤਾ ਚੱਲਦੀ ਆ। ਇਹਨੂੰ ਲੈ ਕੇ ਜਦੋਂ ਸੋਲੀਸਿਟਰ ਜਨਰਲ ਨੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਕਿਹਾ ਨਾ ਵੀ ਇਹਨਾਂ ਦੇ ਅੰਦੋਲਨ ਕਰਕੇ ਇੰਨਾ ਨੁਕਸਾਨ ਹੋ ਗਿਆ ਆਰਥਿਕਤਾ ਨੂੰ, ਵਪਾਰ ਨੂੰ, ਠੱਪ ਪਿਆ ਕਾਰੋਬਾਰ, ਦਿੱਲੀ ਦੇ ਲੋਕਾਂ ਕੋਲ ਸਮਾਨ ਮੁੱਕਣ ਕਿਨਾਰੇ ਆ ਗਿਆ, ਇੱਥੋਂ ਤੱਕ ਉਹਨੇ ਕਹਿ ਦਿੱਤਾ। ਮੈਂ ਆਪਣੀ ਟਿੱਪਣੀ ਆਪਣੇ ਤੌਰ ਤੇ ਕਰਨੀ ਚਾਹੁੰਦਾ ਬਈ ਜਦੋਂ ਤੁਸੀਂ ਇਹਨਾਂ ਕਰੋਨਾ ਕਾਲ ਦੇ ਵਿੱਚ ਹੀ 50-60 ਰੁਪਏ ਲੀਟਰ ਤੇਲ ਸੀ ਜਿਹੜਾ ਡੀਜ਼ਲ ਪੈਟਰੋਲ, ਉਹ ਤੁਸੀਂ 70, 80, 90, 95 ਤੇ ਲੈ ਗਏ ਆ, ਤੇ ਉਹ ਮਹਿੰਗਾਈ ਨਹੀਂ ਹੋਈ? ਉਹਦੇ ਨਾਲ ਨਹੀਂ ਤੁਹਾਡਾ ਕਾਰੋਬਾਰ ਕੋਈ ਪ੍ਰਭਾਵਿਤ ਹੁੰਦਾ ਪਏ? ਜਦੋਂ ਕੱਚੇ ਤੇਲ ਦੀ ਕੀਮਤ ਮਸਾਂ ਕੁਛ ਡਾਲਰ ਆ ਬੈਰਲ ਦੀ ਜੀ, ਤੇ ਤੁਸੀਂ ਉਹਦਾ ਜਿਹੜਾ ਭਾਅ ਆ ਇੰਨਾ ਵਧਾ ਕੇ 100 ਦੇ ਨੇੜੇ ਲੈ ਗਏ। ਤਕਰੀਬਨ ਡੀਜ਼ਲ ਪੈਟਰੋਲ ਇੱਕ ਵਾਰੀ ਤਾਂ ਨੇੜੇ ਬਿਲਕੁਲ ਬਰਾਬਰ ਦੇ ਪੱਧਰ ਤੱਕ ਲੈ ਆਂਦਾ ਸੀ, ਥੋੜਾ ਫਰਕ ਰਹਿ ਗਿਆ ਸੀਗਾ, ਤੇ ਉਹਦੇ ਨਾਲ ਨਹੀਂ ਮਹਿੰਗਾਈ ਵੱਧਦੀ? ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਤੁਸੀਂ ਕਹਿ ਰਹੇ ਵੀ ਮਹਿੰਗਾਈ ਵੱਧ ਰਹੀ ਆ ਜੀ, ਸਾਡੇ ਕੋਲ ਸਮਾਨ ਨਹੀਂ ਹੈਗਾ, ਉੱਥੇ ਵਪਾਰ ਬੰਦ ਪਿਆ, ਠੱਪ ਪਿਆ ਕਾਰੋਬਾਰ ਸਾਰਾ, ਤੇ ਇਹਦੇ ਨਾਲ ਲੋਕ ਚੀਜ਼ਾਂ ਦੀਆਂ ਕੀਮਤਾਂ ਵੱਧ ਜਾਣੀਆਂ ਜੀ। ਤੇ ਜਿਹੜੀ ਤੁਸੀਂ ਆਪ ਹੀ ਕੀਮਤਾਂ ਵਧਾ ਰਹੇ ਆ ਕਰੋਨਾ ਕਾਲ ਦੀ ਆੜ ਦੇ ਵਿੱਚ, ਤੁਸੀਂ ਸਾਰਾ ਕੁਝ ਇਸ ਵੇਲੇ ਇਸ ਕਦਰ ਵਧਾ ਦਿੱਤਾ ਗਿਆ ਕਿ ਆਮ ਆਦਮੀ ਦੀ ਪਹੁੰਚ ਤੋਂ ਬਹੁਤ ਦੂਰ ਲੈ ਗਏ ਆ ਜੀ। ਤੇ ਡੀਜ਼ਲ ਦੀ ਗੱਲ ਜੇ ਮੈਂ ਕਰਦਾ, ਜਿਹੜੇ ਵਧਾ ਰਹੇ ਆ ਤਾਂ ਉਹ ਕਿਸਾਨਾਂ ਦੀ ਰੀੜ੍ਹ ਦੀ ਹੱਡੀ ਡੀਜ਼ਲ ਹੀ ਆ ਜੀ। ਅੱਜ ਕੱਲ੍ਹ ਕਿਹੜਾ ਕੰਮ ਹੈ ਕਿਸਾਨਾਂ ਦਾ ਡੀਜ਼ਲ ਤੋਂ ਬਿਨਾਂ ਜਿਹੜਾ ਹੋ ਸਕਦਾ? ਹਰੇਕ ਕੰਮ 'ਚ ਉਹਨਾਂ ਨੂੰ ਡੀਜ਼ਲ ਚਾਹੀਦਾ,
ਜੇ ਖੇਤ ਵਾਹੁਣੇ ਆ, ਟਰੈਕਟਰ ਚਲਾਉਣੇ ਆ, ਇੰਜਨ ਚਲਾਉਣੇ ਆ, ਮਤਲਬ ਕੀ ਪਏ ਡੀਜ਼ਲ ਦੀ ਜਿਹੜੀ ਵਰਤੋਂ ਆ ਕੇਵਲ ਵਪਾਰ ਲਈ, ਰੋਡਾਂ ਤੇ ਟਰੱਕਾਂ ਲਈ, ਕਾਰੋਬਾਰਾਂ ਲਈ ਨਹੀਂ, ਉਹ ਤਾਂ ਕਿਸਾਨਾਂ ਲਈ ਬਹੁਤ ਬੇਸਿਕ ਲੋੜ ਆ। ਖੇਤੀ ਲਈ ਕਾਫੀ ਵਰਤੋਂ ਹੁੰਦੀ, ਬਹੁਤ ਜ਼ਿਆਦਾ ਵਰਤੋਂ ਹੁੰਦੀ ਆ। ਤੇ ਤੁਸੀਂ ਉਸ ਆੜ ਦੇ ਵਿੱਚ ਆਪ ਮਹਿੰਗਾਈ ਜਿੰਨੀ ਮਰਜ਼ੀ ਕਰੀ ਜਾਓ, ਤੇ ਜਦੋਂ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਤਾਂ ਤੁਸੀਂ ਕਹਿੰਦੇ ਜੀ ਇਹਨਾਂ ਨੇ ਸਾਡੀ ਮਹਿੰਗਾਈ ਵਧਾਤੀ ਆ। ਜੀ ਕਿਹੜੇ ਲੈਵਲ ਤੇ ਵਧਾਈ ਆ, ਕਿੱਥੇ ਵਧਾਈ ਆ ਦੱਸੋ। ਜੀ ਸੋ ਮੈਂ ਇਸੇ ਕਰਕੇ ਕਹਿ ਰਿਹਾ ਸੀਗਾ ਵੀ ਜਦੋਂ ਇਹਨਾਂ ਨੂੰ ਲੋੜ ਆ ਫਿਰ ਤਾਂ ਭਾਈ ਕਰੋਨਾ ਆ ਗਿਆ, ਜਦੋਂ ਫਿਰ ਸੰਸਦ ਦਾ ਸੱਤਰ ਵੀ ਨਹੀਂ ਬੁਲਾਉਣਾ, ਸੰਸਦ ਦਾ ਇਜਲਾਸ ਵੀ ਨਹੀਂ ਬੁਲਾਉਣਾ ਜੀ, ਕਰੋਨਾ ਬਹੁਤ ਵੱਡੇ ਪੱਧਰ ਤੇ ਫੈਲਿਆ। ਤਾਂ ਅੱਜ ਕਿਸੇ ਦੇ ਹੁਣ ਬੰਗਾਲ 'ਚ ਚੋਣਾਂ ਹੋਣ, ਦੇਖੋ ਇਹਨਾਂ ਨੇ ਪੂਰੀ ਮੁਹਿੰਮ ਚਲਾਈ ਹੋਈ ਨਾ ਬੰਗਾਲ ਦੇ ਵਿੱਚ, ਜੀ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਵੀ ਇੱਥੇ ਕਿਸਾਨ ਚਾਹੇ 24 ਕਿਸਾਨਾਂ ਦੀ ਜਾਨ ਜਾ ਚੁੱਕੀ ਆ, ਚਾਹੇ ਹੋਰ ਮਰ ਜਾਣ ਚਾਹੇ ਨਾ ਮਰਨ, ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਇਹਨਾਂ ਨੇ ਆਪਣਾ ਮਿਸ਼ਨ ਉਧਰ ਨੂੰ ਬੰਗਾਲ ਵੱਲ ਨੂੰ ਤੋਰ ਲਿਆ। ਤੇ ਬੰਗਾਲ 'ਚ ਤੇ ਕਰੋਨਾ ਵੀ ਨਹੀਂ ਹੋਣਾ ਮੈਨੂੰ ਲੱਗਦਾ। ਨਹੀਂ, ਉੱਥੇ ਤਾਂ ਪਹਿਲਾਂ ਕਰੋਨਾ ਸੀਗਾ, ਲਾਕਡਾਊਨ ਲਾਇਆ, ਪਰ ਉਹ ਡਾਢੀ ਆ ਨਾ ਬੀਬੀ, ਉਹ ਜੀ ਮਮਤਾ ਬੈਨਰਜੀ ਡਾਢੀ ਆ, ਉਹ ਖੜ ਗਈ ਮੋਰੇ, ਮੈਂ ਨਹੀਂ ਲਾਕਡਾਊਨ ਲਾਉਂਦੀ, ਜਾਓ ਕਰ ਲਓ ਜੋ ਕਰਨਾ, ਉਹਨੇ ਨਹੀਂ ਲਾਇਆ। ਪਰ ਹੁਣ ਇਹਨਾਂ ਲਈ ਉੱਥੇ ਕਰੋਨਾ ਹੈ ਨਹੀਂ ਜੀ, ਕਿਉਂਕਿ ਪਹਿਲਾਂ ਇਹਨਾਂ ਨੇ ਰੌਲਾ ਪਾਇਆ ਸੀਗਾ ਵੀ ਕਰੋਨਾ ਦਾ, ਪਰ ਹੁਣ ਕਰੋਨਾ ਹੈ ਨਹੀਂ। ਦੇਖੋ ਉੱਥੇ ਕਿਦਾਂ ਦਲ ਬਦਲੂ, ਕਦੇ ਕੋਈ ਐਮਐਲਏ ਪਾਰਟੀ ਛੱਡ ਰਿਹਾ, ਕਦੇ ਕੋਈ ਮੰਤਰੀ ਅਸਤੀਫਾ ਦੇ ਰਿਹਾ। ਸੋ ਇਹਨਾਂ ਦਾ ਮਿਸ਼ਨ ਹੁਣ ਬੰਗਾਲ ਵੱਲ ਨੂੰ ਤੁਰ ਪਿਆ। ਜੀ ਸੋ ਪਹਿਲਾਂ ਆਪਣਾ ਦੇਸ਼ ਦੀ ਜਿਹੜੀ ਆਰਥਿਕਤਾ ਜਿਹਦੇ ਸਹਾਰੇ ਖੜੀ ਆ ਉਹਦਾ ਤਾਂ ਨਿਪਟਾਰਾ ਕਰ ਲਓ। ਮਤਲਬ ਕਹਿਣ ਦਾ ਵੀ ਆਪਾਂ ਤਾਂ ਚੋਣਾਂ ਜਿੱਤਣੀਆਂ, ਇਲੈਕਸ਼ਨਾਂ ਜਿੱਤੀਆਂ, ਚਾਹੇ ਉਹ ਬੰਗਾਲ ਹੋਵੇ ਚਾਹੇ ਕਿਤੇ ਹੋਵੇ, ਸਾਡੇ ਲਈ ਜਿਹੜਾ ਮਰਜ਼ੀ ਕੋਈ ਹੋਵੇ ਕਰਦਾ, ਸਾਨੂੰ ਨਹੀਂ ਪ੍ਰਭਾਵ ਦੇ ਨਾਲ ਜੀ। ਸ਼ੇਰਗਿੱਲ ਸਾਹਿਬ, ਪੰਜਾਬ ਤੋਂ ਵੀ ਜਦੋਂ ਅਸੀਂ ਦੇਖੀਏ ਤਾਂ ਇਸ ਅੰਦੋਲਨ ਦੀ ਰਾਜਨੀਤੀ ਕਰਨ ਦੀ ਹਮੇਸ਼ਾ ਹੀ ਕੋਸ਼ਿਸ਼ ਸਾਰੀਆਂ ਪਾਰਟੀਆਂ ਕਰ ਰਹੀਆਂ। ਬੀਤੇ ਦਿਨੀ ਇੱਕ ਸਾਡੇ ਬੀਬੀ ਪ੍ਰਧਾਨ ਬਣੀ ਸੀ, ਉਹਨੇ ਵੀ ਕੁਝ ਇਹੋ ਜਿਹੀਆਂ ਗੱਲਾਂ ਕੀਤੀਆਂ, ਤੇ ਕੱਲ ਜਿਹੜਾ ਕੇਜਰੀਵਾਲ ਦਾ ਉਸ ਕਾਨੂੰਨ ਦਾ ਉਹ ਪੇਪਰ ਪਾੜਨੇ ਆ ਸੰਵਿਧਾਨ ਉਹਦੇ ਵਿੱਚ ਵਿਧਾਨ ਸਭਾ ਦੇ ਵਿੱਚ, ਮੈਨੂੰ ਤਾਂ ਉਹ ਵੀ ਕਿਤੇ ਨਾ ਕਿਤੇ ਕੁਝ ਰਾਜਨੀਤੀ ਲੱਗਦੀ ਹੈ। ਤੁਹਾਡੀ ਕੀ ਰਾਏ ਉਹਦੇ? ਦੇਖੋ ਜੀ, ਹੁਣ ਜਦੋਂ ਮੈਂ ਉਹੀ ਦੱਸਦਾ ਸੀ ਨਾ ਵੀ ਪ੍ਰਧਾਨ ਮੰਤਰੀ ਸਾਹਿਬ ਕਹਿ ਰਹੇ ਆ ਵੀ ਸਿਆਸੀ ਪਾਰਟੀਆਂ ਇਹਨਾਂ ਨੂੰ ਗੁੰਮਰਾਹ ਕਰ ਰਹੀਆਂ ਜੀ। ਸਿਆਸੀ ਪਾਰਟੀਆਂ ਤਾਂ ਇਹਨਾਂ ਦੇ ਵਿੱਚ ਘੁਸਣ ਦੀ ਬਹੁਤ ਕੋਸ਼ਿਸ਼ ਕਰ ਰਹੀਆਂ। ਤੁਸੀਂ ਯਾਦ ਹੋਊਗਾ ਤੁਹਾਨੂੰ ਵੀ ਕੇਜਰੀਵਾਲ ਸਾਹਿਬ ਉੱਥੇ ਸਿੰਘੂ ਬਾਰਡਰ ਦੇ ਕਿਸਾਨਾਂ 'ਚ ਮਿਲ ਕੇ ਵੀ ਗਏ ਜੀ। ਜਿੱਦਣ ਮਿਲ ਕੇ ਗਏ ਦੂਜੇ ਦਿਨ ਹੀ ਉਹਨਾਂ ਨੂੰ ਹਾਊਸ ਅਰੈਸਟ ਕਰਨ ਦੀ ਗੱਲ ਆ ਗਈ ਜੀ, ਵੀ ਉਹਨਾਂ ਨੂੰ ਜੇ ਆਪਣੇ ਘਰ ਦੇ ਵਿੱਚ ਹੀ ਨਜ਼ਰਬੰਦ ਕਰ ਦਿੱਤਾ। ਜਦੋਂ ਰੌਲਾ ਪੈ ਗਿਆ ਤੁਹਾਡਾ ਵੀ ਤੁਸੀਂ ਇੱਕ ਕਾਨੂੰਨ ਲਾਗੂ ਕਰ ਦਿੱਤਾ, ਨੋਟੀਫਿਕੇਸ਼ਨ ਜਾਰੀ ਹੋ ਗਿਆ, ਤੇ ਇੰਨੇ ਦੇਰ ਬਾਅਦ ਆ ਕੇ ਵਿਧਾਨ ਸਭਾ 'ਚ ਕਾਪੀਆਂ ਪਾੜਨੀਆਂ, ਇਹਦੀ ਕੀ ਤੁੱਕ ਬਣਦੀ ਆ? ਠੀਕ ਹੈ, ਆਪਾਂ ਥੋੜੀ ਜਿਹੀ ਸਿਫਤ ਇਸ ਕਰਕੇ ਕੀਤੀ ਵੀ ਹਾਂ ਵੀ ਉਹਨਾਂ ਨੇ ਕਿਸਾਨਾਂ ਦੇ ਨਾਲ ਹਾਂ ਦਾ ਨਾਰਾ ਮਾਰਿਆ, ਪਰ ਇੰਨੇ ਦਿਨ ਕਿਉਂ ਲੱਗ ਗਏ ਜੀ? ਹੁਣ ਐਡੀ ਕਾਹਲੀ ਵੀ ਕਿਉਂ ਪੈ ਗਈ ਵੀ ਜੇ ਤੁਸੀਂ ਇੱਕ ਦਿਨ ਦਾ ਵਿਸ਼ੇਸ਼ ਇਜਲਾਸ ਬੁਲਾ ਕੇ ਸਿਰਫ ਤਾਂ ਸਿਰਫ ਇਹ ਕਾਨੂੰਨ ਦੀਆਂ ਕਾਪੀਆਂ ਪਾੜ ਕੇ ਦਿਖਾ ਲਈਆਂ ਸੀਗੀਆਂ ਵੀ ਅਸੀਂ ਇਹਨੂੰ ਪਾੜ ਦਿੱਤੀਆਂ ਜੀ, ਅਸੀਂ ਇਹ ਲਾਗੂ ਨਹੀਂ ਕੀਤਾ। ਇਸ ਤੋਂ ਪਹਿਲਾਂ ਵੀ ਅਸੀਂ ਕਈ ਵਾਰ ਦੇਖਦੇ ਹਾਂ ਆਮ ਲੋਕ ਕਈ ਵਾਰ ਵੱਖ-ਵੱਖ ਮੌਕਿਆਂ ਦੇ ਉੱਤੇ ਕੁਝ ਕਾਨੂੰਨਾਂ ਦੀਆਂ ਕਾਪੀਆਂ ਪਾੜਦੇ ਨੇ। ਸਾਡੇ ਪੰਜਾਬ ਵਿੱਚ ਇਹੋ ਜਿਹੀਆਂ ਘਟਨਾਵਾਂ ਵੀ ਹੋਈਆਂ ਕਿ ਸੰਵਿਧਾਨ ਵੀ ਪਾੜੇ ਗਏ। ਬਿਲਕੁਲ ਜੀ। ਤੇ ਇਸ ਤੋਂ ਜਿਹੜੀ ਨੇੜੇ ਦੀ ਘਟਨਾ ਆ, ਰਾਹੁਲ ਗਾਂਧੀ ਨੇ ਮਨਮੋਹਨ ਸਿੰਘ ਵਾਲਾ ਇੱਕ ਬਿੱਲ ਪਾੜਿਆ ਸੀ ਤੇ ਬੜੀ ਉਹਦੀ ਮੁਲਕ ਦੇ ਵਿੱਚ ਨਿਖੇਧੀ ਹੋਈ ਸੀ। ਤੇ ਇਸ ਗੱਲ ਨੂੰ ਇੱਕ ਸਮਝਦਾਰੀ ਵਾਲਾ ਕਦਮ ਨਹੀਂ ਦੱਸਿਆ ਜਾ ਸਕਦਾ ਕਿ ਤੁਸੀਂ ਔਨ ਰਿਕਾਰਡ ਜਾਂ ਕੈਮਰੇ ਦੇ ਉੱਤੇ ਤੁਸੀਂ ਕੋਈ ਕਾਗਜ਼ ਪਾੜ ਰਹੇ ਆ, ਉਹਨੂੰ ਬਿੱਲ ਨੂੰ ਰੱਦ ਕਰ ਦਿਓ, ਆਪਣਾ ਬਿੱਲ ਲਾਗੂ ਕਰ ਦਿਓ, ਠੀਕ ਹੈ। ਤੇ ਕਿਸੇ ਚੀਜ਼ ਨੂੰ ਪਾੜ ਕੇ ਦਿਖਾਉਣਾ ਤੇ ਇੱਕ ਗਲਤ ਗੱਲ ਹੀ ਨਜ਼ਰ ਆਉਂਦੀ। ਮੈਂ ਤੁਹਾਡੀ ਉਹ ਰਾਹੁਲ ਵਾਲੀ ਗੱਲ ਨੂੰ ਥੋੜਾ ਜਿਹਾ ਦੱਸ ਦਵਾਂ ਵੀ ਜਿਹੜਾ ਉਹਨਾਂ ਦੇ ਉਹ ਮਨਮੋਹਨ ਸਿੰਘ ਦੇ ਬਿੱਲ ਪਾੜ ਕੇ ਸਾਹਮਣੇ ਸੁੱਟਿਆ ਤਾਂ ਮੂੰਹ ਤੇ ਸੀ, ਪਰ ਮੈਂ ਕਹਿਣਾ ਨਹੀਂ ਚਾਹੁੰਦਾ ਜੀ, ਸਾਹਮਣੇ ਸੁੱਟਿਆ ਸੀ ਨਾ, ਉਹੀ ਇਹਨਾਂ ਦੇ ਪਤਨ ਦਾ ਕਾਰਨ ਬਣਿਆ ਜੀ। ਜੇ ਮੈਂ ਗਲਤ ਨਾ ਹੋਵਾਂ ਤਾਂ ਕਾਂਗਰਸ ਅੱਜ ਤੱਕ ਉੱਠੀ ਨਹੀਂ, ਉਸੇ ਬਿੱਲ ਨੇ ਇਹਨਾਂ ਨੂੰ ਲੈ ਬੈਠੇ। ਉਹ ਕਾਨੂੰਨ ਲਾਗੂ ਹੋ ਗਿਆ ਸੀ, ਉਹ ਸੀਗਾ ਜਿਹੜਾ ਨਿਊਕਲੀਅਰ ਸਮਝੌਤਾ ਕੀਤਾ ਸੀ ਅਮਰੀਕਾ ਦੇ ਨਾਲ, ਜਿਹਦੇ ਲਈ ਮਨਮੋਹਨ ਸਿੰਘ ਹੁਣੀ ਪ੍ਰਤੀਬੱਧ ਸੀਗੇ, ਵਚਨ ਕਰਕੇ ਆਏ ਸੀਗੇ, ਜਿਹਦੇ ਤੋਂ ਪਿੱਛੇ ਹਟਿਆ ਨਹੀਂ ਜਾ ਸਕਦਾ ਸੀਗਾ, ਜਿਹਦੇ ਲਈ ਇਹ ਖਿਲਾਫ ਸੀਗੇ। ਖੱਬੇ ਪੱਖੀਆਂ ਵੀ ਇਸੇ ਕਰਕੇ ਸਮਰਥਨ ਵਾਪਸ ਲੈ ਲਿਆ ਸੀਗਾ ਇਹਨਾਂ ਤੋਂ ਉਸ ਦੌਰ ਦੇ ਵਿੱਚ। ਪਰ ਉਹ ਆਪਣੇ ਗੱਲ ਪਗਾਉਣ, ਕਿਉਂਕਿ ਅੰਤਰਰਾਸ਼ਟਰੀ ਪੱਧਰ ਤੇ ਜਦੋਂ ਇਹੋ ਜਿਹੀ ਗੱਲ ਹੋਵੇ ਤਾਂ ਫਿਰ ਦੇਸ਼ ਦੀ ਹੇਠੀ ਹੁੰਦੀ ਆ ਪਿੱਛੇ ਹਟਣ ਕਰਕੇ। ਉਹ ਹੁਣ ਜਦੋਂ ਸਿਆਸੀ ਪਾਰਟੀਆਂ ਇਸ ਲਾਹਾ ਜਦੋਂ ਕਿਸੇ ਪਾਸਿਓਂ ਨਹੀਂ ਮਿਲਿਆ, ਕਿਸਾਨਾਂ ਨੇ ਨੇੜੇ ਢੁੱਕਣ ਨਹੀਂ ਦਿੱਤਾ, ਕਿਸੇ ਨੂੰ ਆਵਾਜ਼ ਬਣ ਨਹੀਂ ਦਿੱਤੀ, ਤਾਂ ਫਿਰ ਉਹਨਾਂ ਨੇ ਦੇਖਿਆ ਵੀ ਹੁਣ ਹੋਰ ਕੋਈ ਚਾਰਾ ਨਹੀਂ, ਤੇ ਕੋਈ ਸ਼ੰਭੂ ਬਾਰਡਰ ਤੇ ਧਰਨੇ ਪ੍ਰਦਰਸ਼ਨ ਕਰ ਰਿਹਾ, ਕੋਈ ਅੰਮ੍ਰਿਤਸਰ ਗੋਲਡਨ ਗੇਟ ਦੇ ਉੱਤੇ ਰੋਸ ਪ੍ਰਦਰਸ਼ਨ ਕਰ ਰਿਹਾ, ਤੇ ਕਿਸੇ ਹੋਰ ਨੂੰ ਕੁਝ ਲੱਭਾ ਨਹੀਂ, ਉਹ ਕਹਿੰਦੇ ਚੱਲ ਅਸੀਂ ਯਾਰ ਕਾਪੀਆਂ ਹੀ ਪਾੜ ਦਿੰਦੇ ਆ ਜੀ। ਉਹ ਕਾਪੀਆਂ ਪਾੜਨ ਦਾ ਦਿਖਾਵਾ ਕਿਉਂ ਕਰਦੇ ਆ? ਤੁਸੀਂ ਉੱਦਾਂ ਕਰਦੇ ਹੋ, ਜੇ ਤੁਸੀਂ ਨੋਟੀਫਿਕੇਸ਼ਨ ਤੁਹਾਡਾ ਜਾਰੀ ਹੋਇਆ ਤੇ ਉਹ ਤੁਹਾਡੀ ਸਰਕਾਰ ਵੱਲੋਂ ਜਾਰੀ ਹੋਇਆ ਸੀ, ਤੁਸੀਂ ਇੱਕ ਕਾਨੂੰਨ ਲਾਗੂ ਵੀ ਕਰਤਾ। ਇਹ ਸਾਰਾ ਦਿਖਾਵਾ ਕਰਕੇ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਦਿਖਾਉਣ ਦੀ ਕੋਸ਼ਿਸ਼ ਕਿਉਂ ਕਰਦੇ ਆ? ਬਣ ਕੇ ਦਿਖਾਓ ਨਾ ਜੀ। ਕਿਸਾਨ ਹਿਤੈਸ਼ੀ ਜੇ ਤੁਸੀਂ ਵਾਕਿਆ ਹੈਗੇ ਤਾਂ ਉਹਦਾ ਬਣ ਕੇ ਦਿਖਾਓ, ਉਹਦੇ ਲਈ ਆਵਾਜ਼ ਉਠਾਓ, ਗੱਲ ਕਰੋ ਜਾ ਕੇ, ਭਾਈ ਇਹ ਤੁਸੀਂ ਕਰ ਰਹੇ ਆ ਬਿਲਕੁਲ ਗਲਤ ਆ, ਇਹਨੂੰ ਕਿਉਂ ਕੀਤਾ ਇਹ ਜੀ? ਤੁਸੀਂ ਆਪ ਦੇ ਵਿਧਾਨ ਸਭਾ 'ਚ ਹੁਣ ਜੇ ਆਪਾਂ ਸ਼ੁਰੂ 'ਚ ਦੇਖੀਏ ਤਾਂ ਪੰਜਾਬ ਵਿਧਾਨ ਸਭਾ ਨੇ ਤਾਂ ਉਦੋਂ ਹੀ ਵਿਸ਼ੇਸ਼ ਸੈਸ਼ਨ ਬੁਲਾਇਆ, ਪਰ ਬੁਲਾਇਆ ਸੀਗਾ ਕਿਸਾਨਾਂ ਨੇ ਮਜਬੂਰ ਕਰਤਾ ਸੀ ਬਿਲਕੁਲ ਬੁਲਾਉਣ ਲਈ, ਵੀ ਜੇ ਤਾਂ ਇੰਨੇ ਦਿਨ ਦੇ ਵਿੱਚ ਤੁਸੀਂ ਕਰਦੇ ਆ, ਨਹੀਂ ਤਾਂ ਫਿਰ ਅਸੀਂ ਆਹ ਕਰਨ ਲੱਗੇ ਆ।
ਫਿਰ ਉਹ ਮੁੱਖ ਮੰਤਰੀ ਨੇ ਕਿਹਾ ਸੀਗਾ ਬਈ ਨਹੀਂ ਇਹ ਪੋਸੀਬਲ ਨਹੀਂ ਹੈਗਾ ਐਡੀ ਛੇਤੀ ਬੁਲਾਉਣਾ। ਖੈਰ ਉਦੋਂ ਬੁਲਾ ਵੀ ਲਿਆ ਸੀਗਾ, ਪੋਸੀਬਲ ਵੀ ਹੋ ਗਿਆ, ਸਾਰਾ ਕੁਝ ਹੋ ਜਾਂਦਾ। ਕੰਮ ਸਾਰਾ ਇਹਨਾਂ ਦੇ ਵੱਸ ਦੀ ਗੱਲ ਆ, ਕਰਨਾ ਨਹੀਂ ਕਰਨਾ ਇਹਨਾਂ ਦੀ ਆਪਣੀ ਨੀਅਤ ਤੇ ਨਿਰਭਰ ਕਰਦਾ ਜੀ। ਇਸੇ ਸਬੰਧ ਵਿੱਚ ਕੱਲ ਉੱਥੋਂ ਸਿੰਘੂ ਬਾਰਡਰ ਤੋਂ ਕਿਸਾਨ ਜਥੇਬੰਦੀਆਂ ਨੇ ਵੀ ਇਹ ਗੱਲ ਕਹੀ ਹੈ ਕਿ ਜਿਹੜੀਆਂ ਸਾਰੀਆਂ ਸਿਆਸੀ ਧਿਰਾਂ ਆ ਇਹ ਆਪਣੀ ਆਪਣੀ ਜਗ੍ਹਾ ਲੱਭ ਰਹੀਆਂ, ਜਦ ਕਿ ਧਰਨੇ ਦੇ ਵਿੱਚ ਜੇ ਤੁਸੀਂ ਆਉਣਾ ਹੈ ਤਾਂ ਸਿਰਫ ਆਮ ਲੋਕ ਬਣ ਕੇ, ਆਮ ਕਿਸਾਨ ਬਣ ਕੇ ਆਓ। ਆਪਾਂ ਵੀ ਪਹਿਲੇ ਦਿਨ ਤੋਂ ਕਹਿ ਰਹੇ ਆ ਵੀ ਕਿਸਾਨ ਵੀ ਕਹਿ ਰਹੇ ਆ ਵੀ ਜੇ ਤੁਸੀਂ ਸਿਆਸੀ ਬੰਦੇ ਨੇ ਕਿਸੇ ਨੇ ਆਉਣਾ ਵੀ ਆ ਤਾਂ ਝੰਡਾ ਲਾ ਕੇ ਆਉਣਾ ਪੈਣਾ ਜੀ। ਸਾਡਾ ਜਿਹੜਾ ਆ ਝੰਡਾ ਉਹ ਦਾਤੀ ਥੋੜੇ ਵਾਲਾ ਜਾਂ ਕੋਈ ਹੋਰ ਹਰੇ ਰੰਗ ਦਾ ਕਿਸਾਨੀ ਝੰਡਾ ਜਿਹੜਾ ਉਹ ਮਜ਼ਦੂਰ ਝੰਡਾ ਜਿਹੜਾ ਉਹ ਲੈ ਕੇ ਆਉਣਾ ਪਊਗਾ। ਹੁਣ ਇਹਦੇ ਵਿੱਚ ਕਈ ਸਿਆਸੀ ਆਗੂ ਜਿਹੜੇ ਆ ਉਹ ਦੇਖਦੇ ਆ ਵੀ ਜੇ ਕੋਈ ਬਿਆਨਬਾਜ਼ੀ ਕਰ ਲਈਏ ਤਾਂ ਲਾਈਮਲਾਈਟ 'ਚ ਆ ਜੰਨੇ ਆਪਾਂ ਜੀ। ਹੁਣ ਤੁਸੀਂ ਗੱਲ ਕੀਤੀ ਸੀ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਬੀਬੀ ਜਗੀਰ ਕੌਰ ਦੀ, ਹਾਲਾਂਕਿ ਉਹਨਾਂ ਨੇ ਸਪਸ਼ਟੀਕਰਨ ਵੀ ਦੇ ਦਿੱਤਾ ਵੀ ਮੇਰੇ ਜਿਹੜੀ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ। ਸਪਸ਼ਟੀਕਰਨ ਦੀ ਸਾਡੀ ਪੱਕੀ ਰਾਏ ਹੈ, ਉਹ ਤਾਂ ਦੇਣਾ ਹੀ ਹੁੰਦਾ ਉਹਨਾਂ ਨੇ ਅਗਲੇ ਦਿਨ, ਹਾਂ ਵੀ ਮੈਂ ਸਤਿਕਾਰ ਕਰਦੀ ਹਾਂ ਬਹੁਤ ਕਿਸਾਨਾਂ ਦਾ ਜਿਹੜਾ ਸੰਘਰਸ਼ ਆ ਉਹਦੇ ਵਿੱਚ ਮੈਂ ਹਰ ਤਰ੍ਹਾਂ ਦੇ ਯੋਗਦਾਨ ਦੇਣ ਨੂੰ ਤਿਆਰ ਆ। ਖੈਰ ਸ਼੍ਰੋਮਣੀ ਕਮੇਟੀ ਆਪਣੇ ਤੌਰ ਤੇ ਦੇ ਵੀ ਰਹੀ ਆ, ਉੱਥੇ ਦਵਾਈਆਂ ਦਾ ਹੋਰ ਲੰਗਰ ਦਾ ਸਾਰਾ ਕੁਝ ਪ੍ਰਬੰਧ ਉਹਨਾਂ ਨੇ ਕੀਤਾ ਵੀ ਹੋਇਆ, ਦਿੱਲੀ ਕਮੇਟੀ ਨੇ ਵੀ ਕੀਤਾ ਹੈ ਜੀ। ਪਰ ਇਸ ਸਮੇਂ ਦੇ ਵਿੱਚ ਜੇ ਕੋਈ ਬਿਆਨਬਾਜ਼ੀ ਕਰਦਾ ਤਾਂ ਥੋੜੀ ਬਹੁਤ ਸੋਚ ਸਮਝ ਕੇ ਕਰਨੀ ਚਾਹੀਦੀ ਹੈ ਜੀ। ਤੁਸੀਂ ਉਹਨੂੰ ਸਿਆਸੀ ਰੰਗਤ ਦੇਣ ਦੀ ਕੋਸ਼ਿਸ਼ ਕਰਨ ਨਾਲੋਂ ਉਹਦੇ ਲਈ ਆਪਣਾ ਬਣਦਾ ਯੋਗਦਾਨ ਦਿਓ। ਜੇ ਉਹਨੂੰ ਨਾ ਅੱਗੇ ਸਿਰੇ ਚੜਾ ਸਕਦੇ ਆ, ਘੱਟੋ ਘੱਟ ਉਹਨਾਂ ਨੂੰ ਸਪੋਰਟ ਤਾਂ ਦਿਓ ਨਾ ਥੱਲਿਓ। ਇੰਨੀ ਗੱਲ ਦਾ ਹੀ ਧਿਆਨ ਰੱਖ ਲੈਣ ਸਾਡੀਆਂ ਸਾਰੀਆਂ ਸਿਆਸੀ ਧਿਰਾਂ ਕਿ ਕਿਸਾਨਾਂ ਨੇ ਜਾਂ ਸਾਰੇ ਪੰਜਾਬ ਨੇ ਕਿਸੇ ਨੂੰ ਵੀ ਮੂੰਹ ਨਹੀਂ ਲਾਇਆ। ਬਿਲਕੁਲ ਜੀ ਬਿਲਕੁਲ, ਉਹ ਸ਼ੁਰੂ ਤੋਂ ਹੀ ਆਪਣਾ ਨਿਰੋਲ ਕਿਸਾਨੀ ਅੰਦੋਲਨ ਲੈ ਕੇ ਤੁਰੇ ਹੋ ਆ, ਨਿਰੋਲ ਰੱਖਿਆ ਹੋਇਆ। ਆਉਂਦੇ ਸਮੇਂ ਦੇ ਵਿੱਚ ਵੀ ਨਿਰੋਲ ਤੁਹਾਨੂੰ ਯਾਦ ਆਊਗਾ ਇੱਕ ਦੋ ਬੰਦੇ ਉਹਦੇ ਵਿੱਚ ਲੱਗੇ ਵੀ ਸੀਗੇ ਘੁਸਪੈਠ ਕਰਨ, ਪਰ ਉਹਨਾਂ ਨੇ ਸਾਫ਼ ਕਹਿਤਾ ਉੱਥੋਂ ਵੀ ਸਾਨੂੰ ਕਿਸੇ ਦੀ ਲੋੜ ਨਹੀਂ, ਜੋ ਸਾਡਾ ਮਕਸਦ ਆ, ਜੋ ਸਾਡਾ ਮੰਜ਼ਿਲ ਆ ਉਹ ਇਹੀ ਆ ਵੀ ਅਸੀਂ ਕਾਨੂੰਨ ਰੱਦ ਕਰਾਉਣੇ ਆ। ਹੋਰ ਸਾਡਾ ਕਿਸੇ ਨਾਲ ਕੋਈ ਟਕਰਾਅ ਨਹੀਂ, ਕਿਸੇ ਸਿਆਸੀ ਪਾਰਟੀ ਨਾਲ ਨਹੀਂ, ਕਿਸੇ ਸਰਕਾਰ ਨਾਲ ਨਹੀਂ, ਕੋਈ ਟਕਰਾਅ ਨਹੀਂ। ਸਾਡਾ ਜਿਹੜਾ ਭਵਿੱਖ ਤੁਸੀਂ ਖਰਾਬ ਕਰ ਰਹੇ ਆ, ਸਾਡੇ ਬੱਚਿਆਂ ਦਾ, ਸਾਡੀ ਫਸਲ ਦਾ, ਸਾਡੀ ਆਉਣ ਵਾਲੀ ਨਸਲ ਦਾ ਜਿਹੜਾ ਤੁਸੀਂ ਭਵਿੱਖ ਖਰਾਬ ਕਰ ਰਹੇ ਆ, ਉਹਦੇ ਲਈ ਅਸੀਂ ਇਹ ਜਦੋਜਹਿਦ ਕਰਦੇ ਆਏ ਆ। ਸਿਆਸੀ ਪਾਰਟੀਆਂ ਜੇ ਇਸ ਮੌਕੇ ਤੇ ਆ ਕੇ ਕੁਛ ਨਾ ਕੁਛ ਬੋਲਦੀਆਂ ਤਾਂ ਉਹਦਾ ਅਸਰ ਜ਼ਰੂਰ ਪੈਣਾ ਸੁਭਾਵਿਕ ਹੈ ਕਿਸਾਨਾਂ ਨਾਲ। ਤੇ ਕਿਸਾਨ ਇਸ ਕਰਕੇ ਉਸ ਵੇਲੇ ਬਲਵੀਰ ਸਿੰਘ ਰਾਜੇਵਾਲ ਉਹਨਾਂ ਨੇ ਵੀ ਇਸ ਨੂੰ ਲੈ ਕੇ ਅਕਾਲ ਤਖਤ ਸਾਹਿਬ ਨੂੰ ਤੇ ਨਾਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਕਿਹਾ ਵੀ ਇਹੋ ਜਿਹੀ ਬਿਆਨਬਾਜ਼ੀ ਕਰਨ ਤੋਂ ਆਪਣੇ ਆਗੂਆਂ ਨੂੰ ਰੋਕਣ, ਵੀ ਅਸੀਂ ਆਪਣਾ ਨਿਰੋਲ ਕਿਸਾਨੀ ਅੰਦੋਲਨ ਸੀ, ਹੈ ਤੇ ਰਹੇਗਾ। ਇਹਦੇ ਵਿੱਚ ਕਿਸੇ ਦੀ ਦਖਲ ਅੰਦਾਜ਼ੀ ਸਿਆਸੀ ਪਾਰਟੀ ਦੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਇਸ ਅੰਦੋਲਨ ਦਾ ਅੰਤ ਕਦੋਂ ਹੋਵੇਗਾ ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ, ਪਰ ਇਹਦੇ ਨਾਲ ਨਾਲ ਹੋਰ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਆਉਣਗੀਆਂ। ਪੰਜਾਬ ਦੀਆਂ ਤੇ ਆਲੇ ਦੁਆਲੇ ਦੇ ਸਟੇਟਾਂ ਦੀਆਂ ਜਿਹੜੀਆਂ ਰਾਜਨੀਤਿਕ ਸਫਾਂ ਆ ਉਹਨਾਂ 'ਚ ਵੀ ਭਾਰੀ ਬਦਲਾਅ ਦੇਖਣ ਨੂੰ ਮਿਲੇਗਾ, ਕਿਉਂਕਿ ਲੋਕਾਂ 'ਚ ਜਿਹੜੀ ਜਾਗਰੂਕਤਾ ਹੈ ਉਹ ਬਹੁਤ ਵਧੀਆ ਤਰੀਕੇ ਨਾਲ ਆਈ ਹੈ ਤੇ ਚੰਗੀ ਆਈ ਹੈ। ਬਿਲਕੁਲ ਜੀ ਬਿਲਕੁਲ। ਇਹਦੇ ਨਾਲ ਨਾਲ ਸ਼ੇਰਗਿੱਲ ਸਾਹਿਬ ਇੱਕ ਹੋਰ ਖਬਰ ਸੀਗੀ ਕੱਲ ਕਿ ਪੰਜਾਬ ਦੇ ਵਿੱਚ ਜਿਹੜੇ ਆੜ੍ਹਤੀਏ ਆ ਉਹਨਾਂ ਦੇ ਉੱਤੇ ਵੀ ਇਨਕਮ ਟੈਕਸ ਨੇ ਛਾਪੇ ਮਾਰੇ। ਇਹ ਵੀ ਦੱਸੋ ਜੀ ਹੁਣ ਕਿੱਦਾਂ ਹੋਈ ਹੈ? ਦੇਖੋ ਜੀ, ਆਪਾਂ ਗੱਲ ਕਰਦੇ ਆਏ ਸੀਗੇ ਵੀ ਜਿਹੜੀਆਂ ਏਜੰਸੀਆਂ ਸਰਕਾਰ ਦੇ ਹੱਥ ਆ ਜੀ, ਉਹ ਇਹੋ ਜਿਹੇ ਸਮੇਂ ਨਹੀਂ ਵਰਤੀਆਂ ਤਾਂ ਫਿਰ ਉਹਨਾਂ ਏਜੰਸੀਆਂ ਦਾ ਫਾਇਦਾ ਕੀ ਆ ਜੀ? ਸਰਕਾਰ ਨੂੰ, ਸਾਨੂੰ ਨਹੀਂ ਮੈਂ ਕਿਹਾ ਵੀ ਉਹਨਾਂ ਏਜੰਸੀਆਂ ਦਾ ਸਰਕਾਰ ਨੂੰ ਫਾਇਦਾ ਕੀ ਰੱਖਣ ਦਾ, ਇੰਨੇ ਤਨਖਾਹਾਂ ਦਿੰਦੇ, ਇੰਨਾ ਕੁਝ ਕਰਦੇ ਆ ਤਾਂ ਉਹ ਫਿਰ ਵਰਤਣਾ ਚਾਹੀਦਾ। ਹੁਣ ਜਦੋਂ ਆੜ੍ਹਤੀਆਂ ਨੇ ਪੂਰੀ ਤਰ੍ਹਾਂ ਸਮਰਥਨ ਦੇ ਦਿੱਤਾ, ਮੰਡੀਆਂ ਵੀ ਬੰਦ ਕਰਤੀਆਂ, ਦਿੱਲੀ ਕੂਚ ਵੀ ਕੀਤਾ, ਖੰਨੇ ਤੋਂ ਬੱਸਾਂ ਭਰ ਕੇ ਵੀ ਗਈਆਂ, ਤਾਂ ਉਹ ਉਹਨਾਂ ਦੇ ਸਿਰ ਤੇ ਪਹਿਲੀ ਗੱਲ ਤਾਂ ਸ਼ੁਰੂ ਤੋਂ ਹੀ ਇਹ ਤਾਂ ਕਹਿੰਦੇ ਆ ਰਹੇ ਵੀ ਇਹ ਵਿਚੋਲੀਏ ਆ ਜੀ। ਆੜ੍ਹਤੀਏ ਤਾਂ ਕਿਹਾ ਹੀ ਨਹੀਂ ਇਹਨਾਂ ਨੇ, ਸਰਕਾਰ ਇਹਨਾਂ ਨੂੰ ਵਿਚੋਲੀਏ ਕਹਿ ਰਹੀ ਆ ਜੀ, ਪਰ ਕਿਸਾਨ ਕਹਿ ਰਹੇ ਵੀ ਸਾਡਾ ਏਟੀਐਮ ਹੈ ਇਹ ਜੀ। ਤੁਸੀਂ ਇਹਨਾਂ ਨੂੰ ਵਿਚੋਲੀਏ ਕਿੱਦਾਂ ਕਹਿ ਰਹੇ ਆ? ਸਾਡਾ ਤਾਂ ਇਹ ਹਰ ਵੇਲੇ ਤੁਸੀਂ ਏਟੀਐਮ ਹੁਣ ਦੇ ਦੌਰ 'ਚ ਲੈਂਦਾ, ਸਾਡਾ ਏਟੀਐਮ ਇਹ ਸਦੀਆਂ ਤੋਂ ਚੱਲਿਆ ਆਉਣ ਡਿਆ ਜੀ। ਜਦੋਂ ਕਿਤੇ ਲੋੜ ਪਿਆ ਵੀ ਸ਼ਾਹ ਜੀ ਲਿਆਈ ਮਾੜਾ ਜਿਹਾ 10,000 ਰੁਪਈਆ, ਸ਼ਾਹ ਜੀ ਆ 5,000 ਲੋੜ ਪੈ ਗਈ, ਹਰ ਵੇਲੇ ਉਹਨਾਂ ਦਾ ਜਿਹੜਾ ਏਟੀਐਮ ਆ ਉਹ ਮੌਜੂਦ ਰਹਿੰਦਾ ਸੀ, ਚਾਹੇ ਉਹ ਕਿਸੇ ਵੀ ਸੰਕਟ 'ਚ ਹੋਣ, ਕਿਸੇ ਵੀ ਤਰ੍ਹਾਂ ਦੀ ਲੋੜ ਪਵੇ ਜੀ। ਹੁਣ ਜਦੋਂ ਉਹਨਾਂ ਨੇ ਪੂਰੀ ਤਰ੍ਹਾਂ ਸਮਰਥਨ ਕਰ ਦਿੱਤਾ ਕਿਸਾਨਾਂ ਨੂੰ ਤਾਂ ਫਿਰ ਉਹ ਕੁਦਰਤੀ ਆਪੇ ਉਹਨਾਂ ਤੇ ਕੁਛ ਨਾ ਕੁਛ ਤਾਂ ਗਾਜ ਡਿੱਗਣੀ ਸੀਗੀ ਨਾ ਜੀ। ਸੋ ਇਹ ਪਤਾ ਲੱਗਾ ਪਟਿਆਲੇ ਦੇ ਵਿੱਚ, ਸਮਾਣਾ ਇਲਾਕੇ ਦੇ ਵਿੱਚ ਕਈ ਆੜ੍ਹਤੀਆਂ ਜਿਹੜੇ ਆ, ਉਪ ਪ੍ਰਧਾਨ ਆ ਆੜ੍ਹਤੀ ਐਸੋਸੀਏਸ਼ਨ ਦੇ, ਹੋਰ ਵੀ ਆ ਜਿਹੜੇ ਆੜ੍ਹਤੀਆਂ ਨਾਲ ਐਸੋਸੀਏਸ਼ਨ ਨਾਲ ਜੁੜੇ ਜਿਹੜੇ ਮੈਂਬਰ ਆ, ਉਹਨਾਂ ਦੇ ਉੱਤੇ ਇਨਕਮ ਟੈਕਸ ਨੇ ਰੇਡ ਮਾਰੀ ਆ। ਔਰ ਇੱਥੋਂ ਤੱਕ ਕਿ ਸਮਾਣੇ ਦਾ ਇੱਕ ਜਿਹੜਾ ਆਗੂ ਸੀ ਐਸੋਸੀਏਸ਼ਨ ਦਾ, ਉਹਨੂੰ ਇਸ ਰੇਡ ਦੌਰਾਨ ਦਿਲ ਦਾ ਦੌਰਾ ਵੀ ਪੈ ਗਿਆ। ਅੱਛਾ ਜੀ। ਸੋ ਇਹ ਜਿਹੜਾ ਇਸ ਤਰੀਕੇ ਨਾਲ ਜਦੋਂ ਆਪਾਂ ਦਮਨ ਵੀ ਕਹਿ ਦਈਏ, ਜ਼ਬਰ ਵੀ ਕਹਿ ਲਈਏ ਤਾਂ ਕੋਈ ਅਤਕਥਨੀ ਨਹੀਂ ਹੋਊਗੀ। ਸਰਕਾਰ ਨੂੰ ਜੇ ਕਿਸੇ ਨੂੰ ਦਬਾਉਣ ਦਾ ਤਰੀਕਾ ਆ ਤਾਂ ਇਹ ਤਰੀਕਾ ਨਹੀਂ ਅਪਣਾਉਣਾ ਚਾਹੀਦਾ ਵੀ ਇਹ ਇਹਨਾਂ ਦੇ ਨਾਲ ਕਿਉਂ ਤੁਰ ਪਿਆ ਜੀ। ਤੇ ਹੁਣ ਜੇ ਤੁਹਾਨੂੰ ਲੱਗਦਾ ਵੀ ਇੱਕ ਪਾਸੇ ਤੁਸੀਂ ਕਹਿ ਰਹੇ ਸਿਆਸੀ ਪਾਰਟੀਆਂ ਗੁੰਮਰਾਹ ਕਰ ਰਹੀਆਂ, ਤੇ ਸਿਆਸੀ ਪਾਰਟੀਆਂ ਦੇ ਪੋਤੜੇ ਖੋਲੋ ਨਾ ਭਾਈ ਜੀ। ਇਹਨਾਂ ਨੂੰ ਕਿਉਂ ਕਰ ਰਹੇ ਜਿਹੜੇ ਕਿਸਾਨਾਂ ਦੇ ਸਮਰਥਨ ਦੇ ਵਿੱਚ ਆ ਰਹੇ ਜਾ ਰਹੇ ਆ ਜੀ। ਸੋ ਉਹ ਰੀੜ੍ਹ ਦੀ ਹੱਡੀ ਉਹਨਾਂ ਦੇ ਨਾਲ ਹੀ ਜੁੜੀ ਹੋ ਨਾ, ਆੜ੍ਹਤੀਆ ਔਰ ਕਿਸਾਨ ਦਾ 9 ਮਾਸ ਦਾ ਰਿਸ਼ਤਾ ਜਿਹੜਾ ਉਹ ਰੀੜ੍ਹ ਦੀ ਹੱਡੀ ਵਾਂਗੂ ਹੀ ਆ ਜੀ। ਜੇ ਆੜ੍ਹਤੀਆ ਹੈ ਨਹੀਂ, ਕਿਸਾਨ ਹੈ ਨਹੀਂ, ਕਿਸਾਨ ਹੈ ਨਹੀਂ ਤਾਂ ਆੜ੍ਹਤੀਆ ਹੈ ਨਹੀਂ। ਬਿਲਕੁਲ ਉਹਦੇ ਨਾਲ ਹੋਰ ਵੀ ਬਹੁਤ ਜੁੜੇ ਆ, ਮਜ਼ਦੂਰ ਆ। ਹੁਣ ਦੇਖੋ ਉੱਥੇ ਮਜ਼ਦੂਰ ਵੀ ਗਏ ਹੋਗਾ, ਮਜ਼ਦੂਰ ਗਏ, ਵਪਾਰੀ ਆ, ਸਾਰਿਆਂ ਦਾ ਸਮਰਥਨ ਆ, ਤੇ ਇਹਨਾਂ ਨੇ ਆੜ੍ਹਤੀਆਂ ਨੂੰ ਹੀ ਨਿਸ਼ਾਨਾ ਕਿਉਂ ਬਣਾਇਆ?
ਅਸੀਂ ਪਹਿਲਾਂ ਵੀ ਇਸ ਗੱਲ ਦੀ ਜ਼ਿਕਰ ਕਰਦੇ ਹਾਂ ਕਿ ਇਹੋ ਜਿਹੀਆਂ ਕਾਰਵਾਈਆਂ ਰੈਗੂਲਰ ਹੋਣੀਆਂ ਚਾਹੀਦੀਆਂ। ਬਿਲਕੁਲ। ਜਿੱਥੇ ਵੀ ਕਿਤੇ ਕਮੀ ਲੱਗਦੀ ਹੈ, ਗਲਤੀ ਲੱਗਦੀ ਹੈ, ਉਹਨੂੰ ਪਹਿਲਾਂ ਫੜਿਆ ਜਾਵੇ। ਮੌਕਾ ਦੇਖ ਕੇ ਜਿਹੜੀ ਕਾਰਵਾਈ ਕਰਨੀ ਉਹ ਫਿਰ ਉਹਨਾਂ ਤੋਂ ਸ਼ੱਕ ਦੇਖੋ ਪੈਦਾ ਕਰਦੀ ਹੈ। ਪਿਛਲੇ 6 ਸਾਲਾਂ ਦਾ ਉਹਨਾਂ ਦਾ ਹਿਸਾਬ ਤਾਂ ਮੰਗ ਲਿਆ ਜੀ ਵੀ ਤੁਹਾਡਾ ਜਿਹੜਾ ਪਿਛਲੇ 6 ਸਾਲਾਂ ਦਾ ਲੈਣ ਦੇਣ ਹੋਇਆ, ਜੋ ਰੱਖ ਰਖਾ ਜੋ ਖਾਤਿਆਂ ਦਾ ਹੈਗਾ, ਉਹ ਸਾਨੂੰ ਪੇਸ਼ ਕਰੋ ਜੀ। ਤੋ ਇਹ ਮੌਕਾ ਦੇਖ ਕੇ ਸਰਕਾਰ ਦੀ ਕਾਰਵਾਈ ਜਿਹੜੀ ਆ ਇਹ ਨਿੰਦਣਯੋਗ ਹੈ। ਮੈਨੂੰ ਥੋੜਾ ਯਾਦ ਆਉਂਦਾ ਜਦੋਂ ਗਾਇਕਾਂ ਨੇ ਸਮਰਥਨ ਕੀਤਾ ਸੀ, ਉਦੋਂ ਗਾਇਕਾਂ ਤੇ ਵੀ ਗੱਲ ਗਾਲੀ ਸੀ ਕਿ ਉਹਨਾਂ ਇਹਨਾਂ ਨੇ ਤੇ ਵੀ ਵੀ ਪੜਚੋਲ ਕੀਤੀ ਜਾ ਰਹੀ ਸੀਗੀ। ਬਿਲਕੁਲ ਜੀ, ਬਿਲਕੁਲ। ਸ਼ੇਰਗਿੱਲ ਸਾਹਿਬ, ਕਾਫੀ ਚਰਚਾ ਕਰ ਲਈ ਅਸੀਂ, ਪਰ ਪ੍ਰਮਾਤਮਾ ਕਰੇ ਇਹ ਮਸਲਾ ਜਿਹੜਾ ਆ ਜਲਦੀ ਖਤਮ ਹੋਵੇ, ਸਰਕਾਰ ਦੀ ਜਿਹੜੀ ਆ ਸਹਿਮਤੀ ਬਣੇ, ਸੁਖਾਵੇਂ ਮਾਹੌਲ 'ਚ ਹੋਵੇ ਜੀ, ਤੇ ਕਿਸਾਨ ਆਪਣੇ ਆਪਣੇ ਘਰਾਂ ਨੂੰ ਆਉਣ ਤੇ ਅਸੀਂ ਕੁਝ ਹੋਰ ਚਰਚਾਵਾਂ ਲੈ ਕੇ। ਧੰਨਵਾਦ ਜੀ ਤੁਹਾਡਾ ਸਾਰਿਆਂ ਦਾ। ਸਾਨੂੰ ਦੱਸਿਓ ਤੁਹਾਨੂੰ ਸਾਡਾ ਪ੍ਰੋਗਰਾਮ ਕਿਵੇਂ ਲੱਗਿਆ। ਅਗਲੀ ਵਾਰ ਕੁਝ ਹੋਰ ਵਿਚਾਰਾਂ ਤੇ ਚਰਚਾ ਕਰਾਂਗੇ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।